ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਪਾਵਨ ਪਵਿੱਤਰ ਉਹ ਸਥਾਨ ਹੈ ਜਿੱਥੇ 1706 ਈਸਵੀ ਦੇ ਵਿੱਚ ਮਾਈ ਦੇਸਾਂ ਦੇ ਪਿਆਰ ਸਦਕਾ ਸਾਹਿਬੇ ਕਮਾਲ ਸੱਚੀ ਸਰਕਾਰ ਦਸ਼ਮੇਸ਼ ਪਿਤਾ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਆ ਕੇ ਇਸ ਬੁਰਜ ਵਿੱਚ ਠਹਿਰੇ। 9 ਦਿਨ ਭਾਗ ਲਾਏ। ਇਲਾਕੇ ਦੀਆਂ ਸੰਗਤਾਂ ਆ ਮਿਲਦੀਆਂ ਰਹੀਆਂ, ਨਾਮਦਾਨ ਲੈ ਕੇ ਗਈਆਂ, ਖੰਡੇ ਦੀ ਪੌਲ ਛਕ ਕੇ ਗਈਆਂ। ਤੇ ਇਹਨਾਂ 9 ਦਿਨਾਂ ਦੌਰਾਨ ਜੋ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ, ਜੋ ਸੂਤਰ ਹਨ, ਜੋ ਗੁਰੂ ਨਾਨਕ ਦੀ ਦਿੱਤੀ ਹੋਈ ਬਾਣੀ ਹੈ, ਉਹਦਾ ਜੋ ਜ਼ਿਕਰ ਦਸ਼ਮੇਸ਼ ਪਾਤਸ਼ਾਹ ਨੇ ਮਾਤਾ ਦੇਸਾਂ ਦੀ ਝੋਲੀ ਪਾਇਆ, ਜੋ ਬ੍ਰਹਮ ਗਿਆਨ ਦੀਆਂ ਦਾਤਾਂ ਮਾਤਾ ਦੇਸਾਂ ਨੂੰ ਬਖਸ਼ਿਸ਼ ਕਰਕੇ ਗਏ। ਇਹਨਾਂ ਪਿਛਲੇ 50 ਸਾਲਾਂ ਦੌਰਾਨ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਪਾਠ ਕਰਦਿਆਂ, ਸੁਣਦਿਆਂ ਅਨੇਕਾਂ ਹੀ ਅਨੁਭਵ ਹੋਏ। ਉਹਨਾਂ ਅਨੁਭਵਾਂ ਦੇ ਵਿੱਚੋਂ ਜੋ ਇੱਕ ਦ੍ਰਿਸ਼ਟੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜੋ ਮਾਤਾ ਨੇ ਅਪਾਰ ਕਿਰਪਾ ਕਰਕੇ ਸਤਿਗੁਰਾਂ ਦੇ ਦਰਸ਼ਨ ਬਖਸ਼ਿਸ਼ ਕੀਤੇ, ਪਰਮ ਪਿਤਾ ਪਰਮਾਤਮਾ ਦਾ ਮਿਲਾਪ ਹੋਇਆ। ਉਸ ਮਿਲਾਪ ਦੇ ਵਿੱਚੋਂ ਜੋ ਅਨੁਭਵ ਹੋਏ, ਕੁਝ ਜਾਗਰਤ ਅਵਸਥਾ ਦੇ ਨੇ, ਕੁਝ ਸਮਾਧੀ ਦੀ ਅਵਸਥਾ ਦੇ ਨੇ, ਕੁਛ ਇੱਕ ਆਪਣਾ ਹੀ ਢੰਗ ਹੁੰਦਾ ਰਿਸ਼ੀਆਂ ਮੁਨੀਆਂ ਦਾ, ਗੁਰੂਆਂ ਦਾ ਦੱਸਣ ਦਾ, ਕਿ ਆਪਣੇ ਤੌਰ 'ਤੇ ਇੱਕ ਜਿਵੇਂ ਮੈਸੇਜ ਆਉਂਦਾ ਆਪਾਂ ਨੂੰ ਫੋਨ 'ਚ, ਉਸ ਤਰ੍ਹਾਂ ਉੱਭਰਦੇ ਨੇ ਖਿਆਲਾਤ ਅੰਦਰੋਂ ਨਵੇਂ-ਨਵੇਂ। ਜੋ ਸਵਾਲ ਅਸੀਂ ਬਚਪਨ ਤੋਂ ਕਰਦੇ ਰਹਿੰਦੇ ਹਾਂ, ਪੁੱਛਦੇ ਰਹਿੰਦੇ ਹਾਂ ਕੁਦਰਤ ਨੂੰ, ਪਰਮ ਪਿਤਾ ਨੂੰ, ਗੁਰੂ ਸਾਹਿਬ ਨੂੰ, ਉਹਨਾਂ ਦੇ ਸਾਡੀ ਅਵਸਥਾ ਦੇਖ ਕੇ ਜਿਵੇਂ ਜਿਵੇਂ ਸਾਡੀ ਅਵਸਥਾ ਅੱਗੇ ਵੱਧਦੀ ਹੈ, ਜਦੋਂ ਸਹੀ ਟਾਈਮ ਆ ਜਾਂਦਾ, ਉਹਨਾਂ ਕਰੀਆਂ ਗੱਲਾਂ ਦੇ, ਪੁੱਛੀਆਂ ਗੱਲਾਂ ਦੇ ਜਵਾਬ ਆ ਕੇ ਮਿਲਦੇ ਨੇ ਐਨ ਜਮਾਂ ਮੌਕੇ 'ਤੇ। ਜਿਵੇਂ ਜਿਵੇਂ ਸਮਝ ਵੱਧਦੀ ਆ, ਉਚਾਈ ਵੱਧਦੀ ਆ, ਉਵੇਂ ਉਵੇਂ ਉਹ ਸਾਰੇ ਖਿਆਲਾਤਾਂ ਦੇ ਕੱਲੇ ਕੱਲੇ ਦਾ ਜਵਾਬ ਮਿਲਦਾ ਤੇ ਉਹ ਸਾਨੂੰ ਮਿਲੇ। ਜਿਵੇਂ ਜਿਵੇਂ ਇਤਿਹਾਸ ਸੁਣਦੇ ਸੀ, ਜਿਵੇਂ ਜਿਵੇਂ ਪੜ੍ਹਦੇ ਸੀ, ਬਹੁਤ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸੀ। ਬੜੇ ਹੀ ਸਵਾਲ ਕਰਦੇ ਸੀ ਹਰ ਵੇਲੇ। ਇਹ ਬਚਪਨ ਤੋਂ ਹੀ ਸੋਝੀ ਮਿਲ ਗਈ ਸੀ ਕਿ ਜੋ ਮੰਗੀਏ ਮਿਲ ਜਾਂਦਾ, ਜੋ ਪੁੱਛੀਏ ਅੱਗੋਂ ਜਵਾਬ ਆਉਂਦਾ। ਤੇ ਉਹਦੇ ਅਧੀਨ ਜੋ ਜੋ ਵੀ ਸੋਚਦੇ ਰਹੇ, ਕਹਿੰਦੇ ਰਹੇ, ਇੱਕ ਦਇਆ ਦ੍ਰਿਸ਼ਟੀ ਬਖਸ਼ਿਸ਼ ਕੀਤੀ ਮਾਤਾ ਨੇ, ਕਿਰਪਾ ਦ੍ਰਿਸ਼ਟੀ ਬਣਾਈ ਰੱਖੀ। ਉਹਦੇ ਅਧੀਨ ਆਪਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਜੋ ਰੋਜ਼ਾਨਾ ਹੁਕਮਨਾਮਾ ਸਾਹਿਬ ਬਖਸ਼ਿਸ਼ ਹੁੰਦੇ ਨੇ, ਉਹਦੀ ਵਿਆਖਿਆ ਸੰਗਤਾਂ ਦੇ ਚਰਨਾਂ 'ਚ, ਜੋ ਪਿਆਰ ਵਾਲੀਆਂ ਸੰਗਤਾਂ ਜੋ ਜਾਣਨਾ ਚਾਹੁੰਦੀਆਂ, ਆਪਣੇ ਆਪੇ ਨੂੰ ਪਾਉਣਾ ਚਾਹੁੰਦੀਆਂ, ਉਸ ਦੇ ਪਿਆਰ ਨੂੰ, ਸਤਿਗੁਰਾਂ ਨਾਲ ਇੱਕ ਮਿੱਕਤਾ ਚਾਹੁੰਦੀਆਂ, ਦਰਗਾਹ ਦੇ ਵਿੱਚ ਮਿਲਾਪ ਚਾਹੁੰਦੀਆਂ, ਜੀਂਦੇ ਜੀ ਜੀਵਨ ਮੁਕਤੀ ਚਾਹੁੰਦੀਆਂ, ਸਤਿਗੁਰਾਂ ਦੇ ਪਿਆਰ ਦਾ ਅਹਿਸਾਸ ਚਾਹੁੰਦੀਆਂ, ਉਹਨਾਂ ਵਾਸਤੇ ਆਪਾਂ ਇਹ ਵਿਆਖਿਆ ਕਰ ਰਹੇ ਹਾਂ। ਇੱਕ ਅਧਿਆਤਮਿਕ ਵਿਆਖਿਆ ਜਿਹੜੀ ਤੁਹਾਨੂੰ ਸੁਣਦਿਆਂ ਹੋਇਆਂ ਕੁਛ ਅਰਥ ਇਸ ਤਰ੍ਹਾਂ ਦੇ ਲੱਗਣਗੇ, ਕਿਉਂਕਿ ਜਿਹੜੇ ਪਹਿਲਾਂ ਨਾ ਸੁਣੇ ਹੋਣ ਕਈ ਵਾਰੀ ਸਾਨੂੰ ਓਪਰੇ ਓਪਰੇ ਲੱਗਦੇ ਆ। ਪਹਿਲਾਂ ਜੋ ਅਰਥ ਕੀਤੇ ਜਾ ਰਹੇ ਆ ਉਹ ਆਪਣੀ ਉਹਨਾਂ ਦੀ ਸਮਝ ਆ। ਸਾਨੂੰ ਜੋ ਸਮਝ ਮਾਤਾ ਦੇਸਾਂ ਨੇ ਇਹਨਾਂ ਸਾਲਾਂ ਵਿੱਚ ਬਖਸ਼ਿਸ਼ ਕੀਤੀ, ਜੋ ਸਤਿਗੁਰਾਂ ਨੇ ਸਿਰ 'ਤੇ ਹੱਥ ਰੱਖ ਕੇ ਜੋ ਦਰਗਾਹ ਦੇ ਵਿੱਚ ਅਸੀਂ ਹੁੰਦਾ ਦੇਖਿਆ, ਜੋ ਨਿਯਮ ਦੇਖੇ, ਉਹਨਾਂ ਨਿਯਮਾਂ ਨੂੰ ਤੁਹਾਡੇ ਸਾਹਮਣੇ ਪ੍ਰਗਟ ਕਰ ਰਹੇ ਹਾਂ। ਅੱਜ ਦਾ ਜੋ ਵਾਕ ਹੈ ਇਹ ਸ਼ੁਰੂ ਹੁੰਦਾ ਹੈ ਮੂਲ ਮੰਤਰ ਤੋਂ। ਗੁਰੂ ਨਾਨਕ ਸਾਹਿਬ ਨੇ ਬੜੀ ਅਪਾਰ ਕਿਰਪਾ ਕੀਤੀ। ਇੱਕ ਗੱਲ ਅਸੀਂ ਸਮਝ ਲਈਏ ਤਾਂ ਕਿ ਸਾਡੇ ਜਿਵੇਂ ਜਿਵੇਂ ਅਸੀਂ ਅੱਗੇ ਚੱਲਾਂਗੇ ਉਹ ਸਮਝ ਵੱਧਦੀ ਜਾਵੇ। ਸੰਸਾਰ ਦੀ ਜਦੋਂ ਤੋਂ ਸਿਰਜਣਾ ਹੋਈ ਆ, ਜਿੰਨੀਆਂ ਇਹ ਪਰਮ ਸ਼ਕਤੀਆਂ ਹਨ, ਜੋ ਕਰਤੇ ਪੁਰਖ ਦਾ ਮੇਨ ਸਿਧਾਂਤ ਹੈ, ਤੇ ਕਰਤੇ ਪੁਰਖ ਦੀਆਂ 2 ਧਰਾਵਾਂ ਹਨ ਅੰਦਰੇ ਅੰਦਰ, ਇੱਕ ਨੈਗੇਟਿਵ, ਇੱਕ ਪੋਜ਼ਿਟਿਵ ਸ਼ਕਤੀ। ਨੈਗੇਟਿਵ ਸ਼ਕਤੀ ਨੂੰ ਮਾਤਰ ਸ਼ਕਤੀ ਮੰਨਿਆ ਜਾਂਦਾ, ਮਾਂ ਮੰਨਿਆ ਜਾਂਦਾ। ਪਿੱਤਰ ਸ਼ਕਤੀ ਨੂੰ ਪਿੱਤਰ ਸ਼ਕਤੀ ਮੰਨਿਆ ਜਾਂਦਾ, ਅਕਾਲ ਪੁਰਖ ਮੰਨਿਆ ਜਾਂਦਾ, ਮਹਾਕਾਲ ਮੰਨਿਆ ਜਾਂਦਾ।
ਮਾਤਰ ਸ਼ਕਤੀ ਨੂੰ ਆਦਿ ਭਗਵਤੀ ਸ਼ਕਤੀ ਮੰਨਿਆ ਜਾਂਦਾ। ਇਹਦੇ ਅਧੀਨ ਹੀ ਸਾਰਾ ਵਿਧਾਨ ਚੱਲਦਾ। ਇਸੇ ਵਿਧਾਨ ਦੇ ਅਧੀਨ ਹੀ ਜੋ ਸਨਾਤਨ ਮੱਤ ਦੇ ਵਿੱਚ ਅਰਥ ਕੀਤੇ ਜਾਂਦੇ ਨੇ, ਜੋ ਵਿਧਾਨ ਚੱਲ ਰਿਹਾ ਵੇਦਾਂ ਦੇ ਵਿੱਚ, ਕਿਤਾਬਾਂ ਦੇ ਵਿੱਚ, ਉਹਦੇ ਵਿੱਚ ਦੱਸਿਆ ਜਾਂਦਾ ਕਿ ਸਾਰੀ ਸ੍ਰਿਸ਼ਟੀ ਓਮ ਤੋਂ, ਓਅੰਕਾਰ ਤੋਂ ਪੈਦਾ ਹੋਈ। ਉਹ ਧੁਨੀ ਆ ਜਿਹੜੀ ਸੱਤ ਹੈ, ਉਹ ਤਿੰਨ ਤਾਕਤਾਂ ਨੇ ਜਿਹੜੀਆਂ ਚਲਾ ਰਹੀਆਂ, ਜਿਨ੍ਹਾਂ ਦਾ ਨਾਮਕਰਨ ਵੀ ਕੀਤਾ ਗਿਆ ਕਿ ਬ੍ਰਹਮਾ ਵਿਸ਼ਨ ਮਹੇਸ਼। ਬ੍ਰਹਮਾ ਪਾਲਣਹਾਰ, ਜੋ ਵੇਦਾਂ ਦੇ ਰਚయిਤਾ ਵੀ ਕਿਹਾ, ਉਹ ਇੱਕ ਪਰਮ ਸ਼ਕਤੀ ਹੈ, ਇੱਕ ਊਰਜਾ। ਵਿਸ਼ਨੂੰ ਪਾਲਣਹਾਰ, ਮਹੇਸ਼ ਜਿਹੜਾ ਊਰਜਾ ਨੂੰ ਉਸ ਰੂਪ ਚੋਂ ਦੂਸਰੇ 'ਚ ਕਨਵਰਟ ਕਰ ਦਿੰਦਾ। ਕਿਉਂਕਿ ਜਦੋਂ ਖੁਦ ਅਨੁਭਵ ਹੁੰਦਾ ਉਦੋਂ ਪਤਾ ਲੱਗਦਾ ਕਿ ਮਰਦਾ ਮੁਰਦਾ ਇੱਥੇ ਕੁਝ ਵੀ ਨਹੀਂ, ਇੱਕ ਕਣ ਵੀ ਖਤਮ ਨਹੀਂ ਹੁੰਦਾ, ਕਣ ਵੀ ਕਨਵਰਟ ਹੁੰਦਾ ਦੂਸਰੇ ਦੇ ਵਿੱਚ। ਗੰਦੀ ਤੋਂ ਗੰਦੀ ਰੇਹ ਸਿੱਟ ਦਿਓ, ਸੁਗੰਧੀ ਵਾਲੇ ਫੁੱਲਾਂ 'ਚ ਪ੍ਰਗਟ ਹੋ ਜਾਂਦੀ ਹੈ, ਸੁਗੰਧ ਬਣ ਜਾਂਦੀ ਹੈ, ਦੁਰਗੰਧ। ਇਸ ਤਰ੍ਹਾਂ ਕੁਝ ਵੀ ਇੱਥੇ ਖਤਮ ਨਹੀਂ ਹੁੰਦਾ। ਤੇ ਗੁਰੂ ਨਾਨਕ ਸਾਹਿਬ ਨੇ ਜੋ ਹਜ਼ਾਰਾਂ ਸਾਲਾਂ ਤੋਂ ਸਿਧਾਂਤ ਚੱਲੇ ਆਉਂਦੇ ਸੀ, ਉਹ ਜਿਹੜੇ ਕੁਛ ਸਤਪੁਰਸ਼ ਹੁੰਦੇ ਆ ਨਾ, ਸਤਪੁਰਸ਼ ਪੂਰੀ ਦੁਨੀਆ ਦੇ ਹੀ ਸਾਂਝੇ ਹੁੰਦੇ ਆ। ਉਹ ਜਿੰਨੀਆਂ ਖੋਜਾਂ ਕਰਦੇ ਆ ਪੂਰੇ ਸੰਸਾਰ ਲਈ ਕਰਦੇ ਆ ਕਿ ਸਭਨਾਂ ਨੂੰ ਲਾਭ ਮਿਲੇ। ਪਰ ਬਾਅਦ ਦੇ ਵਿੱਚ ਕੀ ਹੁੰਦਾ ਵੀ ਕੁਝ ਲੋਕ ਉਹਨਾਂ ਨੂੰ ਘੇਰਾ ਪਾ ਲੈਂਦੇ ਆ, ਉਹ ਗੱਲਾਂ ਨੂੰ ਪੇਟੈਂਟ ਕਰਾ ਲੈਂਦੇ ਆ। ਫਿਰ ਉਹਨਾਂ ਦੇ ਨਾਂ ਤੇ ਧਰਮ ਖੜੇ ਹੋ ਜਾਂਦੇ ਆ, ਫਿਰਕੇ ਖੜੇ ਹੋ ਜਾਂਦੇ ਆ, ਜਥੇਬੰਦੀਆਂ ਖੜੀਆਂ ਹੋ ਜਾਂਦੀਆਂ, ਉਹ ਆਪਣਾ ਹੱਕ ਜਤਾਉਣ ਲੱਗ ਜਾਂਦੇ ਆ। ਪਰ ਜਿੱਥੋਂ ਸ਼ੁਰੂਆਤ ਹੋਈ ਹੁੰਦੀ ਉਹ ਪੂਰੀ ਦੁਨੀਆ ਲਈ, ਪੂਰੀ ਕਾਇਨਾਤ ਲਈ ਉਹ ਸੂਤਰ ਹੁੰਦੇ ਆ, ਜਿਨ੍ਹਾਂ ਨਾਲ ਬੜੇ ਪਿਛਲੇ ਸਮਿਆਂ ਤੋਂ ਵੀ ਹੁੰਦਾ ਆਇਆ। ਤੇ ਉਹ ਜਿਹੜੇ ਸਤਪੁਰਸ਼ ਭਾਰਤ ਵਰਸ਼ ਦੇ ਇਕੱਠੇ ਹੋ ਕੇ ਪੂਰੇ ਭਾਰਤ ਦੇ ਵਿੱਚ ਭਰਮਣ ਕਰਦੇ ਸੀ ਕਿ ਜਿਹੜਾ ਸੱਚ ਹੈ ਉਹ ਸੱਚ ਦਾ ਸਿੰਘਨਾਦ ਕੀਤਾ ਜਾਵੇ, ਅਸਲੀਅਤ ਦੱਸੀ ਜਾਵੇ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਵੀ ਪਿਛਲੇ ਕੁਝ ਲੋਕਾਂ ਨੇ ਘੇਰੇ ਪਾੜੇ ਸੀਗੇ, ਸੱਚਾਈ ਨੂੰ, ਸੱਚ ਨੂੰ ਘੇਰੇ ਪਾੜੇ ਸੀ, ਦੱਸਣ ਨੂੰ ਮਨਾ ਕਰਤਾ ਸੀ। ਜੋ ਬੀਜ ਮੰਤਰਾ ਦੱਸਣੇ ਨਹੀਂ, ਜੇ ਕੋਈ ਇਹੋ ਜਿਹੇ ਵੀ ਹਾਲਾਤ ਪੈਦਾ ਕਰਤੇ ਕਿ ਕੁਝ ਲੋਕਾਂ ਨੂੰ ਸੂਦਰ ਕਹਿ ਕੇ ਦੂਰ ਧਰਕਾਰ ਦਿੱਤਾ ਗਿਆ, ਕੁਝ ਨੂੰ ਕਿਵੇਂ ਕਰਤਾ, ਕੁਝ ਨੂੰ ਕਿਵੇਂ। ਉਹਨਾਂ ਦੇ ਉੱਤੋਂ ਦੀ ਹੋ ਕੇ ਕੁਝ ਰਿਸ਼ੀਆਂ ਮੁਨੀਆਂ ਨੇ ਕਿ ਆਪਾਂ ਆਪਣੇ ਤੌਰ ਤੇ ਵਰਤਾਰਾ ਵਰਤਾਓ, ਦੱਸੋ ਪੂਰੇ ਭਾਰਤ ਵਰਸ਼ ਦੇ ਵਿੱਚ, ਆਪਾਂ ਇਹਨਾਂ ਗੱਲਾਂ ਦੀ ਪਰਵਾਹ ਨਾ ਕਰੋ। ਉਹਨਾਂ ਦੇ ਵਿੱਚ ਭਗਤੀ ਲਹਿਰ ਦੇ ਜਿਹੜੇ ਮੋਢੀ ਰਾਮਾਨੰਦ ਜੀ ਵੀ ਨੇ, ਪਰਮਾਨੰਦ ਜੀ ਵੀ ਨੇ, ਭਗਤ ਕਬੀਰ ਜੀ ਨੇ, ਫਰੀਦ ਜੀ ਨੇ, ਭਗਤ ਜੈਦੇਵ ਨੇ, ਭਗਤ ਰਵਿਦਾਸ ਜੀ ਨੇ, ਭਗਤ ਨਾਮਦੇਵ ਜੀ ਨੇ। ਜਿੰਨੇ ਭਗਤਾਂ ਦੀ ਬਾਣੀ ਆ ਉਹ ਵੀ, ਤੇ ਜਿਨ੍ਹਾਂ ਦੀ ਬਾਣੀ ਨਹੀਂ ਵੀ, ਦਾਦੂ ਦਿਆਲ ਵਰਗੇ ਮਹਾਂਪੁਰਸ਼ ਨੇ, ਉਹਨਾਂ ਨੇ ਇੱਕ ਲਹਿਰ ਪੈਦਾ ਕੀਤੀ ਕਿ ਪਿਛਲੇ ਜੋ ਚੰਗੇ ਚੰਗੇ ਸੂਤਰ ਦਿੱਤੇ ਸੀ ਉਹਨਾਂ ਦੇ ਅਨੁਭਵ ਕਰਕੇ ਸੰਸਾਰ ਨੂੰ ਸਾਫ਼-ਸਾਫ਼ ਦੱਸਣਾ ਸ਼ੁਰੂ ਕੀਤਾ, ਸਿੱਧਾ ਕਿ ਸਿੱਧੀ ਜੀ ਗੱਲ ਹੈ, ਜਿਹੜਾ ਸਰੀਰ ਵੀ ਜਨਮ ਲੈ ਲੈਂਦਾ ਹੈ ਉਹਦੇ ਅੰਦਰ ਮਾਲਕ ਛੁਪਿਆ ਹੋਇਆ। ਅੰਦਰ ਨੂੰ ਮੁੜੋ, ਮੁੜਨ ਦਾ ਤਰੀਕਾ ਇੱਕੋ ਹੀ ਹੈ, ਆਪਣੇ ਨੇੜੇ ਆਓ। ਆਪਣੇ ਨੇੜੇ ਆਉਂਗੇ, ਆਪਣੇ ਸਵਾਸਾਂ ਦੇ ਨੇੜੇ ਆਓ। ਇਹ ਸਵਾਸ ਪਵਨ ਗੁਰੂ ਨੇ ਜਿਨ੍ਹਾਂ ਨੂੰ ਨਾਂ ਦਿੱਤੇ, ਜਿਵੇਂ ਬੁੱਧ ਹੋਏ, ਉਹਨਾਂ ਨੇ ਸਾਰੇ ਕਾਸੇ ਤੋਂ ਇਨਕਾਰ ਕਰਤਾ, ਰੱਬ ਦੇ ਨਾਮ ਤੋਂ ਵੀ ਇਨਕਾਰ ਕਰਤਾ। ਕਿਉਂਕਿ ਰੱਬ ਦੇ ਨਾਂ 'ਤੇ ਇੰਨੀਆਂ ਉਲਝਣਬਾਜ਼ੀਆਂ ਖੜੀਆਂ ਹੋ ਗਈਆਂ ਸੀ, ਉਹਨਾਂ ਨੂੰ ਸੁਲਝਾਉਣਾ ਔਖਾ ਸੀ। ਉਹਨੇ ਕਹਿਤਾ ਕਿ ਲੋੜ ਹੀ ਨਹੀਂ, ਤੁਸੀਂ ਸਿੱਧਾ ਹੀ ਅਨੁਭਵ ਕਰੋ, ਆਪੋ ਦੀਪੋ ਭਵ, ਆਪਣੇ ਨੇੜੇ ਆਓ, ਦੇਖੋ ਆਪਣੇ ਅੰਦਰੋਂ ਕੀ ਆ। ਆਨਾਪਾਨ ਸਤੀ ਯੋਗ, ਇੱਕੋ ਹੀ ਧਿਆਨ ਦਾ ਪ੍ਰਚਾਰ ਕੀਤਾ ਬੁੱਧ ਨੇ ਕਿ ਆਪਣੇ ਸਵਾਸਾਂ ਨੂੰ ਵੇਖਦੇ ਰਹੋ, ਇੱਕ ਦਿਨ ਇੱਕ ਮਿਕਤਾ ਹੋ ਜੂ। ਕਿਉਂਕਿ 12 ਸਾਲਾਂ ਦੇ ਵਿੱਚ ਉਹ ਸਾਰਾ ਕੁਝ ਕਰਕੇ ਦੇਖ ਚੁੱਕਿਆ ਸੀ ਜਿਹੜੇ ਹੋਰ ਕਰਾਉਂਦੇ ਆ, ਕਰਮ ਕਾਂਡ, ਡੰਡੰਗ ਮੰਡੰਗ, ਆਹ ਕਰ ਲਾ, ਭੁੱਖਾ ਰਹਿ ਲਾ, ਪਿਆਸਾ ਰਹਿ ਲਾ, ਇੰਨੇ ਪਾਠ ਕਰ ਲਾ, ਆਹ ਕਰ ਲਾ, ਉਹ ਸਾਰਾ ਬੁੱਧ ਨੇ ਸਿਰਾ ਲਾਤਾ ਸੀ। ਐਂਡ ਨੂੰ ਜਦੋਂ ਮਨ ਮੰਨਿਆ ਵੀ ਛੱਡ ਯਾਰ ਇਹ ਸਾਰਾ ਕੁਝ, ਬਹਿ ਗਿਆ ਟੇਕ ਕੇ, ਜਿੱਦਾਂ ਹੀ ਬੈਠਾ ਉੱਦਾਂ ਹੀ ਗੱਲ ਬਣ ਗਈ। ਸਹਿ ਸੁਹਾਏ ਹੋਵੇ ਸੋ ਹੋਏ, ਕਰਨੇ ਹਾਰ ਪਸਾਣਾ ਸੋਏ। ਜਦੋਂ ਬੰਦਾ ਸਹਿਜ 'ਚ ਆ ਜਾਂਦਾ, ਉਹ ਕਰਨੇ ਹਾਰ ਦੀ ਕਲਿੱਕ ਦੇ ਨੇ ਚੀਜ਼ ਵੱਜਦੀ ਆ ਅੰਦਰ, ਆਜ਼ਾਦੀ ਦਾ ਅਨੁਭਵ ਹੁੰਦਾ। ਉਦੋਂ ਤੋਂ ਲੈ ਕੇ ਚੱਲਦਾ ਆ ਰਿਹਾ ਸੀ। ਉਹ ਭਾਰਤ ਵਰਸ਼ ਦੇ ਰਿਸ਼ੀ ਮੁਨੀ ਇਕੱਤਰ ਹੋ ਕੇ ਚੌਮਾਸਾ ਕੱਟਣ ਲਈ ਸਤਿਗੁਰੂ ਨਾਨਕ ਸਾਹਿਬ ਦੇ ਰਾਏ ਭੋਏ ਦੀ ਤਲਵੰਡੀ ਦੇ ਨੇੜੇ ਡੇਰਾ ਲਾ ਲੈਂਦੇ ਆ। ਉਹਨਾਂ ਦਾ ਪ੍ਰਚਾਰ ਪ੍ਰਸਾਰ ਚੱਲਦਾ, ਉਹ ਕਰਦੇ ਨੇ ਪ੍ਰਸਾਰ, ਲੋਕਾਂ ਨੂੰ ਮੁਕਤ ਕਰਦੇ ਨੇ, ਜੀਵਨ ਮੁਕਤੀ ਬਾਰੇ ਦੱਸਦੇ ਨੇ, ਵੇਦਾਂ ਦਾ ਸਹੀ ਸਾਰ ਦੱਸਦੇ ਨੇ। ਜਿਹੜੇ ਕਹਿੰਦੇ ਨੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰਾ। ਉਹਨਾਂ ਨੇ ਦੱਸਿਆ ਕਿ ਘੇਰਾ ਪਾਇਆ ਜਿਨ੍ਹਾਂ ਨੇ ਉਹ ਹੋਰ ਲੋਕ ਨੇ। ਸਤਪੁਰਸ਼ ਨਹੀਂ ਕਦੇ ਕਿਸੇ ਗੱਲ ਨੂੰ ਲੁਕੋ ਕੇ ਰੱਖਦੇ। ਸਤਪੁਰਸ਼ ਨਹੀਂ ਕਹਿੰਦੇ ਤੇਰੇ ਲਈ ਬਣੀ ਆ, ਤੇਰੇ ਲਈ ਨਹੀਂ ਬਣੀ, ਇਹ ਸਭ ਲਈ ਆ।
ਉਹ ਇੱਕ ਅਲੱਗ ਹੋ ਕੇ ਚੱਲ ਰਹੇ ਸੀ। ਉਹਨਾਂ ਦੇ ਜਦੋਂ ਅੰਦਰ ਇੱਕ ਪ੍ਰਕਾਸ਼ ਜਾਗਿਆ, ਨਿਰੰਕਾਰ ਵੱਲੋਂ ਸੁਨੇਹਾ ਮਿਲਿਆ ਕਿ ਸਾਡਾ ਹੀ ਸਰੂਪ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ, ਜਿਹਦਾ ਪ੍ਰਚਾਰ ਕਰਦੇ ਆ, ਜਿਹਨੂੰ ਮਿਲਾਪ ਦੀ ਗੱਲ ਕਰਦੇ ਆ, ਇਹ ਕਲਯੁਗ ਦੀ ਫਰਿਆਦ ਸੁਣ ਕੇ, ਧਰਤੀ ਦੀ ਪੁਕਾਰ ਸੁਣ ਕੇ ਮਾਂ ਦੀ, ਉਹ ਪਰਮ ਪਿਤਾ ਪਰਮਾਤਮਾ ਆਪਣਾ ਰੂਪ ਧਾਰ ਕੇ ਆਇਆ ਰਾਏ ਭੋਏ ਦੀ ਤਲਵੰਡੀ ਦੇ ਵਿੱਚ। ਨਾਂ ਰੱਖਿਆ ਨਾਨਕ। ਬਚਪਨ ਤੋਂ ਹੀ ਅੰਤਰਮੁਖੀ ਆ, ਅੰਦਰ ਵੱਲ ਹੀ ਜਾਣਾ ਚਾਹੁੰਦਾ, ਜੋ ਵੀ ਕਰਦਾ ਅੰਦਰ ਦੀ ਕਿਰਿਆ ਹੀ ਕਰਦਾ, ਰਾਤਾਂ ਤੱਕ ਜਾਗਦਾ ਰਹਿੰਦਾ, ਪਪੀਹੇ ਦੀ ਕੂ ਕੂ ਸੁਣਦਾ, ਮੱਝਾਂ ਚਾਰਨ ਭੇਜਦੇ ਆ ਤਾਂ ਵੀ ਇੱਕ ਥਾਂ ਸਮਾਧੀ ਲੱਗ ਜਾਂਦੀ ਆ, ਉਹ ਕਿਸੇ ਹੋਰ ਖੇਤ ਚਲੀਆਂ ਜਾਂਦੀਆਂ। ਇਹ ਵਰਤਾਰੇ ਬਚਪਨ ਤੋਂ ਵਰਤਦੇ ਆ ਜਿਨ੍ਹਾਂ ਨੂੰ ਬੇਬੇ ਨਾਨਕੀ ਮਹਿਸੂਸ ਕਰਦੀ ਆ। ਉਹ ਸ਼ਹਿਰ ਦਾ ਰਾਜਾ ਰਾਏ ਬਲਾਰ, ਉਹ ਇੱਕ ਸਤਪੁਰਸ਼ ਆ ਜਿਹੜਾ ਖੁਦ ਜਾਗਰਤ ਆ, ਜਿਹੜਾ ਆਪ ਭਜਨ ਬੰਦਗੀ ਵਾਲਾ ਮਹਾਂਪੁਰਖ ਆ। ਉਹ ਮਹਿਸੂਸ ਕਰਦਾ ਕਿ ਇਹ ਬੱਚਾ ਆਮ ਨਹੀਂ ਹੈ, ਇਹ ਬੜਾ ਚੜ੍ਹਦੀ ਕਲਾ ਵਾਲਾ ਉਹਦਾ ਸਰੂਪ ਆ ਕਰਤੇ ਦਾ। ਉਹ ਬੜਾ ਸਤਿਕਾਰ ਕਰਦਾ। ਬਾਬਾ ਮਰਦਾਨਾ ਬੜਾ ਪਿਆਰ ਕਰਦਾ ਆਪਣੇ ਦੋਸਤ ਨੂੰ, ਬਾਬਾ ਬਾਲਾ ਬੜਾ ਚਾਹੁੰਦਾ, ਬਾਲਾ ਸੰਧੂ, ਸਾਰੇ ਇਕੱਤਰ ਹੁੰਦੇ ਆ, ਇਕੱਠੇ ਰਹਿੰਦੇ ਆ। ਜਿਵੇਂ ਹਾਲਾਤ ਹੁੰਦੇ ਆ ਬਚਪਨ ਦੇ ਸਭ ਦੇ ਹੀ ਹੁੰਦੇ ਆ। ਤੁਸੀਂ ਦੇਖਦੇ ਹੋ ਕਿ ਕਿਵੇਂ ਬਾਬਾ ਜੀ ਪੜ੍ਹਨ ਜਾਂਦੇ ਆ ਪਾਦੇ ਦੇ, ਕਿੱਥੋਂ ਫਾਰਸੀ ਕਰਦੇ ਆ, ਕਿੱਥੋਂ ਅਰਬੀ, ਕਿੱਥੋਂ ਸਾਰੀਆਂ ਚੀਜ਼ਾਂ ਉਹ ਚੱਲਦੀਆਂ। ਕਿਵੇਂ ਬਾਬਾ ਜੀ ਦੇ ਜਨਮ ਵੇਲੇ ਪੰਡਿਤ ਹਰਦਿਆਲ ਪੱਤਰੀ ਬਣਾਉਂਦਾ ਤੇ ਉਹ ਦੱਸਦਾ ਕਿ ਮੈਂ ਧੰਨ ਭਾਗੀ ਹੋ ਗਿਆ ਕਿ ਮੈਂ ਵੀ ਆਪਣੀ ਜ਼ਿੰਦਗੀ 'ਚ ਇੱਕ ਐਸਾ ਮਹਾਂਪੁਰਸ਼, ਐਸਾ ਯੁੱਗ ਅਵਤਾਰ ਤੱਕ ਰਿਹਾ, ਮੈਂ ਜਿਉਂਦਾ ਹੋਵਾਂ ਉਸ ਵੇਲੇ ਜਦੋਂ ਨੂੰ ਇਹਦੀ ਚਮਕ ਆਉਣੀ ਆ। ਕਿਉਂਕਿ ਜਦੋਂ ਕੁੰਡਲੀ ਬਣਾਈ ਜਾਂਦੀ ਹੈ ਉਹਦੇ ਵਿੱਚ ਸਾਰਾ ਕੁਛ ਬਸਰਤੇ ਬਣਾਉਣ ਵਾਲਾ ਇਮਾਨਦਾਰ ਵਿਦਵਾਨ ਚਾਹੀਦਾ, ਸਭ ਕੁਛ ਪਤਾ ਲੱਗਦਾ, ਸਭ ਕੁਛ ਸਾਹਮਣੇ ਆ ਜਾਂਦਾ ਕਿ ਕਿਹੜੇ ਯੋਗ ਨੇ, ਕਿਹੜੇ ਨਛੱਤਰ ਨੇ, ਜ਼ਿੰਦਗੀ 'ਚ ਕੀ ਕੀ ਕਰਨਾ, ਉਹ ਸਾਰਾ ਕੁਛ ਸਾਹਮਣੇ ਪਿਆ ਹੁੰਦਾ। ਪਰ ਵੇਖਣ ਵਾਲਾ ਵਿਦਵਾਨ ਚਾਹੀਦਾ, ਸਾਧਕ ਚਾਹੀਦਾ। ਪੰਡਿਤ ਹਰਦਿਆਲ ਵਰਗਾ, ਉਹਨੇ ਬਚਨ ਕੀਤੇ ਕਿ ਜਗਤ ਨੂੰ ਤਾਰੂਗਾ ਇਹ ਬੱਚਾ। ਉਹਦੇ ਤੇ ਇਤਰਾਜ਼ ਵੀ ਰਿਹਾ ਬਾਬੇ ਮਹਿਤੇ ਕਾਲੂ ਨੂੰ ਕਿ ਤੂੰ ਤਾਂ ਕਹਿੰਦਾ ਸੀ ਜਗਤ ਨੂੰ ਤਾਰੂ, ਤਾਂ ਘਰ ਦੇ ਕਾਰਜ ਵੀ ਨਹੀਂ ਕਰਦਾ, ਕਿਉਂਕਿ ਅਲੱਗ ਮੱਤ ਹੁੰਦੀ ਆ। ਪਿਤਾ ਨੂੰ ਸਿਰਫ ਪੁੱਤ ਹੀ ਲੱਗਦਾ ਹੁੰਦਾ। ਉਹ ਸਮਾਂ ਆਉਂਦਾ ਕਿ ਉਹਨਾਂ ਸਾਧੂਆਂ ਨੂੰ ਝਲਕਾਰਾ ਪੈਂਦਾ ਕਿ ਜਾਓ ਰਾਏ ਭੋਏ ਦੀ ਤਲਵੰਡੀ ਵੱਲ, ਨੇੜੇ ਬੈਠ ਜਾਓ, ਵਿਧੀ ਬਣੂਗੀ ਤੇ ਉਹ ਖੁਦ ਆਊਗਾ। ਤੇ ਜਦੋਂ ਖੁਦ ਆਊਗਾ ਉਦੋਂ ਤੁਸੀਂ ਦਰਸ਼ਨ ਦਿਦਾਰੇ ਵੀ ਕਰ ਲੈਣੇ। ਤੇ ਜਿਹੜਾ ਇੱਕ ਮਰਜ਼ਾਦਾ ਸੰਸਾਰ ਦੀ ਕਿ ਨਿਰੰਕਾਰ ਦਾ ਜਿਹੜਾ ਸੂਤਰ ਆ ਉਹ ਮਿਲਦਾ ਹੀ ਗੁਰੂ ਤੋਂ ਆ। ਉਹ ਘਟਨਾ ਗੁਰ ਪ੍ਰਸਾਦ ਦੀ ਆ, ਗੁਰੂ ਧਾਰਨ ਕਰਨਾ ਹੀ ਪੈਂਦਾ। ਗੁਰੂ ਸਾਹਮਣੇ ਆਉਂਦਾ, ਗੁਰ ਪ੍ਰਸਾਦ ਦੀ ਘਟਨਾ ਘਟਦੀ ਹੈ, ਕਿਉਂਕਿ ਕਣ ਕਣ 'ਚੋਂ ਵਸਿਆ ਹੋਇਆ ਜਾਗਰਤ ਪੁਰਸ਼ ਰਾਹੀਂ ਗਾਹਾਂ ਵਾਪਰਦਾ। ਤਾਂ ਸਤਿਗੁਰੂ ਨਾਨਕ ਦਾ ਉਹ ਸਮਾਂ ਆਉਂਦਾ ਕਿ ਉਹ 20 ਰਜਤ ਬਣ ਲੈ ਕੇ, ਚਾਂਦੀ ਦੇ ਰੁਪਏ ਲੈ ਕੇ ਖਰਾ ਸੌਦਾ ਕਰਨ ਜਾਂਦੇ ਆ। ਤੇ ਰਸਤੇ ਵਿੱਚ ਉਹ ਸਾਧੂ ਬੈਠੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਸਾਖੀਆਂ 'ਚ ਦੋ ਕੁ ਗੱਲਾਂ ਕਹਿ ਕੇ ਟਾਲ ਦਿੰਦੇ ਆ ਕਿ ਭੁੱਖੇ ਸਾਧੂ ਸੀ। ਕਦੇ ਵੀ ਨਾ ਸੋਚਿਓ। 2-4 ਦਿਨ ਚਲੋ ਮੰਨ ਲਓ ਕਿ ਬਾਬੇ ਨਾਨਕ ਨੇ ਲੰਗਰ ਛਕਾਤਾ ਸੀ, ਫਿਰ ਪਿਛਲੀ ਜ਼ਿੰਦਗੀ ਜਿਹੜੀ ਐਡੀ ਉਮਰ ਸੀ ਉਹ ਕਿੱਥੋਂ ਖਾਂਦੇ ਸੀ, ਉਦੋਂ ਬਾਅਦ ਵੀ ਕਿੱਥੋਂ ਖਾਧਾ ਉਹਨਾਂ ਨੇ। ਉਹ ਨਿਰੰਕਾਰੀ ਸਾਧੂ ਸੀਗੇ ਜਿਨ੍ਹਾਂ ਦਾ ਇੰਤਜ਼ਾਮ ਨਿਰੰਕਾਰ ਖੁਦ ਕਰਦਾ। ਇਹ ਤੱਕ ਵਿਧੀ ਬਣਾਈ ਕਿ ਸਤਿਗੁਰੂ ਨਾਨਕ ਨੂੰ ਉਦੋਂ ਨੂੰ ਆਕਰਸ਼ਿਤ ਕੀਤਾ, ਕਿਉਂਕਿ ਮਰਜ਼ਾਦਾ ਸੰਸਾਰ ਦੀ ਇੱਕ ਸਾਹਮਣੇ ਬਲਾਸਟ ਨਹੀਂ ਹੋ ਸਕਦਾ ਇੱਕਦਮ ਕਿ ਕੌਣ ਕੌਣ ਹੈ। ਫਿਰ ਤਾਂ ਲੋਕ ਟੰਗਾ ਹੀ ਨਾ ਛੱਡਣ, ਫਿਰ ਤਾਂ ਉਹੀ ਚੁੰਬੜ ਜਾਣ ਜਿਨ੍ਹਾਂ ਨੂੰ ਪਤਾ ਲੱਗ ਜੇ ਕਿ ਇਹ ਬੰਦੇ ਦੇ ਵਿੱਚ ਆਹ ਤਾਕਤ ਆ, ਇਹ ਆਹ ਕਰ ਸਕਦਾ। ਜਿਉਂਦੇ ਜੀ ਤਾਂ ਬਾਬੇ ਨਾਨਕ ਨੂੰ ਵੀ ਝੱਲਾ ਕਹਿੰਦੇ ਰਹੇ, ਪਾਗਲ ਕਹਿੰਦੇ ਰਹੇ, ਡਲੇ ਵੀ ਮਾਰਦੇ ਰਹੇ। ਕੋਈ ਕਹੈ ਭੂਤਨਾ, ਕੋਈ ਕਹੈ ਬੇਤਾਲਾ, ਬਾਬੇ ਨੇ ਆਪ ਲਿਖਿਆ। ਜਿਉਂਦੇ ਜੀ ਨਹੀਂ ਪਤਾ ਲੱਗਦਾ, ਆਪਾਂ ਕਦਰਾਂ ਤਾਂ ਮਗਰੋਂ ਹੀ ਕਰਦੇ ਹਾਂ। ਜਦੋਂ ਕੋਈ ਰੂਹ ਚਲੀ ਜਾਂਦੀ ਹੈ ਨਾ, ਉਦੋਂ ਵੈਸੇ ਹੀ ਸੁਭਾਅ ਹੁੰਦਾ, ਕਿਉਂਕਿ ਜਿਉਂਦੇ ਜੀ ਸਾਡਾ ਹੰਕਾਰ ਕਿਸੇ ਅੱਗੇ ਸਾਨੂੰ ਝੁਕਣ ਹੀ ਨਹੀਂ ਦਿੰਦਾ। ਹੰਕਾਰ ਖੜ ਜਾਂਦਾ ਸਾਹਮਣੇ ਆ ਕੇ। ਜਦੋਂ ਸਰੀਰ ਨਹੀਂ ਰਹਿੰਦਾ, ਚਲਿਆ ਜਾਂਦਾ, ਹੰਕਾਰ ਨੂੰ ਕੋਈ ਦਿੱਕਤ ਨਹੀਂ। ਫਿਰ ਨਾ ਮੱਥਾ ਟੇਕਣ 'ਚ ਦਿੱਕਤ ਹੈ, ਨਾ ਸੇਵਾ ਕਰਨ 'ਚ ਦਿੱਕਤ ਹੈ। ਦਿੱਕਤ ਤਾਂ ਉਦੋਂ ਆ ਜਦੋਂ ਪਿਓ ਸਾਹਮਣੇ ਬੈਠਾ ਕਿ ਰੋਕੂਗਾ, ਟੋਕੂਗਾ, ਕੁਛ ਕਹੂਗਾ। ਉਹ ਹਉਮੈ ਨਹੀਂ ਚੱਲ ਸਕਦੀ। ਇਹੀ ਕਾਰਨ ਆ ਕਿ ਗਿਆਨ ਤੋਂ ਬਾਅਦ ਹੀ ਕਦਰਾਂ ਕਰਦੇ ਹਾਂ ਅਸੀਂ। ਤੇ ਗੁਰੂ ਨਾਨਕ ਸਾਹਿਬ ਜਾਂਦੇ ਆ ਤੇ ਉਹ ਸਤਿਪੁਰਸ਼ਾਂ ਨੂੰ ਅਨੁਭਵ ਹੁੰਦਾ ਕਿ ਆ ਗਿਆ ਉਹ ਨਾਨਕ ਨਿਰੰਕਾਰੀ। ਫਿਰ ਨਾਨਕ ਨੂੰ ਨਿਰੰਕਾਰੀ ਹੋਣ ਦਾ ਨਾਂ ਵੀ ਉਹਨਾਂ ਨੇ ਦਿੱਤਾ ਕਿ ਨਿਰੰਕਾਰੀ ਆ ਗਿਆ, ਖੁਦ ਆਪ ਮਾਲਕ, ਕਲਾ ਧਾਰ ਜਗ ਮੈਂ ਪਰਵਰਿਓ।
ਬੈਠੇ, ਗੱਲਬਾਤ ਕਰੀ। ਉਹ ਸਾਰਾ ਜੋ ਉਹਨਾਂ ਨੂੰ ਅਕਾਲ ਪੁਰਖ ਨੇ ਡਿਊਟੀ ਲਾਈ ਸੀ ਉਹਨਾਂ ਨੇ ਉਹ ਸਾਰੀ ਸੌਂਪੀ। ਉਹ ਸੂਤਰ, ਉਹ ਵਿੱਦਿਆ, ਉਹ ਸਾਰਾ ਕੁਛ ਜਿਹੜਾ ਇੱਕ ਦੇਣ ਦਾ ਫਰਜ਼ ਹੁੰਦਾ ਗੁਰੂ ਦਾ, ਉਹ ਗੁਰੂ ਨਾਨਕ ਦੀ ਝੋਲੀ ਪਿਆ ਉੱਥੇ। ਗੁਰੂ ਨਾਨਕ ਨੇ ਸੇਵਾ ਕੀਤੀ, ਦੋਨਾਂ ਨੇ, ਭਾਈ ਬਾਲਾ, ਮਰਦਾਨਾ, ਸਾਰੇ ਰਲ ਕੇ ਉੱਥੇ ਸੇਵਾ ਕਰਦੇ ਆ। ਲੰਗਰ ਤਿਆਰ ਕੀਤਾ, ਸਾਧੂਆਂ ਨੂੰ ਛਕਾਇਆ, ਸੰਗਤ ਕਰਦੇ ਰਹੇ। ਕੋਈ ਜ਼ਰੂਰੀ ਨਹੀਂ ਕਿ ਇੱਕ ਦਿਨ ਹੀ ਕੀਤਾ, ਚੌਮਾਸਾ ਕੱਟਿਆ ਉੱਥੇ ਸਾਧੂਆਂ ਨੇ। ਪਤਾ ਨਹੀਂ ਕਿੰਨਾ ਕੁ ਚਲੋ ਚੱਲਿਆ, ਗੱਲ ਤਾਂ ਇੱਕ ਦਿਨ ਦੀ ਕਰ ਲੈਂਦੇ ਆ ਅਸੀਂ। ਉਹ ਕਿੰਨੇ ਦਿਨ ਹੀ ਲੰਗਰ ਚੱਲਿਆ, ਕਿੰਨੇ ਦਿਨ ਹੀ ਸੰਗਤਾਂ ਹੁੰਦੀਆਂ ਰਹੀਆਂ। ਅਤੇ 20 ਰਜਤਪਣ ਦਾ ਤੁਸੀਂ ਲੰਗਰ ਸਮਝ ਸਕਦੇ ਹੋ ਕਿੰਨਾ ਕੁ ਹੋ ਸਕਦਾ। ਉਹਨਾਂ ਟਾਈਮਾਂ 'ਚ ਚਾਂਦੀ ਦਾ 1 ਰੁਪਈਆ ਜਿਹੜਾ ਅੱਜ ਵੀ ਡਾਲਰ ਤੋਂ ਉੱਪਰ ਦੀ ਹੈ। ਜੇ ਭਾਰਤ ਦੇ ਰੁਪਈਏ ਦੀ ਗੱਲ ਕਰੀਏ ਨਾ, ਡਾਲਰਾਂ ਡੂਲਰਾਂ ਤੋਂ ਉੱਤੋਂ ਦੀ ਅੱਜ ਵੀ, ਪਰ ਰੁਪਈਆ ਉਹ ਆ ਜਿਹੜਾ ਰਜਤਪਣ ਦਾ, ਆਹ ਨਹੀਂ ਅੱਜ ਵਾਲੇ। ਉਹ ਸਵਾਵਾਂ ਦੇ ਵਿੱਚੋਂ ਫਿਰ ਉਹ ਸੂਤਰ ਨਿਕਲਦੇ ਆ, ਉਹ ਸਾਰਾ ਕੁਝ ਝੋਲੀ ਪੈਂਦਾ। ਸੇਵਾ ਤੋਂ ਸ਼ੁਰੂ ਹੁੰਦਾ ਸਿੱਖ ਧਰਮ। ਅੱਗੇ ਬਾਬਾ ਜੀ ਖੁਦ ਰਵਾਬ ਚੱਕਦੇ ਆ। ਗਾਇਨ ਤੋਂ ਸ਼ੁਰੂ ਹੁੰਦਾ ਸਿੱਖ ਧਰਮ, ਗਾਇਕੀ ਤੋਂ ਸ਼ੁਰੂ ਹੁੰਦਾ, ਰਵਾਬ ਚੋਂ ਨਿਕਲਦਾ ਇਹ ਧਰਮ, ਰਵਾਬ ਦੀ ਤਾਰ ਚੋਂ ਨਿਕਲਦਾ। ਫਿਰ ਹੌਲੀ ਹੌਲੀ ਤਿਆਰੀ ਹੁੰਦੀ ਹੈ, ਵਾਪਸ ਆਉਂਦੇ ਆ। ਕੋਈ ਸੋਚ ਸਕਦਾ ਜਿੱਦੇ ਬਾਬਾ ਮਰਦਾਨਾ ਰਵਾਬ ਲੈ ਕੇ ਆਇਆ ਤੇ ਬਾਬਾ ਜੀ ਕਹਿੰਦੇ ਸੀ ਆਪਾਂ ਚੱਲਣਾ ਕਿਸੇ ਪਾਸੇ। ਅੱਜ ਤੋਂ 550 ਸਾਲ ਪਹਿਲਾਂ ਕੋਈ ਸੋਚ ਸਕਦਾ ਕਿ 2 ਸਾਧੂ ਜਿਹੜੇ ਬੈਠੇ ਗੱਲ ਕਰ ਰਹੇ ਆਪਾਂ ਉਦਾਸੀਆਂ ਤੇ ਜਾਣਾ ਤੇ ਐਡਾ ਵੱਡਾ ਧਰਮ ਖੜਾ ਕਰ ਦੇਣਗੇ, ਜਿਨ੍ਹਾਂ ਦੇ ਲੰਗਰਾਂ ਦੀਆਂ ਗੱਲਾਂ ਆਲ ਵਰਲਡ 'ਚ ਹੋਣਗੀਆਂ। ਧਾਂਕ ਪਊਗੀ, ਧਾਂਕ। ਮੌਤ ਨੂੰ ਟਿਚਰਾਂ ਕਰ ਦੇਣਗੇ, ਟਿਚਰਾਂ। ਕਿਉਂਕਿ ਗੁਰੂ ਨਾਨਕ ਨੇ ਇਹ ਗੱਲ ਦਾ ਅਹਿਸਾਸ ਸਿੱਖ ਨੂੰ ਕਰਾਇਆ ਕਿ ਤੂੰ ਇੱਕ ਓਂਕਾਰ ਦੀ ਅੰਸ਼ ਹੈ, ਤੂੰ ਇਹ ਸੰਸਾਰ 'ਚ ਆਉਣ ਤੋਂ ਪਹਿਲਾਂ ਵੀ ਸੈਂ, ਤੂੰ ਨਿਰੰਕਾਰ ਦਾ ਰੂਪ ਹੈ, ਤੂੰ ਉਹੀ ਆ। ਆਹ ਸਰੀਰ ਲਿਆ ਤੂੰ ਮਾਤਾ ਪਿਤਾ ਤੋਂ, ਤੇ ਜਦੋਂ ਇਹ ਨਾ ਰਿਹਾ, ਕਿਸੇ ਕਾਰਨ ਵੀ ਬੇਸ਼ੱਕ ਨਾ ਰਹੇ, ਕੋਈ ਐਕਸੀਡੈਂਟ ਹੋਵੇ, ਕੋਈ ਗੋਲੀ ਮਾਰ ਜੇ, ਕੋਈ ਕੁਛ ਕਰ ਜੇ, ਇਹ ਬੋਡੀ ਡਿੱਗ ਪੈਣੀ ਆ, ਤੂੰ ਕਾਇਮ ਰਹਿਣਾ। ਇਹ ਗੱਲ ਅੱਜ ਸਿੱਖ ਕੌਮ ਦੇ ਖੂਨ 'ਚ ਆ। ਇਹੀ ਗੱਲ ਸਭ ਨੂੰ ਚੁੱਭਦੀ ਆ, ਇਹ ਗੱਲ ਹੀ ਵੱਡੀ ਆ। ਇਹੀ ਕਾਰਨ ਹੈ ਕਿ ਜਦੋਂ ਲੋਕ ਸਕੇ ਮਾਂ ਪਿਓ ਨੂੰ ਛੱਡ ਭੱਜਦੇ ਸੀ, ਪੁੱਤਾਂ ਨੂੰ ਮਾਵਾਂ ਛੱਡ ਕੇ ਭੱਜਦੀਆਂ ਸੀ, ਕਰੋਨੇ ਕਾਲ ਦੌਰਾਨ ਗੁਰਸਿੱਖਾਂ ਨੇ ਜਾ ਉਹਨਾਂ ਦੇ ਵੀ ਸੰਸਕਾਰ ਕੀਤੇ। ਕੀ ਆ ਇਹਨਾਂ 'ਚ? ਇਹੀ ਸਪਿਰਿਟ ਆ ਬਾਬੇ ਦਾ, ਜਿਹੜਾ ਉਹਨੇ ਬਖਸ਼ਿਸ਼ ਕੀਤਾ ਹੋਇਆ। ਜਿਹਨੇ ਵੀ ਚੱਕ ਕੇ ਜਪਜੀ ਸਾਹਿਬ ਪੜ੍ਹ ਲਿਆ ਨਾ, ਬੇਸ਼ੱਕ ਨਾ ਪੂਰੀ ਜਾਗਰਤੀ ਆਵੇ, ਨਾ ਬਹੁਤੀਆਂ ਗੱਲਾਂ ਪਤਾ ਲੱਗਣ, ਕਿਉਂਕਿ ਧਿਆਨ ਸਾਡਾ ਕਬੀਲਦਾਰੀਆਂ 'ਚ ਵੀ ਹੈ, ਹੋਰ ਰਿਸ਼ਤਿਆਂ 'ਚ ਵੀ ਹੈ, ਕੁਛ ਨਾ ਪਤਾ ਲੱਗੇ, ਪਰ ਜਪਜੀ ਸਾਹਿਬ ਜਿਹਦੇ ਕੋਲ ਆ ਨਾ, ਗੇੜੇ ਨਹੀਂ ਖਾਊਗਾ। ਜਿੰਨਾ ਚਿਰ ਨਹੀਂ ਜਾਗਦਾ ਜਨਮ ਚੰਗੇ ਥਾਵਾਂ 'ਤੇ ਮਿਲੂਗਾ, ਜਿੰਨਾ ਚਿਰ ਨਹੀਂ ਜਾਗਦਾ ਜਨਮ ਜਾਗਰਤੀ ਵਾਲੇ ਥਾਵਾਂ 'ਤੇ ਮਿਲੂਗਾ। ਕੋਈ ਨਾ ਕੋਈ ਸਾਧੂ, ਕੋਈ ਨਾ ਕੋਈ ਪੁਰਸ਼ ਟੱਕਰਦਾ ਹੀ ਰਹਿਣਾ ਉਹਨੂੰ ਕਿ ਜਾਗ ਓਏ ਜਾਗ, ਗੁਰ ਪ੍ਰਸ਼ਾਦ ਹੈ, ਇਹ ਗੁਰ ਪ੍ਰਸ਼ਾਦ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਨਾਲ ਗੁਰਦੁਆਰਾ ਜੁੜ ਗਿਆ, ਕਿ ਗੁਰੂ ਦੁਆਰ, ਗੁਰੂ ਦੇ ਵਿੱਚ ਦੀ ਕੋਲ ਦੀ ਲੰਘੇ ਬਿਨਾਂ ਦੁਆਰਾ ਨਹੀਂ ਮਿਲਦਾ ਨਿਰੰਕਾਰ ਦਾ। ਇਹ ਗੁਰੂਆਂ ਦਾ ਧਰਮ ਹੈ, ਇਹ 10 ਗੁਰੂਆਂ ਦਾ ਧਰਮ ਹੈ। ਸਾਧੂ ਦੀ ਸੰਗਤ ਕਰਨੀ ਪੈਣੀ ਹੈ, ਸੰਤਾਂ ਦੇ ਚਰਨਾਂ 'ਚ ਪਾਣੀ ਪੱਖਾ ਫੇਰਨਾ ਪੈਣਾ, ਢੋਣਾ ਪੈਣਾ, ਸੇਵਾ ਕਰਨੀ ਪੈਣੀ ਹੈ। ਬਿਨਾਂ ਸੇਵਾ ਕੀਤੇ, ਬਿਨਾਂ ਝੁਕੇ, ਬਿਨਾਂ ਚਰਨਾ ਚਾਹੇ, ਕੱਲੀ ਮੈਂ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ। ਖੁਦ ਵੀ ਤਪਦਾ ਹੈ, ਪਰਿਵਾਰ ਨੂੰ ਵੀ ਤਪਾਉਂਦਾ ਹੈ, ਤੇ ਆਂਢੀਆਂ ਗਵਾਂਢੀਆਂ ਨੂੰ ਵੀ ਤਪਾਉਂਦਾ ਹੈ, ਤੇ ਕਈ ਵਾਰ ਤਾਂ ਪੂਰੇ ਦੇਸ਼ ਨੂੰ ਤਪਾਉਂਦਾ ਇਹੋ ਜਿਹਾ ਬੰਦਾ। ਕਿਉਂਕਿ ਜਿੰਨਾ ਚਿਰ ਝੁਕਦਾ ਨਹੀਂ, ਜਿਹੜੇ ਪਾਤਸ਼ਾਹ ਨੇ ਖੰਡੇ ਦੀ ਪੌਲ ਸੁਕਾਈ, ਘੱਟੋ ਘੱਟ ਇਕੱਲੇ ਜਾਪ ਸਾਹਿਬ 'ਚ 1100 ਵਾਰੀ ਨਮਸਕਾਰ ਕੀਤੀ ਆ, ਨਮੋ 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 ਨਮੋ। ਤੇ ਕਹਿੰਦੇ ਕਿ ਅੱਜ ਕੱਲ੍ਹ ਕਹਿੰਦੇ ਝੁਕਣਾ ਹੀ ਨਹੀਂ, ਝੁਕਣ ਨੂੰ ਤਾਂ ਕਿਹਾ ਹੀ ਨਹੀਂ। ਪੂਰਾ ਗੁਰੂ ਗ੍ਰੰਥ ਸਾਹਿਬ, ਸਾਰੀ ਬਾਣੀ ਕਹਿੰਦੀ ਹੈ ਕਿ ਮਿੱਤਰਾ ਝੁਕੇ ਬਿਨਾਂ ਗੱਲ ਨਹੀਂ ਬਣਦੀ। ਗੁਰੂ ਚਰਨਾਂ 'ਚ ਆਉਣਾ ਪੈਣਾ, ਪਾਣੀ ਪੱਖਾ ਢੋਣਾ ਪੈਣਾ, ਸਿਮਰਨ ਕਰਨਾ ਪੈਣਾ, ਬੈਠਣਾ ਪੈਣਾ ਚੌਂਕੜੇ ਲਾ ਕੇ, ਵੇਖਣਾ ਪੈਣਾ ਆਪਣੇ ਆਉਂਦੇ ਜਾਂਦੇ ਸਵਾਸਾਂ ਨੂੰ। ਇਹ ਪਵਨ ਗੁਰੂ ਆ ਜਿਹੜਾ ਸ਼ਬਦ ਗੁਰੂ ਤੱਕ ਲੈ ਕੇ ਜਾਂਦਾ, ਜਿਹੜਾ ਉਹਦੇ ਨਾਲ ਇੱਕ ਮਿੱਕਤਾ ਕਰ ਦਿੰਦਾ। ਆਓ ਸਾਂਝਾਂ ਪਾਈਏ ਉਸ ਬਾਕ ਦੀਆਂ ਜਿਹੜਾ ਅੱਜ ਆਪਾਂ ਨੂੰ ਮਿਲਿਆ, ਕਿਉਂਕਿ ਇਹ ਦੱਸਣਾ ਜ਼ਰੂਰੀ ਸੀ ਕਿ ਇੱਕ ਓਂਕਾਰ ਕਿਹਾ ਕਿਉਂ। ਕਿਉਂਕਿ ਪੂਰੇ ਭਾਰਤ ਵਰਸ ਦੇ ਲੋਕ ਓਮ ਕਹਿੰਦੇ ਸੀ ਕਿ 3 ਤਾਕਤਾਂ
ਜਿਹੜੀਆਂ ਸੰਸਾਰ ਨੂੰ ਚਲਾਉਂਦੀਆਂ, ਜਿਹਨੂੰ ਬਾਬੇ ਨੇ ਕਿਹਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ। ਜਿਹੜੀ ਉਹ ਮਾਂ, ਜਿਹੜੀ ਨੈਗੇਟਿਵ ਸ਼ਕਤੀ ਆ, ਉਹ ਜੁਗਤ ਦੇ ਵਿੱਚ, ਯਾਨੀ ਜਿਹਨੂੰ ਬਾਬਾ ਜੀ ਕਹਿੰਦੇ ਬੁੱਝ ਲਾ ਨਿਜਮ ਨੂੰ ਹੁਕਮ, ਉਹ ਹੁਕਮ ਦੇ ਵਿੱਚ ਵਿਆਹੀ ਗਈ। ਏਕਾ ਮਾਈ ਜੁਗਤ ਵਿਆਈ, ਜੀ ਤੋਂ ਫਿਰ ਤਿੰਨ ਚੇਲੇ ਪੈਦਾ ਹੋਏ, ਜਿਹਨੂੰ ਬ੍ਰਹਮਾ ਵਿਸ਼ਨ ਮਹੇਸ਼ ਦਾ ਨਾਂ ਦਿੱਤਾ। ਜਾਣੀ ਉਸ ਵੱਡੀ ਤਾਕਤ ਚੋਂ ਇਹ ਤਿੰਨ ਤਾਕਤਾਂ ਨਿਕਲਦੀਆਂ, ਜਿਹਨੂੰ ਅੱਜ ਵਿਗਿਆਨ ਨੇ ਵੀ ਜਾ ਹੱਥ ਪਾਇਆ, ਬੜਾ ਨੇੜੇ ਪਹੁੰਚ ਗਿਆ ਆਇਨਸਟੀਨ, ਜਿਹਨੂੰ ਕਿਹਾ ਕਿ ਇਹ ਇਲੈਕਟ੍ਰੋਨ ਨਿਊਟਰੋਨ ਪੋਜ਼ਿਟਰੋਨ ਤਿੰਨ ਤਾਕਤਾਂ, ਤੇ ਇਹਨਾਂ ਦੇ ਪਿੱਛੇ ਇੱਕ ਮੇਨ ਤਾਕਤ ਆ ਜਿਹਨੂੰ ਨਾਂ ਹੀ ਨਹੀਂ ਦਿੱਤਾ ਜਾ ਸਕਦਾ, ਉਹਨੂੰ ਬਿੰਗ ਬੈਗ ਦੀ ਥਿਉਰੀ ਕਹਿਤਾ, ਉਹਦਾ ਕੋਈ ਨਾਂ ਹੀ ਨਹੀਂ। ਉਸੇ ਨੂੰ ਕਰਤਾ ਪੁਰਖ ਕਿਹਾ ਸਤਿਗੁਰਾਂ ਨੇ, ਜਿਹੜਾ ਖੰਡਾਂ ਬ੍ਰਹਮੰਡਾਂ ਦਾ ਸਿਰਜਣਹਾਰ ਆ। ਤੇ ਉਹਦੀ ਜਿਹੜੀ ਟੋਨ ਆ, ਜਿਹੜੀ ਉਹਦੀ ਆਵਾਜ਼ ਆ ਰਹੀ ਆ ਸਾਡੇ ਅੰਦਰੋਂ, ਜਦੋਂ ਅਸੀਂ ਬਹਿੰਦੇ ਹਾਂ ਸਾਨੂੰ ਖੁਦ ਅਨੁਭਵ ਕਰੋ, ਲੋੜ ਹੀ ਨਹੀਂ ਕਿਸੇ ਦੀਆਂ ਗੱਲਾਂ ਚਾਉਣ ਦੀ। ਲਾ ਕੇ ਦੇਖੋ 3 ਕੁ ਮਹੀਨੇ ਆਪਣੇ ਆਪੇ ਤੇ, ਸਰੀਰ ਦੀ ਕਰੋ ਸੇਵਾ ਚੱਜ ਨਾਲ, ਇਹਦਾ ਕਰੋ ਸਤਿਕਾਰ, ਇਹਨੂੰ ਹਰਮੰਦਰ ਮੰਨ ਕੇ ਬਹਿ ਜਾਓ ਆਪਦੇ ਘਰੇ ਜਿੱਥੇ ਹੈਗੇ ਹੋ, ਕਰੋ ਕੰਮ ਧੰਦਾ, ਕਰੋ ਕਿਰਤ ਬਿਰਤ ਕਰੋ, ਬਾਕੀ ਦਾ ਟਾਈਮ ਇਹਦੇ 'ਤੇ ਲਾ ਦਿਓ, ਬਾਕੀ ਦੀਆਂ ਖਬਰਾਂ, ਬਾਕੀ ਦੇ ਅਖਬਾਰ, ਬਾਕੀ ਦੇ ਸੀਰੀਅਲ 3 ਮਹੀਨਿਆਂ ਲਈ ਪਾਸੇ ਕਰ ਦਿਓ। ਜਦੋਂ ਹੀ ਟਾਈਮ ਲੱਗਦਾ ਬਹਿ ਜਾਓ ਚੌਂਕੜਾ ਲਾ ਕੇ, ਆਉਂਦੇ ਜਾਂਦੇ ਸਵਾਸਾਂ ਨੂੰ, ਸਵਾਸ ਅੰਦਰ ਗਿਆ ਸਵਾਸ ਬਾਹਰ ਆਇਆ, ਇੰਨੀ ਗਰੀ ਕਰਨੀ ਹੈ ਕਿ ਹੇ ਗੁਰੂ ਪਵਨ ਗੁਰੂ ਮੇਰੀ ਆ ਸੇਵਾ ਪ੍ਰਵਾਨ ਕਰ, ਮੇਰੀ ਸੁਰਤ ਤੇਰੇ ਚਰਨਾਂ 'ਚ ਹੈ, ਮੇਰੀ ਸੁਰਤ ਤੇਰੇ ਚਰਨਾਂ 'ਚ ਹੈ। ਇੰਨਾ ਹੀ ਕਰ ਦਿਓ। 3 ਮਹੀਨਿਆਂ 'ਚ ਆਪ ਅਨੁਭਵ ਹੋਣ ਲੱਗ ਜਾਣਾ ਕਿ ਉਹਦੀ ਸਾਊਂਡ ਆਉਂਦੀ ਕਿਵੇਂ ਆ, ਉਹ ਅੰਦਰੋਂ ਸੁਣਦਾ ਕਿਵੇਂ ਆ, ਉਹ ਅਣਹਦ ਨਾਦ, ਉਹ ਪੰਜ ਸ਼ਬਦ ਕਿਵੇਂ ਸੁਣਦੇ ਆ, ਕਿਵੇਂ ਸਾਨੂੰ ਨਿਰੰਕਾਰ ਦੇ ਦਰ ਲੈ ਕੇ ਜਾਂਦੇ ਆ। ਤੇ ਦੂਜਾ ਵੱਡਾ ਧਰਮ ਸੀ ਉਸ ਵੇਲੇ ਦਾ ਮੁਸਲਿਮ, ਜਿਹੜਾ ਕਹਿੰਦਾ ਸੀ ਕਿ ਉਹ ਇੱਕ ਹੈ, ਪਰ ਦੋਨੇ ਲੜਦੇ ਸੀ। ਦੋਨਾਂ ਦਾ ਜਨਮ ਦਾ ਟਾਈਮ ਇਹੋ ਜਿਹੇ ਹਿਸਾਬ ਨਾਲ ਅਲੱਗ-ਅਲੱਗ ਫਰਕ ਹੈ ਕਿ ਇਕੱਠੇ ਹੋ ਵੀ ਨਹੀਂ ਸਕਦੇ ਜ਼ਿੰਦਗੀ 'ਚ। ਇਹ ਵੀ ਇੱਕ ਵਿਧਾਨ ਆ ਕਰਤੇ ਦਾ ਕਿ ਜਦੋਂ ਸਨਾਤਨ ਦਾ ਉਦੈ ਹੁੰਦਾ ਹੈ, ਉਦੋਂ ਦੁਨੀਆ ਦੇ ਚੱਕਰ ਦੇ ਵਿੱਚ ਬ੍ਰਹਸਪਤ ਦਾ ਪਹਿਰਾ ਸੀ, ਗੁਰੂ ਦਾ ਪਹਿਰਾ ਸੀ। ਇਸ ਕਰਕੇ ਬਾਹਲੀ ਗੱਲ ਹੀ ਇਕੱਲੇ ਗੁਰੂ ਦੀ ਹੈ, ਉਹ ਇੱਕ ਸਿਸਟਮ ਹੀ ਅਲੱਗ ਹੈ। ਤੇ ਜਦੋਂ ਹੋਇਆ ਮੁਸਲਿਮ ਧਰਮ ਉਦੈ, ਉਦੋਂ ਸੰਸਾਰ ਚੱਕਰ ਦੇ ਵਿੱਚ ਸ਼ਨੀ ਦਾ ਪਹਿਰਾ ਚੱਲ ਰਿਹਾ, ਤੇ ਦੋਨੇ ਹੀ ਵਿਰੋਧੀ ਆ। ਕਿੰਨਾ ਪਿਆਰ ਕਰਨਾ ਚਾਹਣ, ਕਿੰਨਾ ਨੇੜੇ ਆਉਣਾ ਚਾਹਣ, ਨਹੀਂ ਆ ਸਕਦੇ। ਦੋ ਤਾਕਤਾਂ ਦੇ ਵਿੱਚ ਵੱਜੇ ਹੋਏ ਨੇ, ਇੱਕ ਤਾਕਤ ਹੋਰ ਤਰ੍ਹਾਂ ਦੀ ਆ, ਦੂਸਰੀ ਹੋਰ ਤਰ੍ਹਾਂ ਦੀ ਆ। ਨਾ ਦੂਜਾ ਝੁਕੇ ਨਾ ਝਿਪੇ, ਇਹ ਆਈ ਚੱਲਦਾ ਰਹਿਣਾ, ਇਹ ਵਿਧਾਨ ਹੈ। ਜਦੋਂ ਕੋਈ ਚੀਜ਼ ਉਦੈ ਹੁੰਦੀ ਆ, ਉਹਦੇ 'ਤੇ ਅਸਰ ਹੁੰਦਾ ਕੁਦਰਤ ਦੀ ਪ੍ਰੈਜੈਂਸ ਦਾ, ਪਰਮਾਤਮਾ ਦਾ ਜਿਹੜਾ ਚੱਲ ਰਿਹਾ ਸਿਸਟਮ, ਉਹਦਾ ਅਸਰ ਪੈਂਦਾ। ਉਹ ਅਸਰ ਦਿੰਦਾ ਸਾਰੀ ਜ਼ਿੰਦਗੀ 'ਚ, ਆਉਣ ਵਾਲੇ ਸਮਿਆਂ 'ਚ ਸਭ ਕੁਝ ਦਿਖਦਾ। ਇਹ ਬਹੁਤ ਵੱਡੀਆਂ ਵਿਦਿਆਵਾਂ ਜਿਹੜੀਆਂ ਸਾਨੂੰ ਪੜ੍ਹਨੀਆਂ ਵੀ ਚਾਹੀਦੀਆਂ, ਸਾਨੂੰ ਅਧਿਐਨ ਵੀ ਕਰਨੇ ਚਾਹੀਦੇ ਆ, ਸਾਨੂੰ ਪਤਾ ਲੱਗੇ ਸਾਡਾ ਆਯੁਰਵੈਦ ਕੀ ਆ, ਸਾਡੇ ਇਹ ਸਾਰੀਆਂ ਵਿਦਿਆਵਾਂ ਕੀ ਆ। ਤਾਂ ਸਤਿਗੁਰਾਂ ਨੇ ਦੋਨਾਂ ਨੂੰ ਕਿਹਾ ਕਿ ਗੱਲ ਇੱਕੋ ਹੀ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਇੱਕ ਓੰਕਾਰ। ਉਹ ਇੱਕ ਵੀ ਆ, ਉਹ ਓਮ ਵੀ ਆ। ਉਹ 3 ਤਾਕਤਾਂ ਵੀ ਆ, ਤਿੰਨਾਂ ਤੋਂ ਪਹਿਲਾਂ ਇੱਕ ਵੀ ਆ। ਪਰ ਉਹ ਇੱਕ ਤਾਕਤ ਤਿੰਨਾਂ ਦਾ ਵਿਰੋਧ ਕਰਦੇ ਕਰਦੇ, ਮੰਦਰਾਂ ਦਾ ਵਿਰੋਧ, ਮੂਰਤੀ ਪੂਜਾ ਦਾ ਵਿਰੋਧ, ਹੋਰ ਚੀਜ਼ਾਂ ਕੰਨੀ ਚੱਲ ਪਈ ਜ਼ਿੰਦਗੀ। ਇਹ ਪੱਖ ਹੀ ਖੁੰਝ ਗਿਆ ਕਿ ਉਹ ਜਿਹੜਾ ਇੱਕ ਆ ਉਸੇ ਦਾ ਰੂਪ ਹੀ ਉਹ ਤਿੰਨੇ ਨੇ। ਇਹ ਗੱਲ ਹੀ ਨਹੀਂ ਸੰਕਲਪ ਆਇਆ। ਤੇ ਇਸੇ ਕਰਕੇ ਗੁਰੂ ਨਾਨਕ ਨੂੰ ਸਾਂਝਾ ਰਹਿਬਰ ਮੰਨਿਆ ਜਾਂਦਾ। ਉਹਨੂੰ ਮੁਸਲਮਾਨ ਵੀ ਪੀਰ ਕਹਿੰਦੇ ਆ ਤੇ ਹਿੰਦੂ ਵੀ ਉਹਨੂੰ ਗੁਰੂ ਕਹਿੰਦੇ ਆ। ਇਹੀ ਕਾਰਨ ਹੈ ਕਿ ਸਿੱਖ ਧਰਮ ਆ ਜਿਹੜਾ ਇਨਸਾਨੀਅਤ ਦਾ ਧਰਮ ਹੈ, ਇਹਦੇ 'ਚ ਹਿੰਦੂ ਵੀ ਆ ਸਕਦਾ ਹੈ, ਮੁਸਲਿਮ ਵੀ ਆ ਸਕਦਾ ਹੈ, ਸਿੱਖ ਵੀ ਆ ਸਕਦਾ ਹੈ, ਈਸਾਈ ਵੀ ਆ ਸਕਦਾ ਹੈ, ਬੋਧੀ ਜੈਨੀ ਕੋਈ ਵੀ ਆ ਸਕਦਾ, ਕਿਉਂਕਿ ਪਰੰਪਰਾ ਹੀ ਇੰਨੀ ਖੁੱਲ੍ਹੀ ਹੈ, ਨਿਯਮ ਹੀ ਇੰਨੇ ਖੁੱਲ੍ਹੇ ਡੁੱਲੇ ਨੇ ਕਿ ਆਪਣੇ ਆਪ ਨੂੰ ਪਰਮਾਤਮਾ ਦਾ ਬੱਚਾ ਜਾਣ, ਸਰੀਰ ਨੂੰ ਹਰਮੰਦਰ ਜਾਣ, ਆਉਂਦੇ ਜਾਂਦੇ ਸਵਾਸਾਂ ਦਾ ਧਿਆਨ ਧਰ। ਪਵਨ ਗੁਰੂ ਆ, ਪਾਣੀ ਪਿਤਾ ਪੂਰੇ ਸੰਸਾਰ ਦਾ, ਪਵਨ ਪੂਰੇ ਸੰਸਾਰ ਦਾ ਗੁਰੂ ਆ। ਪਹਿਲੇ ਦਿਨ ਤੋਂ ਹਰ ਇੱਕ ਦੇ ਸ਼ੁਰੂ ਹੋ ਜਾਂਦਾ, ਕੋਈ ਮੁਸਲਿਮ ਹੋਵੇ, ਹਿੰਦੂ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਇਸ ਗੁਰੂ ਤੋਂ ਬਿਨਾਂ ਨਹੀਂ ਚੱਲ ਸਕਦਾ ਇੱਕ ਕਦਮ ਵੀ। ਇਹੀ ਇੱਕ ਗੁਰੂ ਆ। ਦੂਜਾ ਜਿਹੜਾ ਸੱਚਾ ਪਿਤਾ ਹੈ ਉਹ ਪਾਣੀ ਆ, ਉਹ ਤੋਂ ਬਿਨਾਂ ਵੀ ਨਹੀਂ ਚੱਲ ਸਕਦੇ ਤੁਸੀਂ। ਤੀਜੀ ਜਿਹੜੀ ਮਾਤਾ, ਉਹ ਤੋਂ ਬਿਨਾਂ ਤਾਂ ਪੈਦਾ ਹੋ ਹੀ ਨਹੀਂ ਸਕਦੇ, ਨਾ ਇੱਥੇ ਰਹਿ ਸਕਦੇ ਆ। ਇਹਦੇ ਅਧੀਨ ਹੀ ਅਸੀਂ ਚੱਲ ਰਿਹਾ ਸਾਰਾ ਸਿਸਟਮ ਹੈ ਜੋ ਸਾਨੂੰ ਲਿਖ ਕੇ ਦਿੱਤਾ। ਜਦੋਂ ਇਸ ਤਰੀਕੇ ਨਾਲ ਸਮਝਾਂਗੇ ਤਾਂ ਸਾਨੂੰ ਗੁਰੂ ਨਾਨਕ ਦੀ ਸਮਝ ਆਊਗੀ, ਉਹਦੀ ਬਾਣੀ ਦੀ ਸਮਝ ਆਊਗੀ। ਤਾਂ ਗੁਰੂ ਨਾਨਕ ਕਹਿੰਦੇ ਜਿਹੜੀ ਓਂਕਾਰ ਦੀ ਧੁਨ ਹੈ, ਜਿਹੜੀ ਅੰਦਰੋਂ ਸੁਣਨ ਲੱਗ ਜਾਂਦੀ ਹੈ ਅਣਹਦ ਨਾਦ ਦੇ ਰੂਪ 'ਚ, ਜਿਹੜੀ ਤਾਕਤ ਬਹੁਤ ਵੱਡੀ ਹੈ,
ਜਿਹਦੇ ਵਰਗੀ ਹੋਰ ਕੋਈ ਤਾਕਤ ਨਹੀਂ ਦੁਨੀਆ ਤੋਂ, ਇੱਕੋ ਹੀ ਆ। ਜਿਹੜਾ ਕੁਝ ਵੀ ਉਹਦੇ ਚੋਂ ਤਿੰਨੇ ਪੈਦਾ ਹੁੰਦੇ ਨੇ, ਉਹਨਾਂ ਤਿੰਨਾਂ ਚੋਂ ਹਜ਼ਾਰਾਂ ਲੱਖਾਂ ਪੈਦਾ ਹੁੰਦੇ ਆ, ਉਹ ਇੱਕ ਤੇ ਜਾ ਕੇ ਰੁਕਦੇ ਆ। ਉਹ ਇੱਕ ਮਾਲਕ ਆਪ ਹੈ ਤੇ ਉਹਦਾ ਬਰਾਬਰਤਾ ਵਾਲਾ ਕੋਈ ਨਹੀਂ। ਜਦੋਂ ਇੱਕ ਨੂੰ ਸਮਝ ਕੇ ਅਰਥ ਕਰੋਗੇ, ਅਰਥ ਹੀ ਹੋਰ ਹੋ ਜਾਣੇ ਆ। ਤਾਂ ਸਤਿਗੁਰੂ ਕਹਿੰਦੇ ਉਹ ਇੱਕ ਓਂਕਾਰ ਸਤਨਾਮ। ਦੁਨੀਆ ਤੇ ਜਿਹੜਾ ਨਾਮ ਆਣਾ ਸੱਚਾ ਉਹ ਓਂਕਾਰ ਹੈ। ਦੂਜੀਆਂ ਜਿੰਨੀਆਂ ਵੀ ਧੁਨੀਆਂ ਉਹਦੀਆਂ ਸਹਾਇਕ ਧੁਨੀਆਂ, ਉਹਨੂੰ ਤੁਸੀਂ ਕਿਸੇ ਪਾਸੋਂ ਲਿਆਓ, ਉਧਰ ਨੂੰ ਆਈ ਜਾਣੀਆਂ ਆਪੇ। ਕੋਈ ਹੌਲੀ ਆ ਜੂ, ਕੋਈ ਬਾਅਦ 'ਚ ਆ ਜੂ, ਕਨਵਰਟ ਹੁੰਦੀਆਂ ਜਾਣੀਆਂ। ਪਰ ਜਿਹੜੀ ਸਾਸਵਤ ਧੁਨੀਆਂ ਓਂਕਾਰ ਹੈ, ਜਿਹਨੂੰ ਕੋਈ ਨਾ ਬਦਲ ਸਕਦਾ, ਨਾ ਕਿਸੇ ਨੇ ਬਦਲਿਆ। ਵਿਗਿਆਨ ਵੀ ਅੱਜ ਕਹਿੰਦਾ ਕਿ ਉੱਥੋਂ ਜਿਹੜੀ ਸਾਊਂਡ ਆ ਰਹੀ ਹੈ, ਅੰਤਮ ਸਾਊਂਡ ਆ, ਉਹ ਇਹੀ ਹੈ। ਝਣਕਾਰ ਪੈਂਦੀ ਆ ਓਂਕਾਰ ਦੀ, ਓਂਕਾਰ ਓਂਕਾਰ ਹੁੰਦਾ। ਤੇ ਉਹਨੂੰ ਅਸੀਂ ਜਾਣੀਏ। ਮਹਾਰਾਜ ਕਹਿੰਦੇ ਇੱਕ ਓਂਕਾਰ ਸਤਨਾਮ, ਉਹ ਸੱਚਾ ਨਾਮ ਇੱਕੋ ਹੀ ਹੈ। ਅਸੀਂ ਉਹਦੀ ਨੇੜਤਾ 'ਚ ਜਾਣਾ। ਅਸੀਂ ਉਹ ਇੱਕ ਤੋਂ ਅਨੇਕਤਾ ਵੱਲ ਆਏ ਹਾਂ, ਕਿਉਂਕਿ ਇਹ ਸਾਰਾ ਸੰਸਾਰ ਸ਼ਿਵ ਸ਼ਕਤੀ ਦਾ ਖੇਲ ਆ। ਸ਼ਕਤੀ ਕੀ ਆ? ਮਾਂ ਪ੍ਰਕਿਰਤੀ, ਜਿਹਨੂੰ ਆਦਿ ਭਗਵਤੀ ਵੀ ਕਿਹਾ, ਜਿਹੜੀ ਸਾਨੂੰ ਦੀਂਦੀ ਆ, ਚਾਰ ਸਪੇਰੇ ਆ, ਬ੍ਰਹਮੰਡ ਦਾ ਰੂਪ ਆ, ਧਰਤੀ ਆ, ਜਿੰਨੇ ਬਣੇ ਵੇ ਸਿਸਟਮ ਹੈ, ਇਹ ਮਾਂ ਦੇ ਹਿੱਸੇ ਆਉਂਦੇ ਆ, ਪ੍ਰਕਿਰਤੀ ਦੇ। ਜਿਹੜੀ ਦਿਸਦੀ ਆ, ਜਿਹਨੂੰ ਅਸੀਂ ਮਾਇਆ ਕਹਿੰਦੇ ਆ, ਇਹ ਮਾਂ। ਦੂਸਰਾ ਹਿੱਸਾ ਜਿਹੜਾ ਹੈਗਾ ਦਿਸਦਾ ਨਹੀਂ, ਨਿਰਾਕਾਰ ਆ, ਉਹ ਸ਼ਿਵ ਹੈ, ਪਰਮ ਪਿਤਾ ਪਰਮਾਤਮਾ। ਦੋਨਾਂ ਤੋਂ ਬਾਅਦ ਅਸੀਂ ਪੈਦਾ ਹੁੰਦੇ ਆ, ਮਾਤਾ ਪਿਤਾ ਦੇ ਚੱਕਰ ਤੋਂ। ਇਦੋਂ ਬਾਅਦ ਸਾਡੀ ਖੋਜ ਚੱਲ ਪੈਂਦੀ ਹੈ ਕਿ ਸਾਨੂੰ ਜਿਹੜਾ ਦਿੱਤਾ ਹੋਇਆ ਧਿਆਨ ਹੈ, ਜੇ ਤਾਂ ਉਹ ਪ੍ਰਕਿਰਤੀ ਵੱਲ ਮੁੜ ਗਿਆ, ਜਾਣੀ ਮਾਇਆ ਵੱਲ, ਲਗਜ਼ਰੀ ਵੱਲ, ਜੋ ਦੁਨਿਆਵੀ ਸਿਸਟਮ ਹੈ, ਇਹ ਮਾਂ ਦਾ ਹੈ, ਅਸੀਂ ਇਹਦਾ ਰੂਪ ਹੀ ਹੁੰਦੇ ਜਾਵਾਂਗੇ। ਇਹੀ ਕਾਰਨ ਸੀ ਗੁਰੂ ਨਾਨਕ ਨੇ ਮੂਰਤੀ ਪੂਜਾ ਤੋਂ ਰੋਕਿਆ ਕਿ ਇਹ ਪ੍ਰਕਿਰਤੀ ਦੀ ਪੂਜਾ ਹੈ, ਜਿਹੜੀ ਮੂਰਤੀ ਦੀ ਪੂਜਾ ਹੈ, ਤੇ ਤੁਸੀਂ ਪ੍ਰਕਿਰਤੀ ਦਾ ਰੂਪ ਹੀ ਹੁੰਦੇ ਜਾਂਦੇ ਹੋ। ਜਾਣੀ ਤੁਸੀਂ ਜਨਮ ਮਰਨ ਦੇ ਚੱਕਰ ਚੋਂ ਨਹੀਂ ਨਿਕਲਦੇ। ਜਿੰਨਾ ਮਰਜ਼ੀ ਧਿਆ ਲਿਓ ਮਾਂ ਨੂੰ, ਮਾਂ ਦੇ ਸਾਰੇ ਰੂਪਾਂ ਨੂੰ ਧਿਆ ਲਓ, ਮਾਂ ਮੁਕਤੀ ਨਹੀਂ ਦੇ ਸਕਦੀ। ਮਾਂ ਨੇ ਤਾਂ ਆਪਦੀ ਗੋਦ 'ਚ ਰੱਖਣਾ ਤੁਹਾਨੂੰ। ਜਨਮ ਤੋਂ ਬਾਅਦ ਫਿਰ ਜਨਮ, ਜਨਮ ਤੋਂ ਬਾਅਦ ਫਿਰ ਜਨਮ। ਜਿਹੋ ਜਿਹੇ ਚੰਗੇ ਕਾਰਜ ਕਰੋਗੇ, ਥੋੜ੍ਹੀ ਲਗਜ਼ਰੀ ਵੱਧਦੀ ਜਾਣੀ ਆ, ਸੁੱਖ ਵੱਧਦੇ ਜਾਣੇ ਆ, ਪਰ ਜਨਮ ਮਰਨ ਨਹੀਂ ਮਿਟਦਾ। ਇਹੀ ਕਾਰਨ ਹੈ ਕਿ ਜਿਹੜੀ ਭਗਤੀ ਲਹਿਰ ਹੈ, ਉਹ ਥੋੜ੍ਹਾ ਮਾਇਆ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ ਸਮਝੋ ਇਹਨੂੰ। ਉਹ ਸ਼ਿਵ ਵੱਲ ਚੱਲਦੇ ਆ, ਪਰਮ ਪਿਤਾ ਵੱਲ। ਜੀਵਨ ਮੁਕਤੀ ਦਾ ਅਹਿਸਾਸ ਹੁੰਦਾ। ਉੱਧਰ ਜਾਣ ਨਾਲ ਕੀ ਹੁੰਦਾ ਹੈ ਕਿ ਜੋ ਸ਼ਿਵ ਹੈ, ਮਾਂ ਉਹਦੇ ਆਖੇ ਲੱਗਦੀ ਹੈ, ਫਿਰ ਉਹ ਭਗਤਾਂ ਦੇ ਚਰਨਾਂ ਦੇ ਵਿੱਚ ਆ ਜਾਂਦੀ ਹੈ। ਉਹ ਭਗਤਾਂ ਨੂੰ, ਆਪਣੇ ਬੱਚਿਆਂ ਨੂੰ ਸਭ ਕੁਝ ਖੁੱਲ੍ਹਾ ਡੁੱਲਾ ਦਿੰਦੀ ਹੈ। ਇਹ ਬੜੀ ਵੱਡੀ ਚੀਜ਼ ਹੈ ਕਿ ਇਹਨੂੰ ਸਮਝਣਾ ਹੌਲੀ ਹੌਲੀ ਸਮਝ ਆਊਗਾ। ਇਹੀ ਕਾਰਨ ਹੈ ਕਿ ਸਾਡਾ ਜਿਹੜਾ ਭਾਰਤ ਵਰਸ਼ ਦਾ ਸਿਸਟਮ ਆ ਨਾ, ਜਦੋਂ ਭਗਤ ਨਹੀਂ ਸੀ ਹੋਏ ਤੇ 10 ਗੁਰੂ ਨਹੀਂ ਸੀ ਹੋਏ, ਉਦੋਂ ਪਹਿਲਾਂ ਇੱਕੋ ਹੀ ਪੂਜਾ ਚੱਲਦੀ ਸੀ ਸੰਸਾਰ 'ਚ। ਉਹ ਪੂਜਾ ਚੱਲਦੀ ਸੀ ਮਾਂ ਦੀ। ਭਾਵੇਂ ਕੋਈ ਰਾਜਾ ਮਹਾਰਾਜਾ, ਭਾਵੇਂ ਕੋਈ ਆ, ਉਹ ਮਾਤਾ ਦਾ ਮੰਦਿਰ ਬਣਾਉਂਦਾ ਆਪਦੇ ਮਹਿਲ 'ਚ, ਮਾਂ ਦੀ ਪੂਜਾ ਕਰਦਾ, ਕਿਤੇ ਕਾਲਕਾਂ ਦੇ ਰੂਪ 'ਚ, ਮਾਂ ਦੁਰਗਾ ਦੇ ਰੂਪ 'ਚ। ਇਹਨਾਂ ਰੂਪਾਂ 'ਚ ਪੂਜਾ ਹੁੰਦੀ ਸੀ ਪੂਰੇ ਭਾਰਤ ਵਰਸ਼ 'ਚ। ਪਰ ਉੱਥੋਂ ਮੁਕਤੀ ਵਾਲਾ ਸੰਕਲਪ ਸੀ ਜਿਹੜਾ ਪਿੱਛੇ ਹਟਦਾ ਜਾਂਦਾ ਸੀ, ਕਿਉਂਕਿ ਦਿਸਿਆ ਤਾਂ ਉਹ ਵੇਦਾਂ 'ਚ ਵੀ ਹੈ। ਉਹ ਲੋਕ ਘਟਦੇ ਜਾਂਦੇ ਸੀ ਕਿਉਂ ਹਰ ਇੱਕ ਨੂੰ ਲਗਜ਼ਰੀ ਚਾਹੀਦੀ ਹੈ। ਫਿਰ ਇਹ ਭਗਤੀ ਲਹਿਰ ਨੇ ਇਹ ਦਿਖਾਇਆ ਕਿ ਜਿਹੜਾ ਪਰਮ ਪਿਤਾ ਪਰਮਾਤਮਾ, ਉੱਥੇ ਆਪਾਂ ਵਾਪਸ ਜਾਣਾ ਇੱਥੋਂ ਖੇਡ ਕੇ। ਇਹ ਮਾਇਆ ਦਾ ਇੱਕ ਗਰਾਊਂਡ ਹੈ, ਇਹਦੇ 'ਚ ਆਪਾਂ ਖੇਡਦਿਆਂ ਹੱਥ ਲਾ ਕੇ ਵਾਪਸ ਜਾਣਾ, ਚੰਗੇ ਨੰਬਰ ਲੈ ਕੇ ਜਾਣਾ। ਇਹਦੇ ਵਿੱਚ ਜਿਉਂਦਿਆਂ ਹੋਇਆਂ ਮਰਗਿਆਈ ਵਾਂਗੂ ਜਿਉਣਾ। ਦੱਸਿਆ ਨਾ ਆਪਣੇ ਗੁਰਬਾਣੀ 'ਚ ਕਿ ਮਰਗਿਆਈ ਵਾਂਗ ਰਹਿਣਾ। ਮਰਗਿਆਈ ਤੁਰੀ ਫਿਰਦੀ ਉੜਦੀ ਆ, ਫੰਗ ਸੁੱਕੇ ਹੁੰਦੇ ਆ। ਭਗਤ ਨੇ, ਸੰਤ ਨੇ, ਸਿੱਖ ਨੇ, ਗੁਰਸਿੱਖ ਨੇ, ਸਾਧੂ ਨੇ, ਬ੍ਰਹਮ ਗਿਆਨੀ ਨੇ ਰਹਿਣਾ ਸੰਸਾਰ ਦੇ ਵਿੱਚ ਹੀ ਆ, ਪਰ ਰਹਿਣਾ ਮਰਗਿਆਈ ਵਾਂਗੂ ਆ ਕਿ ਜਿੱਦੇ ਉਡਾਰੀ ਮਾਰਨੀ ਹੈ ਉਹਦੇ ਫੰਗ ਗਿੱਲੇ ਨਾ ਹੋਣ। ਇਹ ਚੀਜ਼ਾਂ ਭੋਗਣੀਆਂ, ਇਹਨਾਂ 'ਚ ਲਿਪਤ ਨਹੀਂ ਹੋਣਾ, ਅਟੈਚਮੈਂਟ ਨਹੀਂ ਹੋਣੀ ਚਾਹੀਦੀ। ਅਟੈਚਮੈਂਟ ਤੋਂ ਬਚ ਕੇ ਰਹਿਣਾ। ਸਾਰਾ ਕੁਝ ਹੀ ਆਪਦਾ, ਕਿਉਂਕਿ ਉਹ ਮਾਤਾ ਪਿਤਾ ਨੇ ਦਿੱਤਾ, ਸਾਡੇ ਨੇ। ਇੱਥੋਂ ਫਿਰ ਅੱਗੇ ਚੱਲਦੇ ਨੇ। ਸਤਿਗੁਰੂ ਕਹਿੰਦੇ ਇੱਕ ਓਂਕਾਰ ਸਤਨਾਮ, ਉਹਦਾ ਨਾਮ ਸੱਚਾ। ਉਹ ਆਪ ਹੀ ਕਰਤਾ, ਉਹ ਕ੍ਰੀਏਟਰ ਆਪ ਹੀ, ਕਰਤਾ ਪੁਰਖ ਆਪੇ ਹੀ ਕਰ ਰਿਹਾ, ਸਾਰਾ ਕੁਝ ਹੋ ਰਿਹਾ। ਨਿਯਮ ਨੇ ਦੇਖੋ, ਤੁਸੀਂ ਬੀਜ ਸਿੱਟ ਦਿਓ ਧਰਤੀ ਤੇ, ਪਾਣੀ ਦਾ ਡੱਬਾ ਡੋਲ ਦਿਓ, ਉਹ ਗਿੱਲੇ ਹੋਣਗੇ ਤੇ ਢੰਗੂਰ ਵੱਜਿਆਊਗਾ, ਫੁੱਟੇ ਹੋਣਗੇ। ਨਿਯਮ ਹੈ। ਇਹ ਨਿਯਮਾਂ ਦੇ ਤਹਿਤ ਜੇ ਇੱਕ ਨਿਯਮ ਵੀ ਨਾ ਪੂਰਾ ਹੋਵੇ, ਸੁੱਕੇ ਰੇਤੇ 'ਚ ਸੁੱਕਾ ਬੀਜ ਪਿਆ ਰਹੇ, ਨਹੀਂ ਉੱਗਰਦਾ। ਉਹਨੂੰ ਪਾਣੀ ਚਾਹੀਦਾ, ਪਿਤਾ ਦਾ ਸਪਰਸ਼ ਚਾਹੀਦਾ। ਮਾਤਾ ਦੀ ਕੁੱਖ 'ਚ ਪਿਆ ਉੱਗਰਦਾ ਨਹੀਂ ਹੈ। ਇਹ ਜਿੱਦੇ ਨਿਯਮ ਸਮਝ ਆਉਣਗੇ, ਉਹਦੇ ਗੱਲ ਪਟਕਦੇ ਨੇ, ਸਮਝ ਆ ਜਾਣੀ ਸਾਰੀ। ਤਾਂ ਹੀ ਬਾਬਾ ਜੀ ਬੁੱਝਣ ਨੂੰ ਕਹਿੰਦੇ ਨੇ ਵਾਰੀ ਵਾਰੀ, ਬੁੱਝ ਲੈ, ਸਮਝ ਲੈ। ਤਾਂ ਮਾਰੇ ਕਹਿੰਦੇ ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ। ਕਹਿੰਦੇ ਤੂੰ
ਮਾਇਆ ਦੇ ਚੱਕਰ 'ਚ ਪਿਆ ਵੈਂ, ਤੂੰ ਇੱਕ ਤੋਂ ਅਨੇਕਤਾ ਦੇ ਵਿੱਚ ਗਿਆ ਵੈਂ, ਤੂੰ ਹਰ ਵੇਲੇ ਸਹਿੰਸੇ 'ਚ ਰਹਿਣਾ, ਸੰਸੇ 'ਚ ਰਹਿਣਾ, ਡਰਿਆ ਡਰਿਆ ਰਹਿਣਾ। ਜਿਵੇਂ ਜਿਵੇਂ ਇੱਕ ਨੂੰ ਸਮਝੇਗਾ, ਇੱਕ ਦੀ ਨੇੜਤਾ ਮੰਨੇਗਾ, ਆਪਣੇ ਅੰਦਰ ਜਾਏਗਾ, ਉਵੇਂ ਉਵੇਂ ਨਿਰਭੈਤਾ ਆਉਂਦੀ ਜਾਣੀ ਹੈ। ਜੇ ਆਪਾਂ ਕਹੇ ਵੀ ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਵਾਲੀ ਤਾਂ ਗੱਲ ਹੀ ਨਿਬੜ ਗਈ, ਇੱਕੋ ਹੀ ਹੈ। ਜਦੋਂ ਕਿਸੇ ਦਾ ਤਾਂ ਸੰਕਲਪ ਹੀ ਨਹੀਂ ਆਪਾਂ ਲੈ ਸਕਦੇ। ਬਾਬੇ ਨੇ ਮੋਹਰ ਲਾਤੀ ਨਾ ਕਿ ਉਹ ਇੱਕ ਆ, ਇੱਕ ਓਂਕਾਰ ਹੈ। ਜਦੋਂ ਦੂਜਾ ਹੈ ਹੀ ਨਹੀਂ, ਫਿਰ ਨਿਰਭੈ ਉਸ ਤਰ੍ਹਾਂ ਅਰਥ ਨਹੀਂ ਆਪਾਂ ਕਰ ਸਕਦੇ ਕਿ ਉਹ ਕਿਸੇ ਤੋਂ ਨਹੀਂ ਡਰਦਾ। ਕਿਸੇ ਤੋਂ ਡਰੂ ਕਿਉਂ ਜਦੋਂ ਹੈ ਹੀ ਇਕੱਲਾ? ਉਹ ਹੈ ਹੀ ਆਪ, ਉਹਦੇ ਰੂਪ ਹੀ ਆਪ ਦੇ ਨੇ, ਉਹ ਡਰੂ ਕਿਉਂ? ਸਾਨੂੰ ਦੱਸਿਆ ਜਿਹੜੇ ਅਸੀਂ ਪੜ੍ਹਨ ਵਾਲੇ ਲੋਕ ਆ, ਸਾਡੇ ਲਈ ਲੈਸਨ ਹੈ ਕਿ ਤੂੰ ਡਰਿਆ ਡਰਿਆ ਰਹਿਣਾ। ਮੈਂ ਮਰ ਨਾ ਜਾਵਾਂ, ਮੈਨੂੰ ਮੌਤ ਨਾ ਆ ਜੇ, ਕਾਲ ਨਾ ਆ ਜੇ। ਕਹਿੰਦੇ ਤੂੰ ਜਿਵੇਂ ਜਿਵੇਂ ਉਹਨੂੰ ਜਾਣੇਗਾ, ਤੂੰ ਸਾਸਵਤ ਦਾ ਹਿੱਸਾ ਹੈ, ਤੂੰ ਨਿਰਭੈ ਹੁੰਦਾ ਜਾਵੇਂਗਾ, ਨਿਜਮ ਸਮਝ ਕੇ ਡਰੇਗਾ ਨਹੀਂ। ਨਿਰਭੈਤਾ ਹੋਊਗੀ ਜਿਵੇਂ ਜਿਵੇਂ ਇੱਕ ਦੇ ਨੇੜ ਵੱਲ ਜਾਏਗਾ, ਜਿਵੇਂ ਜਿਵੇਂ ਓਂਕਾਰ ਦੀ ਧੁਨੀ ਸੁਣੇਗਾ, ਜਿਵੇਂ ਜਿਵੇਂ ਅਣਹਦ ਨਾਦ ਸੁਣੇਗਾ, ਦੁੱਖਾਂ ਦਾ ਨਾਸ ਹੁੰਦਾ ਜਾਣਾ, ਪੁੰਨਾਂ ਦਾ ਪ੍ਰਕਾਸ਼ ਹੁੰਦਾ ਜਾਣਾ, ਜੀਵਨ ਮੁਕਤੀ ਦਾ ਅਹਿਸਾਸ ਹੁੰਦਾ ਜਾਣਾ। ਨਿਰਭੈਤਾ, ਅਡੋਲਤਾ, ਸਹਿਜ ਅਵਸਥਾ। ਪਹਿਲਾਂ ਤੂੰ ਅਸਹਿਜ ਰਹਿਣਾ ਨਾ, ਕਦੇ ਕੁਛ ਆ ਗਿਆ ਫੁਰਨਾ, ਕਦੇ ਕੁਛ ਆ ਗਿਆ, ਭੱਜੂ ਟਿਕਾਈ ਨਹੀਂ ਕਿਤੇ। ਉਹਨਾਂ ਚਿਰ ਜਿੰਨਾ ਚਿਰ ਗੁਰੂ ਦੀ ਬਾਣੀ ਪੜ੍ਹੀ ਨਹੀਂ, ਸੁਣੀ ਨਹੀਂ। ਜਿੱਦੇ ਜਪਜੀ ਸਾਹਿਬ ਨਾਲ ਬਾਹ ਪੈ ਗਿਆ ਨਾ, ਸਮਝ ਕੇ ਅਰਥ ਪੜ੍ਹ ਲਏ, ਸਮਝ ਕੇ ਅਰਦਾਸ ਕਰ ਕਰਕੇ ਕਿਰਪਾ ਮੰਗ ਲਈ, ਤੇ ਬਹਿੰਦਾ ਰਿਹਾ ਪਵਨ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ, ਸਾਰਾ ਕੁਝ ਮਿਲ ਜਾਣਾ। ਬਾਬਾ ਜੀ ਕਹਿੰਦੇ ਨਿਰਭੈ ਹੋ ਜਾਏਗਾ। ਆ ਅੱਗੇ ਹੁਣ ਤਾਂ ਤੈਨੂੰ ਵੈਰ ਹੀ ਖਾਈ ਜਾਂਦੇ ਆ, ਇਹਦੇ ਨਾਲ ਵੀ ਵੈਰ, ਉਹਦੇ ਨਾਲ ਵੀ ਵੈਰ, ਸਾਰਿਆਂ ਨਾਲ ਵੈਰ ਹੀ ਵੈਰ। ਤੈਨੂੰ ਜਦੋਂ ਪਤਾ ਲੱਗੂਗਾ ਕਿ ਇੱਕ ਊਰਜਾ ਦੀ ਫੋਮ ਆ ਸਾਰੀ, ਉਹਦਾ ਸੋਮਾ ਇੱਕੋ ਹੀ ਆ, ਪੂਰੇ ਸੰਸਾਰ ਦਾ ਸਾਡਾ ਮਾਤਾ ਪਿਤਾ ਇੱਕੋ ਹੀ ਆ, ਫਿਰ ਅੰਦਰੋਂ ਜਦੋਂ ਸਮਝ ਆ ਜੇ ਕਿ ਮੇਰਾ ਹੀ ਰੂਪ ਆ, ਅਸਲ 'ਚ ਮੈਂ ਹੀ ਆ, ਵੱਖ-ਵੱਖ ਉਹਨਾਂ ਦੇ ਵਿੱਚ ਜਗ ਰਿਹਾ, ਮੈਂ ਖੁਦ ਹੀ ਆ, ਫਿਰ ਨਿਰਵੈਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹੀ ਕਾਰਨ ਹੈ ਸਾਧੂ ਵੈਰ ਰਹਿਤ ਹੁੰਦੇ ਨੇ, ਨਿਰਭੈ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਜੋ ਵੀ ਹੈ ਮੇਰਾ ਹੀ ਰੂਪ ਆ। ਨਿਰਵੈਰਤਾ ਆ ਜਾਂਦੀ ਹੈ। ਨਿਰਵੈਰਤਾ ਆਉਣ ਨਾਲ ਹੁੰਦਾ ਕੀ ਆ? ਕਾਲ ਤੋਂ ਜਿਹੜੀ ਰਹਿਤ ਅਵਸਥਾ, ਅਕਾਲ, ਉਹਦਾ ਅਹਿਸਾਸ ਹੁੰਦਾ। ਜਿਹੜੀ ਅਸਲ ਮੂਰਤ ਆ ਉਹਦੀ, ਜਿਹੜਾ ਉਹ ਸਾਡੇ ਅੰਦਰ ਵਸਿਆ ਹੋਇਆ, ਕਿਹੜੇ ਰੂਪ 'ਚ ਵਸਿਆ ਹੋਇਆ ਉਹ? ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਹਾਂ ਕਿ ਹਰ ਚੀਜ਼ ਦੇ ਵਿੱਚ ਉਹ ਚੀਜ਼ ਵਾਂਗੂ ਹੀ ਵਸਿਆ ਹੋਇਆ। ਜਿਵੇਂ ਕਹਿ ਦਈਏ ਨਿੰਮ 'ਚ ਨਿੰਮ ਵਾਂਗੂ ਆ, ਟਾਹਲੀ 'ਚ ਟਾਹਲੀ ਵਾਂਗੂ ਆ, ਬੰਦੇ 'ਚ ਬੰਦੇ ਵਾਂਗੂ ਆ, ਘੋੜੇ 'ਚ ਘੋੜੇ ਵਾਂਗੂ ਆ। ਉਹ ਮੂਰਤ, ਉਹ ਸਥਾਪਤ ਹੈ, ਉਹ ਆਪ ਛੁਪਿਆ ਅੰਦਰ ਬੈਠਾ ਤੇ ਆਪ ਹੀ ਕਰ ਰਿਹਾ ਸਾਰਾ ਕੁਛ। ਤਾਂ ਹੀ ਕਹਿੰਦਾ ਕਰੇ ਕਰਾਵੇ ਆਪੇ ਆਪ, ਮਾਨਸ ਦੇਖਿਆ ਕਿਸ ਨਹੀਂ ਹੱਥ। ਵੈਸੇ ਤਾਂ ਮਾਨਸ ਕਰਦਾ ਹੀ ਹੈ, ਤਾਂ ਹੀ ਬਹੁਤ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਵੀ ਯਾਰ ਐਂ ਕਿਵੇਂ, ਮੈਂ ਤਾਂ ਕਰਦਾ ਕੰਮ, ਹੁਣ ਮੈਥੋਂ ਬਿਨਾਂ ਟਰੈਕਟਰ ਤੁਰ ਪਊ, ਮੈਂ ਬਾਹੀ, ਮੈਂ ਕਰੀ। ਉਹ ਐਂਡ ਵਾਲੀ ਗੱਲ ਨਹੀਂ ਸਮਝਦਾ ਕਿ ਤੂੰ ਜਿਹੜਾ ਮੈਂ ਕਰਦਾ ਨਾ, ਇਹ ਉਹੀ ਆ, ਆਪ ਹੀ ਕਰ ਰਿਹਾ ਉਹ। ਤੂੰ ਚੱਕਰ 'ਚ ਪਿਆ ਵਾ, ਸੰਨ 'ਚ ਹੀ, ਫੁਰਨਿਆਂ ਦੇ ਵਿੱਚ ਹੀ ਉਲਝਿਆ ਫਿਰਦਾ, ਤੂੰ ਉਹੀ ਆ। ਆਹ ਚੀਜ਼ ਕਿਤੇ ਐਂਡ 'ਤੇ ਜਾ ਕੇ ਸਮਝ ਆਉਂਦੀ ਹੈ। ਉਹ ਮੂਰਤ ਜਿਹੜੀ ਸਥਾਪਤ ਹੈ, ਜਦੋਂ ਹੀ ਉਹਦੇ ਦਰਸ਼ਨ ਹੁੰਦੇ ਨੇ, ਪਤਾ ਲੱਗਦਾ ਕਿ ਮੈਂ ਅਕਾਲ ਦਾ ਅੰਸ਼ ਹੈ, ਅਕਾਲ ਪੁਰਖ ਦਾ ਪੁੱਤਰ ਹੈ, ਅਕਾਲ ਪੁਰਖ ਦੀ ਫੌਜ ਹੈ। ਉਹ ਫਿਰ ਮੂਰਤ ਦਿਸਦੀ ਹੈ। ਉਹ ਜਿਹੜੀ ਵਸਿਆ ਹੋਇਆ, ਜਿਹੜਾ ਰਸਿਆ ਹੋਇਆ, ਜਿਹੜਾ ਸਗਲੀ ਬਨਸਪਤ ਦੇ ਵਿੱਚ ਬਸੰਤਰ ਵਾਂਗੂ ਹੈ, ਸਗਲ ਦੂਧ ਦੇ ਵਿੱਚ ਘਿਓ ਵਾਂਗੂ ਹੈ, ਉਹ ਦੀਂਦਾ, ਉਹਦੇ ਦਰਸ਼ਨ ਹੁੰਦੇ ਆ। ਆਜੂਨੀ ਸਹਿਪੰ, ਜੂਨਾ ਤੋਂ ਰਹਿਤਾ, ਉਹ ਤਾਂ ਰਹਿਤਾ, ਅਸੀਂ ਵੀ ਰਹਿਤਾ। ਸਾਡਾ ਜਿਹੜਾ ਸਰੀਰ ਹੈ ਜੂਨੀ 'ਚ ਆਉਂਦਾ, ਜਿਹੜਾ ਬੋਲੀ ਜਾਂਦਾ ਨਾ, ਜਿਹੜਾ ਪਹਿਲਾਂ ਵੀ ਸੀ ਇੱਕ ਓਂਕਾਰ ਦੇ ਰੂਪ 'ਚ ਤੇ ਬਾਅਦ 'ਚ ਵੀ ਰਹਿਣਾ, ਇਹ ਆਜੂਨੀ ਹੈ। ਇਹ ਅਹਿਸਾਸ ਹੁੰਦਾ ਸਾਨੂੰ, ਜੀਵਨ ਮੁਕਤੀ ਦਾ ਅਹਿਸਾਸ ਹੁੰਦਾ। ਇਹੀ ਤਾਂ ਬਾਣੀ ਪੜ੍ਹੇ ਤੋਂ ਪਤਾ ਲੱਗਦਾ ਸਾਰਾ। ਉਹ ਕਰਤੇ ਦਾ ਜਿਹੜਾ ਨਿਜਮਾਣਾ, ਉਹ ਜੂਨਾਂ ਦੇ ਵਿੱਚ ਸਾਡੇ ਰਾਹੀਂ ਜੂਨੀ 'ਚ ਵੀ ਆ ਤੇ ਜੂਨੀ ਤੋਂ ਬਾਹਰ ਵੀ ਆ। ਅਜੂਨੀ ਸਭੈ ਪ੍ਰਕਾਸ਼, ਜੂਨੀ ਸਭੰ ਗੁਰ ਪ੍ਰਸਾਦ, ਸਭੈ ਪ੍ਰਕਾਸ਼ ਹੈ, ਆਪਣੇ ਆਪੇ ਤੋਂ ਪ੍ਰਕਾਸ਼ਮਾਨ ਹੈ। ਉਹ ਸਰੀਰ ਵੀ ਉਹੀ ਆ, ਆਤਮਾ ਵੀ ਉਹੀ ਆ, ਆਹ ਬੋਲਦਾ ਵੀ ਉਹੀ ਆ, ਸਭ ਦੇ ਵਿੱਚ ਉਹੀ ਆ, ਕਣ ਕਣ ਦੇ ਵਿੱਚ ਉਹੀ ਆ। ਜਦੋਂ ਇਹ ਸੱਚੀ ਮੁੱਚੀ ਦਿਸ ਜਾਂਦਾ ਨਾ, ਸਥਾਪਤੀ ਦਿਸ ਜਾਂਦੀ ਹੈ। ਇੱਕ ਕਹਿਣ ਦੀ ਗੱਲ ਹੁੰਦੀ ਹੈ, ਇੱਕ ਅਨੁਭਵ ਹੋ ਜਾਂਦਾ ਹੈ।
ਉਹ ਫਿਰ ਨਿਰਭੈਤਾ, ਨਿਰਵੈਰਤਾ ਤੇ ਇਹ ਜਿਹੜਾ ਖੇੜਾ, ਖੁਸ਼ੀਆਂ, ਚੜ੍ਹਦੀ ਕਲਾ, ਜੋ ਇੱਕ ਗੁਰਮੁਖ ਦੀ ਅਵਸਥਾ ਬਣਦੀ ਹੈ, ਜਾਗੇ ਹੋਏ ਦੀ ਸਾਧੂ ਸੰਤ ਦੀ ਅਵਸਥਾ ਬਣਦੀ ਹੈ, ਉਹ ਤਾਂ ਬਣਦੀ ਹੈ। ਪ੍ਰਸੰਨ 'ਚ ਕੌਣ ਬੈਠਾ? ਮਹਾਰਾਜ ਕਹਿੰਦੇ ਗੁਰ ਪ੍ਰਸ਼ਾਦ, ਗੁਰੂ ਦੀ ਕਿਰਪਾ ਦੁਆਰਾ ਉਹ ਵਾਪਰਦਾ। ਗੁਰ ਪ੍ਰਸ਼ਾਦ ਆ, ਇਹ ਨਿਯਮ ਹੈ, ਕਿਉਂਕਿ ਇਹਦੇ ਲਈ ਕਰਤੇ ਪੁਰਖ ਦੇ ਸ਼ੁਰੂ ਤੋਂ ਹੀ ਨਿਯਮ ਹੈ ਕਿ ਜਦੋਂ ਹੀ ਤੁਹਾਨੂੰ ਕੁਝ ਮਿਲੂਗਾ ਤਾਂ ਸੰਨ ਦੇ ਵਿੱਚ ਗੁਰੂ ਹੋਊਗਾ ਹੀ ਹੋਊਗਾ। ਕੋਈ ਕਿੰਨੇ ਹੀ ਕਹੀ ਜਾਵੇ ਗੁਰੂ ਨਹੀਂ ਹੁੰਦਾ, ਕੋਈ ਕਿੰਨੇ ਹੀ ਕਹੀ ਜਾਵੇ ਆ ਹੁੰਦਾ ਨਹੀਂ ਹੁੰਦਾ, ਪਰ ਜਦੋਂ ਹੀ ਘਟਨਾ ਘਟੂਗੀ, ਕਿਸੇ ਵੀ ਨਿਯਮ ਦੀ ਘਟੂਗੀ, ਉਹ ਨਿਯਮ ਮਿਲੂ ਗੁਰੂ ਰਾਹੀਂ। ਇਹ ਗੁਰ ਪ੍ਰਸ਼ਾਦ ਆ, ਇਹ ਸਾਨੂੰ ਮਿਲਦਾ। ਇਹੀ ਕਾਰਨ ਆ ਕਿ ਸਾਡੇ ਚੜ੍ਹਦੀ ਕਲਾ ਦੀ ਅਵਸਥਾ ਜਿਹੜੀ ਰਹਿੰਦੀ ਹੈ, ਇਹ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਆ। ਆਓ ਅੱਜ ਆਪਾਂ ਅਗਲੇ ਬਾਕ ਦੀ ਸੋਝੀ ਪਾਈਏ। ਮੈਨੂੰ ਲੱਗਦਾ ਵੀ ਟਾਈਮ ਆਪਾਂ ਨੂੰ ਕਾਫੀ ਲੱਗ ਜਾਣਾ। ਰਾਗ ਗੌਂਡ ਚੌਪਦੇ, ਮਹੱਲਾ ਚੌਥਾ, ਘਰ ਪਹਿਲਾ। ਸਤਿਗੁਰੂ ਕਹਿੰਦੇ, ਜੇ ਮਨ ਚਿਤ ਆਸ ਰੱਖ ਹੈ ਹਰ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਇੱਕੋ ਹੀ ਆ ਉਹ, ਇੱਕ ਓਂਕਾਰ। ਕਹਿੰਦੇ ਇਹ ਬੰਦਿਆ, ਜੇ ਮਨ ਚਿੱਤ ਆਸ ਰੱਖ ਹੈ ਹਰ ਉਪਰ, ਇਹ ਗੱਲਾਂ ਸਮਝ ਲੈਣੀਆਂ। ਅੱਜ ਵਿਗਿਆਨੀ ਸਮਝਾਉਂਦੇ ਆ ਨਾ, ਤੁਹਾਡਾ ਅਵਚੇਤਨ ਹੈ ਇੱਕ, ਜੇ ਤੁਸੀਂ ਉਹਦੇ ਤੇ ਇੱਕ ਗੱਲ ਪਹੁੰਚਾ ਦਿਓ, ਕੁਝ ਵੀ ਹੋ ਸਕਦਾ, ਮੂੰਹੋਂ ਮੰਗਿਆ ਮਿਲ ਸਕਦਾ। ਕਿੰਨੇ ਪ੍ਰਚਾਰ ਹੋ ਰਹੇ ਆ ਅੱਜ, ਤੇ ਗੁਰਬਾਣੀ 'ਚ ਦੱਸਿਆ ਪਹਿਲਾਂ ਹੀ ਕਿ ਮਨ ਹੈ ਤੇਰਾ ਜਿਹੜਾ, ਇਹ ਤੇਰੇ ਫੁਰਨਿਆਂ ਦਾ, ਖਿਆਲਾਂ ਦਾ ਜਾਲ ਆ, ਜੋ ਤੂੰ ਸਿੱਖੀ ਫਿਰਦਾ, ਪੜ੍ਹੀ ਫਿਰਦਾ, ਉਹਨਾਂ ਨਾਲ ਬਣਿਆ ਹੋਇਆ ਜਿਹੜਾ ਜਾਲ ਆ। ਤੇ ਇੱਕ ਤੇਰਾ ਚਿੱਤ ਹੈ, ਜਿਹੜੀ ਆਤਮਿਕ ਅੰਦਰਲਾ ਤਲ ਹੈ। ਕਹਿੰਦੇ ਜੇ ਮਨ ਚਿੱਤ ਆਸ ਰੱਖ ਹੈ ਹਰ ਉਪਰ, ਤੇਰੀ ਜਿਹੜੀ ਆਸ ਹੈ ਮਨ ਦੇ ਵਿੱਚ ਵੀ ਉਹੀ ਹੋਵੇ, ਚਿੱਤ 'ਚ ਵੀ ਉਹੀ ਹੋਵੇ, ਜੀ 'ਚ, ਜਿਹਨੂੰ ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਗਵੈ, ਮੂੰਹ ਕਾ ਕਿਹਾ ਬਾਊ, ਉਹ ਇੱਕੋ ਹੀ ਹੋਵੇ। ਜੋ ਤੁਹਾਡੇ ਆਪਾਂ ਵੀ ਕਹਿੰਦੇ ਉਹ ਕਾਮਯਾਬ ਹੁੰਦਾ, ਜਿਹਦੀ ਜ਼ੁਬਾਨ ਤੇ ਵੀ ਉਹੀ ਹੈ ਤੇ ਚਿੱਤ 'ਚ ਵੀ ਉਹੀ ਹੈ, ਸੱਚਾ ਬੰਦਾ। ਮਹਾਰਾਜ ਕਹਿੰਦੇ ਜੇ ਮਨ ਚਿੱਤ ਆਸ ਰੱਖ ਹੈ ਹਰ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਕਹਿੰਦੇ ਤੇਰੀ ਆਸ ਆ ਨਾ ਜਿਹੜੀ, ਮਨੋਂ ਵੀ ਤੇ ਚਿੱਤੋਂ ਵੀ, ਉਸ ਹਰੀ ਤੇ ਹੋਵੇ, ਪਰਮ ਪਿਤਾ ਪਰਮਾਤਮਾ ਤੇ। ਜਦੋਂ ਆਸ ਉਹਦੇ ਤੇ ਇੱਕੋ ਤੇ ਹੋਊਗੀ ਨਾ, ਦੂਜਾ ਵੈਸੇ ਹੈ ਨਹੀਂ ਕੋਈ, ਪਰ ਇੱਕ ਨਿਯਮ ਹੈ ਕਿ ਜੇ ਅਸੀਂ ਹੁਣ ਪੂਰਬ ਵੱਲ ਜਾਣਾ ਚਾਹੁੰਦੇ ਤਾਂ ਪੂਰਬ ਹੀ ਜਾਵਾਂਗੇ ਨਾ, ਇੱਕੋ ਟਾਈਮ ਅਸੀਂ ਪੱਛਮ ਤੇ ਪੂਰਬ ਨਹੀਂ ਨਾ ਜਾ ਸਕਦੇ। ਇੱਕ ਪਾਸੇ ਨੂੰ ਤੁਹਾਡੀ ਸੁਰਤ ਜਾਵੇ, ਉਧਰ ਹੀ ਖਿਆਲ ਜਾਣ, ਉਹੀ ਚਿੱਤ 'ਚ ਮਥਿਆ ਹੋਵੇ, ਉਹੀ ਬੋਲ ਕੇ ਕਹਿੰਦੇ ਹੋਈਏ, ਉਹੀ ਗੱਲ ਕਰਦੇ ਹੋਈਏ, ਤਾਂ ਮਹਾਰਾਜ ਕਹਿੰਦੇ ਜੋ ਮੰਗੋਗੇ ਅਨੇਕ ਅਨੇਕ ਫਲ ਪਾਈ। ਦੁਨੀਆ 'ਚ ਪਾਉਂਦੀ ਹੈ ਦੁਨੀਆ। ਆਹੀ ਸੁਰਤ ਸੀ ਬਚਪਨ ਤੋਂ ਕਿ ਗੁਰੂ ਨਾਨਕ ਹੈ ਕੀ ਸਿਸਟਮ ਹੈ, ਨਿਯਮ ਕੀ ਆ, ਮਿਲੇ ਆ, ਕਿਰਪਾ ਹੋਈ ਆ, ਕਰਦਾ ਕਿਰਪਾ, ਪਰ ਜਾਣਾ ਇੱਕ ਪਾਸੇ ਹੀ ਪੈਂਦਾ। ਜੇ ਛੱਡ ਕੇ ਕਿਸੇ ਹੋਰ ਪਾਸੇ ਭੱਜ ਗਏ ਕਿ ਹੁਣ ਕੁਛ ਟਾਈਮ ਆਹ ਕਰ ਲਈਏ, ਕੁਛ ਆਏ ਨਹੀਂ, ਕਿਸੇ ਉਸੇ ਗੱਲ ਨੂੰ ਚਿੱਤ 'ਚ ਤੇ ਉਸੇ ਨੂੰ ਮਨ 'ਚ ਰੱਖੋ, ਉਸੇ ਦੇ ਲਾਮੀ ਤੁਰੇ ਫਿਰੋ। ਇੱਕ ਦਿਨ ਆਉਂਦਾ, ਹਰ ਇੱਕ ਦਾ ਟਾਈਮ ਆਉਂਦਾ, ਸਭ ਘਾਟੇ ਵਾਧੇ ਪੂਰੇ ਹੋ ਜਾਂਦੇ ਆ, ਉਹ ਸਿਸਟਮ ਸਮਝ ਆ ਜਾਂਦਾ। ਤਾਂ ਅੱਗੇ ਸਤਿਗੁਰੂ ਕੀ ਕਹਿੰਦੇ ਆ, ਹਰ ਜਾਣਾ ਸਭ ਕੁਛ ਜੋ ਜੀ ਵਰਤਾ ਹੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਤੇ ਮਹਾਰਾਜ ਉਹੀ ਗੱਲ ਕਹਿੰਦੇ ਆ, ਕਹਿੰਦੇ ਉਹਦਾ ਇੱਕ ਸਿਸਟਮ ਹੈ ਜਿਹੜਾ ਸਭ ਕਾਸੇ ਨੂੰ ਜਾਣਦਾ ਹੈ ਕਿ ਤੂੰ ਕਦੋਂ ਕੀ ਕਰਦਾ ਚਿੱਤ ਦੇ ਵਿੱਚ, ਕਦੋਂ ਤੇਰੇ ਚਿੱਤ 'ਚ ਹੁੰਦੀ ਹੈ ਗੱਲ, ਕਦੋਂ ਤੇਰੇ ਨਹੀਂ ਹੁੰਦੀ, ਕੀ ਚੱਲ ਪੈਂਦਾ ਤੇਰੇ ਸਰੀਰ ਅੰਦਰੇ ਅੰਦਰ, ਕੀ ਖਬਰਾਂ ਚੱਲ ਪੈਂਦੀਆਂ, ਤੇ ਉਹ ਗੱਲ ਭੁੱਲ ਹੀ ਜਾਣਾ ਤੂੰ ਜਿਹੜੀ ਮੰਗਦਾ। ਉਹ ਐਵੇਂ ਕਿਤੇ ਚੇਤੇ ਚੂਤੇ ਕਰ ਲਈ, ਮੱਥਾ ਟੇਕਣ ਗਏ ਨੇ, ਕਦੇ ਅਰਦਾਸ ਕਰਾਤੀ, ਐਂ ਨਹੀਂ ਗੱਲ ਬਣਦੀ। ਚੱਲੀ ਜਾਵੇ, ਉਹੀ ਹੋਵੇ, ਅੱਖਾਂ ਬੰਦ ਕਰੇ ਤੋਂ ਵੀ ਦਿਸਿਓ ਜਿਹਨੂੰ ਮੰਗਦੇ ਆ, ਅੱਖਾਂ ਸਾਹਮਣੇ ਆ ਖੜੇ ਉਹ ਚੀਜ਼, ਉਹ ਜੋ ਵੀ ਹੋ ਸਕਦਾ ਉਹ ਦੁਨੀਆ ਦਾ। ਤਾਂ ਮਹਾਰਾਜ ਕਹਿੰਦੇ ਹਰ ਜਾਣਾ ਸਭ ਕੁਛ ਜੋ ਜੀ ਵਰਤਾ ਹੈ, ਜਿਹਨੂੰ ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਗਵੈ। ਉਗਰੂ ਉਹ ਜਿਹੜਾ ਜੀ 'ਚ ਚੱਲਦਾ। ਸਾਡੇ ਜੀ 'ਚ ਤਾਂ ਨਫ਼ਰਤਾਂ ਚੱਲਦੀਆਂ, ਦੂਜਾ ਨਾ ਕਾਮਯਾਬ ਹੋ ਜੇ, ਦੂਜਿਆਂ ਪ੍ਰਤੀ ਉਹ ਸਾਡੇ ਕੋਲੇ ਹੱਕ ਹੈ ਨਹੀਂ ਦੂਜਿਆਂ ਬਾਰੇ ਇੰਨਾ ਕੁਛ ਸੋਚਣ ਦਾ, ਤੇ ਉਹਦੇ ਤੇ ਫਿਰ ਕਾਟਾ ਮਾਰ ਦਿੰਦਾ ਸਤਿਗੁਰੂ ਕਿ ਤੇਰਾ ਅਧਿਕਾਰ ਖੇਤਰ ਹੀ ਨਹੀਂ ਇਹ ਕਿਸੇ ਹੋਰ ਬਾਰੇ ਗੱਲਾਂ ਕਰਨ ਦਾ, ਕਿਸੇ ਹੋਰ ਬਾਰੇ ਬੁਰਾ ਸੋਚਣ ਦਾ, ਕਰਨ ਦਾ। ਇਹ ਤਾਂ ਮਾਇਆ ਜਾਲ ਹੈ, ਉਧਰ ਨਹੀਂ ਸਤਿਗੁਰੂ ਫਲ ਪਾਉਂਦਾ। ਉਹ ਕਹਿੰਦਾ ਤੂੰ ਆਪਣੇ ਭਲੇ ਲਈ, ਆਪਣੀ ਤਰੱਕੀ ਲਈ ਕਰ, ਕੀ ਕਰਦਾ ਹੈ। ਹਰ ਜਾਣਾ ਸਭ ਕੁਛ ਜੋ ਜੀ ਵਰਤਾ ਹੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਉਹ ਘਾਲਣਾ ਕਿਸੇ ਦੀ ਇੱਕ ਤਿਲ ਵੀ ਨਹੀਂ ਗਵਾਉਂਦਾ। ਹੁਣ ਅੱਜ ਕੇ ਇੱਥੇ ਅਸੀਂ ਕਰਦੇ ਕੀ ਹਾਂ, ਜਿਹੋ ਜਿਹੇ ਵੀ ਹੈਗੇ ਆਪਾਂ ਇਸ ਵੇਲੇ, ਨਿਗਾਹ ਮਾਰ ਲਿਓ, ਅੱਖਾਂ ਬੰਦ ਕਰ ਲਿਓ, ਇਹਨੂੰ ਪੌਜ਼ ਕਰ ਲਿਓ। ਜੇ ਤਾਂ ਤੁਸੀਂ ਸੌਖੇ ਹੋ
ਸ਼ੁਕਰਾਨਾ ਕਰਿਓ ਦਾਤੇ ਦਾ ਕਿ ਤੁਹਾਡੇ ਖਿਆਲ ਸੋਹਣੇ ਹੋਣੇ ਆ। ਤੁਸੀਂ ਭਲਾ ਹੀ ਸੋਚਦੇ ਹੋਵੋਗੇ ਲੋਕਾਂ ਦਾ, ਜੇ ਅੱਜ ਸੌਖੇ ਹੋ ਤੇ ਖੁਸ਼ ਹੋ, ਕਾਇਨਾਤ ਦਾ ਭਲਾ ਸੋਚਦੇ ਹੋਵੋਗੇ, ਪੁੰਨਦਾਨ ਵੀ ਕਰਦੇ ਹੋਵੋਗੇ, ਰੱਬ ਲੱਗਦਾ ਪਾਠ ਪੂਜਾ ਵੀ। ਜਾਣੀ ਇਹੀ ਕਾਰਨ ਹੈ ਕਿ ਜੇ ਤੁਸੀਂ ਟਿਕਾ ਚੋਂ ਤਾਂ ਟਿਕਾ ਵਾਲੀਆਂ ਗੱਲਾਂ ਵੀ ਕਰਦੇ ਰਹੇ ਹੋਵੋਗੇ, ਜੀਜ ਵੀ ਤੁਹਾਡੇ ਉਹੀ ਹੋਣਗੀਆਂ, ਭਲੇ ਦੀਆਂ ਕਦੀਆਂ ਗੱਲਾਂ ਨਹੀਂ ਭਲਾ ਕਰਦੇ ਵੀ ਹੋਵੋਗੇ, ਤਾਂ ਹੀ ਸੌਖੇ ਹੋ। ਜੇ ਤਪਦੇ ਫਿਰਦੇ ਹੋ, ਖਪਦੇ ਫਿਰਦੇ ਹੋ, ਸਮਝ ਨਹੀਂ ਆਉਂਦੀ, ਤਾਂ ਸਮਝ ਲਓ ਫਿਰ ਤੁਹਾਡੇ ਜੀਜ ਵੀ ਉਹੀ ਆ। ਜੋ ਬੀਜਦੇ ਉਹੀ ਵੱਢਣਾ ਪੈਣਾ ਹੈ। ਆਪਦੇ ਤੇ ਧਿਆਨ ਮਾਰ ਲਿਓ। ਸੌਖੇ ਆ ਤਾਂ ਵੀ ਇਸ ਕਰਕੇ ਕਿ ਅੰਦਰ ਬੀਜ ਸੋਹਣੇ ਆ, ਜੀ ਦੇ ਵਿੱਚ ਸੋਹਣਾ ਸੋਚਦੇ ਹੋ। ਤੇ ਜੇ ਅੱਜ ਹਾਲਾਤ ਮਾੜੇ ਆ ਤਾਂ ਮਾੜਾ ਵੀ ਸੋਚਿਆ ਜਾ ਰਿਹਾ, ਕਰਿਆ ਜਾ ਰਿਹਾ। ਬੇਸ਼ੱਕ ਬਾਹ ਤਾਂ ਸਾਡੀ ਨਹੀਂ ਚੱਲਦੀ, ਅਸੀਂ ਕਰਤਾ ਉੱਡਾ ਨਹੀਂ ਸਕਦੇ ਕਿਸੇ ਦਾ ਕੁਛ, ਪਰ ਸੋਚਣੋਂ ਅਸੀਂ ਹਟਦੇ ਨਹੀਂ। ਤੇ ਜਿਵੇਂ ਸਾਡੇ ਨਾਲ ਹੋ ਰਿਹਾ, ਸਾਡੇ ਅੰਦਰ ਕੋਈ ਈਰਖਾ, ਦਵੈਸ ਹੈ, ਸਾੜਾ ਹੈ, ਆਸਾ, ਤ੍ਰਿਸ਼ਨਾ, ਉਹ ਜੀ 'ਚ ਚੱਲਦੀ ਹੈ, ਤਾਂ ਹੀ ਬਾਹਰ ਪ੍ਰਗਟਾਵਾ ਹੁੰਦਾ। ਜੇ ਜੀ 'ਚ ਭਲਾ ਚੱਲਦਾ, ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ, ਹਰ ਵੇਲੇ ਗੁਰੂ ਭਲਾ ਕਰੇ, ਤੇਰੀ ਖੈਰ ਹੋਵੇ, ਜਾਵੇ ਸੱਜਣ ਤੇਰੀ ਖੈਰ ਹੋਵੇ, ਸਭ ਦੀ ਖੈਰ ਮੰਗਦਾ ਜਿਹੜਾ, ਉਹਦੀ ਆਪ ਦੀ ਖੈਰ ਹੋ ਜਾਂਦੀ ਹੈ। ਤਾਂ ਸਤਿਗੁਰੂ ਅੱਗੇ ਕੀ ਕਹਿੰਦੇ ਆ? ਕਹਿੰਦੇ ਉਹ ਕਿਸੇ ਦੀ ਘਾਲਣਾ ਇੱਕ ਤਿਲ ਜਿੰਨੀ ਕੀਤੀ ਵੀ ਐਵੇਂ ਨਹੀਂ ਜਾਣ ਦਿੰਦਾ। ਤਿਲ ਜਿੰਨਾ ਵੀ ਕੋਈ ਜਿਹੜਾ ਸੋਚਦੇ ਹੋ ਨਾ ਚਿੱਤ 'ਚ, ਉਹਨੇ ਸਾਹਮਣੇ ਆਉਣਾ ਹੀ ਆਉਣਾ। ਇਹੀ ਜਨਮ ਮਰਨ ਦੇ ਚੱਕਰ ਦਾ ਆਧਾਰ ਬਣਦਾ, ਕਿਉਂਕਿ ਜੋ ਅਸੀਂ ਸੋਚਦੇ ਰਹਿੰਦੇ ਹਾਂ ਸਾਡੇ ਨਾਲ ਹੀ ਤੁਰਿਆ ਜਾਂਦਾ, ਨਾਲ ਹੀ ਤੁਰਿਆ ਜਾਂਦਾ। ਉਦੋਂ ਨੂੰ ਸਾਡਾ ਐਂਡ ਆ ਜਾਂਦਾ। ਤੋ ਐਂਡ ਵੇਲੇ ਜਿਹੜੀ ਗੱਲ ਚੱਲ ਰਹੀ ਹੁੰਦੀ ਹੈ ਤੇ ਪਿਛਲੇ ਸਾਰੇ ਸੂਤਰ, ਉਹਨਾਂ ਦੇ ਆਧਾਰ ਤੇ ਨਵਾਂ ਜਨਮ ਸਾਨੂੰ ਲੈਣ ਨੂੰ ਆਉਣਾ ਪੈਂਦਾ, ਕਿਉਂਕਿ ਉਹ ਵਿਧਾਨ ਹੀ ਆ। ਜੇ ਇੱਥੋਂ ਜਿਉਂਦੇ ਜੀ ਨਿਬੇੜਾ ਨਾ ਕੀਤਾ, ਜਿਉਂਦੇ ਜੀ ਸਾਰੇ ਕਾਹੇ ਤੋਂ ਉੱਪਰ ਨਾ ਉੱਠੇ, ਚੌਥੇ ਪਦ 'ਚ ਨਾ ਗਏ, ਤਾਂ ਵਾਪਸ ਇੱਥੇ ਹੀ ਆਉਣਾ ਪੈਣਾ, ਉਹਨਾਂ ਹੀ ਲੋਕਾਂ 'ਚ ਉਹੀ ਗੱਲਾਂ, ਉਹੀ ਬਾਤਾਂ। ਤੇ ਮਹਾਰਾਜ ਤਾਂ ਹੀ ਕਹਿੰਦੇ ਇਹ ਚੱਕਰ ਆ ਸੰਸਾਰ, ਹੀ ਕਰਦੇ ਹੀ ਮਰ ਜਾਂਦੇ ਹਾਂ ਆਪਾਂ। ਲਈ ਪਤਾ ਨਹੀਂ ਕਿੰਨੇ ਕਰੀ ਸੁਖਨੀ ਸਾਹਿਬ 'ਚ ਦੱਸੀ ਤਾਂ ਜਾਂਦੇ ਆਪਾਂ ਰਾਜੇ ਬਣੇ ਆ, ਕਿੰਨੇ ਕਰੀ, ਕਈ ਕੋਟ ਭਏ ਪੁਜਾਰੀ, ਕਈ ਕੋਟ ਕਹਿੰਦੇ ਧਨੀ ਰਹੇ ਆ ਬੜੇ ਬੜੇ। ਇਹ ਐਂ ਚੱਲੀ ਜਾਂਦਾ। ਜੇ ਆਪਾਂ ਹੁਣ ਵੀ ਉਹੀ ਧਨ ਮੰਗੀ ਜਾਂਦੇ, ਉਹੀ ਅਹੁਦੇ, ਉਹੀ ਗੱਲਾਂ, ਉੱਧਰ ਹੀ ਉਲਝੇ ਫਿਰਦੇ ਆ, ਤਾਂ ਸਮਝ ਲਓ ਅਸੀਂ ਅਸਲੀ ਗੱਲ ਜੀਵਨ ਮੁਕਤੀ ਵਾਲੀ ਸਮਝ ਹੀ ਨਹੀਂ ਦਾਤੇ ਦੀ। ਜੀਵਨ ਮੁਕਤ ਹੋ ਕੇ ਵੀ ਜੀਆ ਜਾ ਸਕਦਾ, ਉਦੋਂ ਸੋਹਣਾ ਜਿਉਂਦੇ ਆ, ਫਿਕਰ ਫਾਕਾ ਹੀ ਕੋਈ ਨਹੀਂ ਰਹਿੰਦਾ। ਤਾਂ ਅੱਗੇ ਸਤਿਗੁਰੂ ਕੀ ਕਹਿੰਦੇ ਆ? ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮਹਿ ਸੁਆਮੀ ਰਿਹਾ ਸਮਾਈ। ਹੁਣ ਕਿੰਨੇ ਕਾਰੀ ਦੱਸਣਾ ਆਪਾਂ ਨੂੰ ਕਿ ਅਸੀਂ ਗੱਲ ਕਿਹਦੀ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦੇਖੋ ਕਿੱਡੀ ਕਿਰਪਾ ਕਰ ਰਹੇ ਆ। ਕਹਿੰਦੇ ਉਸ ਹਰੀ ਪ੍ਰਮਾਤਮਾ ਦੀ ਗੱਲ ਕਰਦੇ ਆ। ਕਿਤੇ ਹਰੀ ਵੀ ਕਿਸੇ ਦਾ ਨਿੱਕਾ ਜਾਣਾ ਬਣਾ ਬੈਠੀਆਂ ਆਪਦਾ ਹੀ। ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਉਸ ਹਰੀ ਦੀ ਆਸ ਕਰ ਜੋ ਸਭ ਮਹਿ ਸੁਆਮੀ ਰਿਹਾ ਸਮਾਈ, ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਜਿੱਦਾਂ ਹੀ ਤੂੰ ਤਣੋ ਮਨੋ ਧਨੋ ਇਹ ਮੰਨ ਲੇਗਾ ਨਾ ਕਿ ਮੇਰਾ ਹਰ, ਮੇਰਾ ਪ੍ਰਮਾਤਮਾ, ਮੇਰਾ ਵਾਹਿਗੁਰੂ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਈਰਖਾ ਨੂੰ ਥਾਂ ਨਹੀਂ ਰਹਿਣਾ, ਤ੍ਰਿਸ਼ਨਾ ਨੂੰ ਥਾਂ ਨਹੀਂ ਰਹਿਣਾ, ਗਾਲਾਂ ਕੱਢਣ ਨੂੰ ਥਾਂ ਨਹੀਂ ਰਹਿਣਾ। ਫਿਰ ਤਾਂ ਸੁਆਮੀ ਨੂੰ ਹੀ ਜਾਂਦੀ ਹੈ ਸਾਰੀ। ਤੇ ਸੁਆਮੀ ਜਦੋਂ ਵਾਪਸੀ ਕਰਦਾ ਨਾ, ਬੜਾ ਔਖਾ ਕਰਦਾ। ਕਹਿੰਦੇ ਆ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ, ਐਂ ਹੁੰਦਾ। ਉਹਨੂੰ ਮੰਨਣਾ ਪੈਣਾ, ਉਹਨੂੰ ਸਮਝਣਾ ਪੈਣਾ। ਇਸ ਗੱਲ ਨੂੰ ਜਿੰਨਾ ਜਲਦੀ ਸਮਝ ਕੇ ਜ਼ਿੰਦਗੀ ਉਨੀ ਹਸੀਨ ਹੈ। ਫਿਰ ਪਤਾ ਲੱਗਦਾ ਵੀ ਹਾਂ ਵਾਕਈ ਜ਼ਿੰਦਗੀ ਖੂਬਸੂਰਤ ਹੈ। ਤੇ ਆਹ ਵੀ ਪਤਾ ਲੱਗਦਾ ਜਿਹੜੇ ਦੁੱਖ ਸੁੱਖ ਆਉਂਦੇ ਕਾਹਦਾ ਕਰਕੇ ਆਉਂਦੇ, ਕਿਹੜੇ ਨਿਯਮਾਂ ਅਧੀਨ ਆ ਰਹੇ ਆ। ਫਿਰ ਤਾਂ ਦਿਸਣ ਲੱਗ ਜਾਂਦਾ ਸਾਰਾ ਕੁਛ। ਫਿਰ ਤਾਂ ਬੰਦੇ ਨੂੰ ਐਂ ਲੱਗਦਾ ਵੀ ਆਹ ਜਿਵੇਂ ਕਿਸੇ ਫਿਲਮ 'ਚ ਕਿਸੇ ਨੂੰ ਭਿਖਾਰੀ ਦਾ ਰੋਲ ਮਿਲ ਗਿਆ, ਚਲੋ ਭਿਖਾਰੀ ਦਾ ਕਰ ਦਿੰਦੇ ਆ, ਖਲਨਾਇਕ ਦਾ ਮਿਲ ਗਿਆ ਉਹ ਕਰ ਦਿੰਦੇ ਆ, ਹੀਰੋ ਦਾ ਮਿਲ ਗਿਆ ਇਹ ਕਰ ਲਿਆ। ਫਿਰ ਤਾਂ ਜ਼ਿੰਦਗੀ 'ਚ ਇਹ ਚੀਜ਼ਾਂ ਐਂ ਲੱਗਦੀਆਂ ਜਿਵੇਂ ਨਾਟਕਾਂ 'ਚ ਕੰਮ ਕਰਦੇ ਹੁੰਦੇ ਆ। ਰਿਸ਼ਤੇ ਨਾਤੇ ਵੀ ਐਂ ਸਮਝ ਆ ਜਾਂਦੇ ਆ। ਫਿਰ ਅੱਗੇ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਕਹਿੰਦੇ ਮੇਰੇ ਮਨਾ ਆਸਾ ਇੱਕ ਦੀ ਕਰ, ਜਿਹੜਾ ਜਗਤ ਦਾ ਈਸ ਹੈ, ਗੋ ਸਾਈਂ, ਗੋ ਨੂੰ ਪਾਲਣ ਵਾਲਾ ਸਾਈਂ ਹੈ, ਜਿਹੜਾ ਸਾਰੇ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਜਿਹੜਾ ਉਹਦੇ ਤੋਂ ਆਸਾ ਰੱਖ। ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨਿਹਫਲ ਆਸ ਸਭ ਬਿਰਥੀ ਜਾਈ। ਤੇ ਜਿਹੜਾ ਕਹਿੰਦੇ ਆਸਾ ਉੱਧਰ ਜਾਣ ਦੀ ਬਜਾਏ, ਜਾਣੀ ਅੰਦਰ ਜਿਹੜਾ ਬੈਠਾ ਪਰਮ ਪਿਤਾ ਉਹ ਤੇ ਆਸ ਰੱਖਣ ਦੀ ਬਜਾਏ ਆਪਣੇ ਆਪੇ ਨੂੰ ਸਮਝਣ ਤੋਂ ਬਿਨਾਂ ਜਿਹੜਾ ਕੁਛ ਵੀ ਹੋਰ ਕਰਦਾ, ਅਵਰ ਦੀ ਆਸ, ਬਾਹਰ ਦੀ ਆਸ ਲਾਉਂਦਾ, ਬਾਹਰ ਮਾਇਆ ਤੇ ਕਿਸੇ ਹੋਰ ਤੇ ਇਹ ਆਸਾਂ ਲਾਉਂਦਾ। ਮਹਾਰਾਜ ਕਹਿੰਦੇ ਜੋ ਬਿਨ ਹਰ ਆਸ, ਹਰ ਅੰਦਰ, ਇਹ ਸਮਝ ਲਿਓ ਗੱਲ ਕਹਿੰਦੇ ਕਿਹਨੂੰ ਮਹਾਰਾਜ, ਕਿਉਂਕਿ ਅਸੀਂ ਹਰੀ ਨੂੰ ਪ੍ਰਗਟ ਕਰਨਾ। ਇਹ ਸਾਨੂੰ ਲੈਸਨ ਮਿਲਿਆ ਕਿ ਮੈਂ ਸੁੱਪ ਕੇ ਬੈਠਾ ਤੇਰੇ ਅੰਦਰ, ਮੇਰੇ ਕੋਲ ਆ ਕਦੋਂ ਆਉਣਾ। ਉਹ ਰੱਬ ਅੰਦਰ ਆ, ਉਹਦੇ ਤੇ ਆਸ ਲਾਉਣੀ ਆ, ਉਹਨੂੰ ਹੀ ਗੱਲ ਕਹਿਣੀ ਆ। ਜੀ ਦੇ ਵਿੱਚ ਅੰਦਰ ਆਪ ਉਤਰਨਾ ਹੈ, ਆਪਦੇ ਧਿਆਨ ਨੂੰ, ਆਪਦੀ ਸੁਰਤ ਨੂੰ ਸਵਾਸਾਂ ਦੇ ਨਾਲ ਅੰਦਰ ਲੈ ਕੇ ਜਾਣਾ ਧੁਨ 'ਚ।
ਇੱਥੋਂ ਸਾਰੀਆਂ ਰਾਜ ਖੁੱਲ੍ਹਣੇ ਆ, ਇੱਥੋਂ ਹੀ ਸੁੰਨ ਸਮਾਧੀਆਂ, ਇੱਥੋਂ ਹੀ ਤਿਰਕੁਟੀ, ਇੱਥੋਂ ਹੀ ਆ ਜਿਹੜੀਆਂ ਕੁੰਡਲਨੀਆਂ, ਸੱਤੇ ਚੱਕਰ, ਸਾਰਾ ਕੁਝ ਇੱਥੋਂ ਹੀ ਸਮਝ ਆਉਂਦਾ। ਪਰ ਜਾਣਾ ਪੈਂਦਾ ਸਵਾਸਾਂ ਦੇ ਨਾਲ ਖੁਦ। ਇਹ ਖੇਡ ਹੌਲੀ ਹੌਲੀ ਬਣਦੀ ਹੈ। ਪਰ ਜੇ ਇਹ ਤੋਂ ਬਿਨਾਂ ਕਹਿੰਦੇ ਕੁਝ ਹੋਰ ਕਰੇਗਾ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਕਿਸੇ ਹੋਰ ਦੀ ਬਾਹਰੀ ਆਸ ਕੁਝ ਵੀ ਹੋ ਸਕਦੀ ਹੈ। ਸਾ ਨਿਹਫਲ ਆਸ ਸਭ ਬਿਰਥੀ ਜਾਈ, ਰਹਾਓ। ਉਹ ਆਸਾਂ ਬਿਰਥੀਆਂ ਜਾਣਗੀਆਂ, ਕਿਉਂਕਿ ਬਾਹਰ ਦੀ ਕੀਤੀ ਆਸ ਤੇਰੇ ਕੰਮ ਨਹੀਂ ਆਉਣੀ। ਉਹ ਤੇਰੇ ਪ੍ਰਾਣ ਊਰਜਾ ਦਾ, ਤੇਰਾ ਟਾਈਮ, ਤੇਰੇ ਸਵਾਸਾਂ ਦੀ ਬਰਬਾਦੀ ਹੈ। ਉਨੇ ਟਾਈਮ 'ਚ ਤਾਂ ਤੂੰ ਜੀ 'ਚ ਚਲਿਆ ਜਾਂਦਾ, ਜਿੱਥੋਂ ਉੱਗਰਨਾ ਸਾਰਾ ਕੁਝ, ਭਾਵੇਂ ਅਮੀਰੀ ਉਗਾਲਾ, ਭਾਵੇਂ ਫਕੀਰੀ ਉਗਾਲਾ, ਉਹ ਤੇਰੀ ਮਰਜ਼ੀ ਹੈ। ਅੱਗੇ ਸਤਿਗੁਰੂ ਕੀ ਕਹਿੰਦੇ ਨੇ, ਜੋ ਦੀਸੈ ਮਾਇਆ ਮੋਹ ਕਟੰਬ, ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ। ਕਹਿੰਦੇ ਜੋ ਆ ਦਿਸ ਰਿਹਾ ਨਾ, ਦੇਖਣ ਨੂੰ ਬੜਾ ਸੋਹਣਾ ਲੱਗਦਾ, ਲਗਜ਼ਰੀ ਲੱਗਦੀ ਹੈ। ਜੋ ਦੀਸੈ ਮਾਇਆ ਮੋਹ ਕਟੰਬ, ਇਹ ਮਾਇਆ ਮੋਹ ਦਾ ਜਿਹੜਾ ਕੁਟੰਬ ਆ ਨਾ, ਕਹਿੰਦੇ ਮਤ ਤਿਸ ਕੀ ਆਸ ਲਗ ਜਨਮ ਗਵਾਈ। ਕਹਿੰਦੇ ਇਹਦੀ ਆਸ ਦੇ ਵਿੱਚ ਜਨਮ ਨਾ ਗਵਾ ਦੀ। ਇਹ ਇੰਨਾ ਬਣਾਉਟੀ ਪਾਣਾ ਹੈ, ਜਿੰਨਾ ਵੀ ਕਹਿ ਦਿਓ, ਤੁਹਾਨੂੰ ਜਾਗਣ ਦੀ ਦੇਰ ਹੈ। ਤੁਹਾਨੂੰ ਉਹੀ ਦਿਸਣ ਲੱਗ ਜਾਣਾ ਸਾਰਾ ਕੁਝ। ਤੁਹਾਨੂੰ ਕੋਈ ਧੋਖਾ ਨਹੀਂ ਦੇ ਸਕਦਾ। ਫਿਰ ਤੁਹਾਨੂੰ ਪਤਾ ਹੁੰਦਾ, ਬਸ ਤੁਸੀਂ ਇੱਕ ਨਿਯਮ ਪੂਰਾ ਕਰਦੇ ਹੋ, ਵਰਤ ਵਰਤੇਵੇ ਵਾਲਾ ਵੀ। ਫਿਰ ਤਾਂ ਤੁਹਾਨੂੰ ਪਤਾ ਹੁੰਦਾ ਕਿ ਮੈਨੂੰ ਕਰਨਾ ਪੈਣਾ। ਇੱਥੋਂ ਤੱਕ ਕਲੀਅਰਟੀ ਸਤਿਗੁਰੂ ਬਖਸ਼ ਦਿੰਦੇ ਆ, ਕਿਉਂਕਿ ਜਦੋਂ ਤੁਹਾਡਾ ਧਿਆਨ ਤੁਹਾਡੇ ਨੇੜੇ ਹੈ। ਮੰਨ ਲਓ ਤੁਸੀਂ ਕਿਸੇ ਦੇ ਘਰ ਗਏ ਹੋ, ਤੁਹਾਡੇ ਘਰ ਜਾਣ ਤੋਂ, ਬੈਲ ਮਾਰਨ ਤੋਂ ਪਹਿਲਾਂ ਉਹਨਾਂ ਦੇ ਘਰ 'ਚ ਕਲੇਸ਼ ਹੋਈ ਜਾਂਦਾ, ਪੂਰਾ ਉਹ ਲੜੀ ਜਾਂਦੇ ਆ, ਪੂਰਾ ਜੁੱਤੋ ਜੁੱਤੀ ਹੋਈ ਜਾਂਦੇ ਆ। ਹੋ ਸਕਦਾ ਤੁਹਾਡੇ ਬਾਰੇ ਕੋਈ ਗੱਲ ਚੱਲ ਰਹੀ ਹੋਵੇ, ਉੱਥੇ ਕੋਈ ਕਲਾ ਕਲੇਸ਼ ਹੀ ਐਸਾ ਹੋਵੇ, ਤੁਸੀਂ ਬੈਲ ਮਾਰਤੀ ਜਾ ਕੇ, ਜਾਂ ਬਾਹਰੋਂ ਕਿਤੋਂ ਫੋਨ ਕਰਤਾ ਕਿ ਮੈਂ 5 ਮਿੰਟਾਂ ਨੂੰ ਆ ਰਿਹਾ, ਤੇ ਉਹਨਾਂ ਨੇ 5 ਮਿੰਟਾਂ ਦੇ ਵਿੱਚ ਦਵਾ ਆਪਦਾ ਮੂੰਹ ਮਾਂ ਧੋਤਾ, ਦਵਾ ਠੀਕ ਠਾਕ ਕੀਤਾ, ਚਾਦਰਾਂ ਚੂਦਰਾਂ ਸੈੱਟ ਕੀਤੀਆਂ, ਤੇ ਤੁਹਾਡੇ ਆਉਂਦਿਆਂ ਨੂੰ ਚਿਹਰੇ 'ਤੇ ਮੁਸਕਾਨ ਲਿਆ ਕੇ, ਆਓ ਭਾਜੀ ਤੁਹਾਨੂੰ ਹੀ ਉਡੀਕ ਰਹੇ ਸੀ, ਬੜਾ ਚੰਗਾ ਲੱਗਿਆ ਤੁਸੀਂ ਆਏ, ਉਹ ਤੁਹਾਨੂੰ ਐਂ ਕਰਕੇ ਅੰਦਰ ਲੈ ਗਏ। ਅੱਜ ਦੀ ਘੜੀ ਤਾਂ ਤੁਹਾਨੂੰ ਲੱਗਦਾ ਵੀ ਬੜਾ ਚੰਗਾ ਲੱਗਿਆ ਉਹਨਾਂ ਨੂੰ, ਤੁਸੀਂ ਵੀ ਉਸ ਗੱਲ 'ਚ ਬੜੇ ਖੁਸ਼ ਹੁੰਦੇ ਹੋ, ਸਮੋਸੇ ਪਕੌੜੇ ਛਕਦੇ ਹੋ ਜਿਹੜੇ ਲਿਆ ਕੇ ਖਵਾਉਂਦੇ ਆ, ਹੋਰ ਕਰਦੇ ਆ। ਪਰ ਜਿੱਦੇ ਜਾਗ ਜਾਂਦੇ ਹੋ ਨਾ, ਆਪਣੇ ਅੰਦਰ ਉਤਰ ਜਾਂਦੇ ਹੋ, ਉਹ ਜਿਹੜੀ ਪਹਿਲਾਂ 5 ਮਿੰਟ ਪਹਿਲਾਂ ਫਿਲਮ ਚੱਲ ਕੇ ਹਟੀ ਆ, ਉਹ ਸਾਰੀ ਸਾਹਮਣੇ ਆਉਂਦੀ ਆ ਅੱਖਾਂ ਦੇ, ਕਿਉਂਕਿ ਉਹ ਕਣ ਊਰਜਾ ਦੇ ਉੱਥੇ ਹੀ ਫਿਰਦੇ ਹੁੰਦੇ ਆ। ਉਹਨਾਂ ਦੇ ਆਵਾਜ਼ਾਂ, ਉਹਨਾਂ ਦੇ ਖਿਆਲ, ਉਹਨਾਂ ਦੇ ਆਭਾ ਮੰਡਲ 'ਚੋਂ ਦਿਸ ਰਹੇ ਹੁੰਦੇ ਆ। ਤੁਹਾਨੂੰ ਕਲੀਅਰ ਕੱਟ ਦਿਸ ਜਾਂਦਾ ਕਿ ਇੱਥੇ ਮੈਨੂੰ ਵੀ ਪ੍ਰਸ਼ਾਦ ਮਿਲ ਹਟਿਆ, ਇੱਦੋਂ ਪਹਿਲਾਂ ਆਉਣ ਤੋਂ ਮੇਰੇ ਬਾਰੇ ਕੀ ਚੱਲਦਾ ਸੀ, ਤੁਹਾਨੂੰ ਸਰੇਆਮ ਪਤਾ ਲੱਗ ਜਾਂਦਾ। ਫਿਰ ਵਾਰੀ ਜਾਓਗੇ, ਜਿੱਥੇ ਪਤਾ ਵੀ ਕੜਾਹ ਮਿਲਦਾ, ਜਾਓਗੇ, ਨਹੀਂ ਜਾਂਦੇ। ਆਈ ਅੰਦਰੋਂ ਪਤਾ ਲੱਗ ਕਿ ਤੁਹਾਨੂੰ ਇਹ ਅਹਿਸਾਸ ਹੋਣਗੇ ਕਿ ਮੂੰਹ 'ਤੇ ਅਗਲਾ ਕਹਿੰਦਾ, ਆਉਂਦੇ ਨੂੰ ਦੇਖ ਕੇ ਵੀ ਚਿੱਤ 'ਚ ਕੀ ਸੋਚਦਾ, ਗਏ ਬਾਅਦ ਕੀ ਬੋਲਦਾ, ਇਹ ਆਨਲਾਈਨ ਹੋ ਜਾਂਦਾ ਸਾਰਾ ਸਿਸਟਮ, ਪਤਾ ਲੱਗਦਾ ਚਿੱਤ ਨੂੰ। ਤੁਹਾਨੂੰ ਇੱਕ ਵੀ ਇਹੋ ਜਿਹਾ ਨਹੀਂ ਥਿਆਊਗਾ ਜਿਹੜਾ ਤੁਹਾਨੂੰ ਪਿਆਰ ਕਰਦਾ ਹੋਊ ਦਿਲੋਂ। ਕੋਈ ਤੁਹਾਡੀ ਦੌਲਤ ਨੂੰ ਕਰਦਾ ਹੋਊਗਾ, ਕੋਈ ਤੁਹਾਡੀ ਸ਼ੋਹਰਤ ਨੂੰ ਕਰਦਾ ਹੋਊਗਾ, ਕੋਈ ਤੁਹਾਡੇ ਅਹੁਦੇ ਨੂੰ ਕਰਦਾ ਹੋਊਗਾ। ਕਿਸੇ ਨਾ ਕਿਸੇ ਗੱਲ 'ਚੋਂ ਫਸਿਆ ਵਾ, ਕੁਛ ਚਾਹੁੰਦਾ ਤੁਹਾਥੋਂ। ਸਿੱਧਾ ਤੁਹਾਨੂੰ ਨਹੀਂ ਲੱਗਦਾ ਕਿ ਆਪਣੀ ਸਕੀ ਮਾਂ ਤੋਂ ਬਿਨਾਂ ਜਾਂ ਆਪਣੇ ਸੱਜਣ ਤੋਂ ਬਿਨਾਂ ਕੋਈ ਛੇਤੀ ਸਮਝ ਸਕਦਾ ਜਾਂ ਛੇਤੀ ਪਿਆਰ ਕਰਦਾ। ਬਹੁਤ ਔਖਾ, ਬਹੁਤ ਹੀ ਔਖਾ। ਜਿਵੇਂ ਜਾਗਦੇ ਹੋ, ਇੱਕ ਵਾਰੀ ਅਪਸੈਟਿੰਗ ਵੀ ਆਉਂਦੀ ਹੈ ਜ਼ਿੰਦਗੀ 'ਚ, ਕਿਉਂਕਿ ਹਰ ਇੱਕ ਬੰਦੇ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਜਾਂਦਾ, ਸਭ ਦਾ ਹੀ। ਇੱਥੇ ਬਾਹਲਾ ਕਹਿਣ ਦੀ ਲੋੜ ਹੀ ਨਹੀਂ, ਸਾਰਾ ਕੁਝ ਹੀ ਸਾਹਮਣੇ ਆਉਂਦਾ। ਜੋ ਦੀਸੈ ਮਾਇਆ ਮੋਹ ਕੁਟੰਬ, ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ। ਕਹਿੰਦੇ ਐਵੇਂ ਇਹਨਾਂ ਮਗਰ ਲੱਗ ਕੇ ਜਨਮ ਨਾ ਗਵਾ। ਇਹ ਸਾਰੇ 4 ਦਿਨ ਦੇ ਮਹਾਰਾਜ ਦੇ ਇਹੋ ਜਿਹੇ ਸ਼ਬਦ ਆਉਣਗੇ ਆਪਣੇ, ਕਿ ਆਪਣੇ ਸੁਆਏ ਦੇ ਕਾਰਨ ਹੀ ਤੇਰੇ ਨਾਲ ਵਰਤਦੇ ਆ, ਤੇ ਜਿੱਦੇ ਇਹਨਾਂ ਨੂੰ ਪਤਾ ਲੱਗੂ ਤੇਰੇ ਕੋਲ ਮਾਇਆ ਨਹੀਂ ਰਹੀ, ਉਹਦੇ ਦੇਖੀ ਤੈਨੂੰ ਕਿਸੇ ਨੇ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਣੀ ਤਾਂ ਸੱਚ ਵਾਲੀ ਦੂਰ ਆ, ਤੇਰੀ ਮੰਨਣੀ ਵੀ ਨਹੀਂ। ਤੂੰ ਸਤਿ ਸ੍ਰੀ ਅਕਾਲ ਬੁਲਾਉਣ ਨੂੰ ਕਰੇਗਾ, ਉਹਨਾਂ ਨੇ ਮੂੰਹ ਪਾਸੇ ਕਰ ਦੇਣਾ। ਆਹ ਚੀਜ਼ਾਂ ਵਾਪਰਦੀਆਂ। ਤੇ ਜੇ ਹਲੇ ਭੁਲੇਖਾ ਮਾੜਾ ਜਿਹਾ ਡਰਾਮਾ ਕਰਕੇ ਦੇਖ ਲਿਓ, ਐਵੇਂ ਗੱਲ ਦੱਸ ਦਿਓ ਕਿ ਮੇਰੇ ਕੋਲ ਤਾਂ 5 ਪੈਸੇ ਵੀ ਨਹੀਂ ਰਹੇ ਜ਼ਿੰਦਗੀ 'ਚ, ਸਭ ਕੁਝ ਕਰਪਟ ਹੋ ਗਿਆ, ਚਲਿਆ ਗਿਆ ਮੇਰੇ ਕੋਲੋਂ। ਦੱਸ ਦਿਓ ਯਾਰਾਂ ਦੋਸਤਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਕਿ ਵੱਡੀ ਠੱਗੀ ਹੋ ਗਈ, ਜੋ ਕੁਛ ਸੀ ਸਭ ਕੁਝ ਹੀ ਗਿਆ ਮੇਰਾ ਤਾਂ। ਤੇ ਫਿਰ ਐਂ ਦੇਖੋ, ਫੋਨ ਲਾ ਦੇਖੋ, ਫੋਨ ਤੁਹਾਡਾ ਚੱਕਦਾ ਕੌਣ ਆ? ਇੱਕ ਨੇ ਵੀ ਨਹੀਂ ਚੱਕਣਾ। ਹੋ ਸਕਦਾ ਘਰ ਦੇ ਵੀ ਕਹਿ ਦਿੰਦੇ ਬੁਰਾ ਲੱਗਦਾ, ਮੁਸਕ ਆਉਂਦਾ ਤੇਰੇ 'ਚੋਂ, ਬਿਰਧ ਆਸ਼ਰਮ 'ਚ ਸਿੱਟਿਆ ਹੁਣ, ਭਾਵੇਂ ਤੂੰ ਖਾਸ ਫੰਨੇ ਖਾਂ ਬਣਦਾ ਹੋਵੇਂ। ਜਿਹੜਾ ਲੱਗਦਾ ਹੁੰਦਾ ਨਾ ਮੈਨੂੰ ਬੜਾ ਚਾਹੁੰਦੇ ਆ, ਮੇਰਾ ਬੜਾ ਪਿਆਰ ਕਰਦੇ ਆ, ਉਹ ਤੇਰੀ ਸਾਰੇ ਜਿਹੜੀ ਸਿਸਟਮ ਆ ਨਾ ਤੇਰੇ ਲਾਮੀ ਖੜਾ, ਉਹਦੇ ਕਰਕੇ ਆ। ਤੇ ਜਦੋਂ ਜਾਗ ਜਾਂਦੇ ਆ, ਉਹ ਸਾਰਾ ਦੀਂਦਾ ਪੰਗਾ ਪੈਂਦਾ ਜਾਗ ਕੇ। ਤਾਂ ਸਤਿਗੁਰੂ ਕੀ ਕਹਿੰਦੇ ਆ, ਇਨਕਾ ਕਿਛ ਹਾਥ ਨਹੀਂ ਕਹਾਂ ਕਰ ਹੈ ਇਹ ਬੱਪੜੇ, ਇਨਕਾ ਵਾਹਿਆ ਕਸ ਨਾ ਵਸਾਈ। ਮਹਾਰਾਜ ਕਹਿੰਦੇ
ਕੀ ਕਰਗੇ, ਇਹਨਾਂ ਦੇ ਵੀ ਕੁਛ ਹੱਥ ਨਹੀਂ। ਕਹਾਂ ਕਰ ਹੈ ਇਹ ਬੱਪੜੇ, ਕਹਿੰਦੇ ਆ ਜਿਹੜੇ ਸਕੇ ਸੰਬੰਧੀਆਂ 'ਚ ਪੁੱਤਰਾਂ ਧੀਆਂ 'ਚ ਉਲਝਿਆ ਫਿਰਦਾ ਨਾ, ਇਹ ਕਹਿੰਦੇ ਕੀ ਕਰ ਸਕਦੇ ਆ ਵਿਚਾਰੇ, ਇਹਨਾਂ ਦੇ ਹੱਥ ਕੁਛ ਨਹੀਂ ਹੈ। ਇਨਕਾ ਵਾਹਿਆ ਕਸਨਾ ਵਸਾਈ, ਇਹਨਾਂ ਦੀ ਕਿਸੇ ਗੱਲ ਦਾ ਕੋਈ ਵਸਾ ਨਹੀਂ, ਕਿਉਂਕਿ ਇਹਨਾਂ ਦਾ ਸਾਰਾ ਨਾਪ ਤੋੜ ਲਗਜ਼ਰੀ ਨਾਲ ਆ, ਮਾਇਆ ਨਾਲ ਆ। ਜੋ ਪਦਾਰਥ ਆ ਤੇਰੇ ਕੋਲੇ ਉਹਨਾਂ ਨਾਲ ਹੈ। ਤੇਰੇ ਕੋਲੇ ਪਦਾਰਥ ਵੱਧਦਾ, ਤੇਰੇ ਪ੍ਰਤੀ ਇੱਜ਼ਤ ਦਾ ਗ੍ਰਾਫ ਉੱਚਾ ਹੁੰਦਾ ਜਾਂਦਾ। ਇਹੀ ਕਾਰਨ ਆ ਕਿ ਅੱਜ ਦੀ ਜਿਹੜੀ ਸੰਸਾਰ ਦੀ ਸੋਚ ਹੋ ਗਈ, ਜਾਂ ਅੱਜ ਦੀ ਪੀੜ੍ਹੀ ਦੀ ਜਿਹੜੀ ਸੋਚ ਹੈ, ਕਿੰਨਾ ਹੀ ਕੋਈ ਔਖਾ ਹੋ ਕੇ ਬ੍ਰਾਂਡਡ ਚੀਜ਼ਾਂ ਲਵੇ, ਕਿੰਨਾ ਹੀ ਔਖਾ ਹੋ ਕੇ ਗੱਡੀ ਵਗੈਰਾ ਲਵੇ, ਕਿੰਨਾ ਹੀ ਔਖਾ ਹੋ ਕੇ ਘਰ-ਬਾਰ ਬਣਾਵੇ, ਬਣਾਉਣਾ ਪੈਂਦਾ ਉਹਨੂੰ ਇਸ ਕਰਕੇ, ਨਹੀਂ ਤਾਂ ਰਿਸ਼ਤੇਦਾਰ ਵੀ ਨਹੀਂ ਵਰਤਦੇ। ਅਤੇ ਉਹਨੂੰ ਸਾਰਿਆਂ ਪਤਾ ਲੱਗਦਾ ਕਿ ਇਹ ਰਿਸ਼ਤੇਦਾਰ ਘਰ ਦਾ ਕਰਕੇ ਹੀ ਆਉਂਦੇ, ਜੇ ਘਰ ਨਾ ਹੁੰਦਾ ਜਾਂ ਮਾੜਾ ਮੋਟਾ ਹੁੰਦਾ ਨਹੀਂ ਆਉਣਾ ਸੀ। ਸਕੇ ਭਰਾ ਉਸੇ ਪਿੰਡ 'ਚੋਂ ਆ ਕੇ ਮੁੜ ਜਾਂਦੇ ਆ ਕਿ ਭੈਣ ਦਾ ਘਰ ਕੋਈ ਬੜਾ ਵਧੀਆ ਨਹੀਂ, ਨਾਲ ਯਾਰ ਦੋਸਤ ਆ, ਕਿਵੇਂ ਲੈ ਕੇ ਜਾਈਏ, ਰਿਸ਼ਤੇ ਰੁਸ਼ਤੇ ਸਾਰੇ ਪਿੱਛੇ ਆ। ਇਹ ਸਾਰਾ ਕੁਛ ਨਾ ਫਿਰ ਜਿਵੇਂ ਜਿਵੇਂ ਬੰਦਾ ਇਕੱਲਾ ਰਹਿੰਦਾ, ਜਾਗਦਾ, ਅੰਦਰ ਜਾਂਦਾ, ਦੂਜਿਆਂ ਦੇ ਅੰਦਰ ਚੱਲਣ ਵਾਲੀਆਂ ਭਾਵਨਾਵਾਂ ਤੁਹਾਡੇ ਕੋਲੇ, ਜਿਵੇਂ ਕੋਈ ਕੋਨੇ 'ਚ ਬੈਠਾ ਕਦੇ ਕੋਈ ਇਲਾਇਚੀ ਚੱਬਣ ਲੱਗ ਜੇ ਤੇ 20 ਫੁੱਟ ਬੈਠਿਆਂ ਨੂੰ ਵੀ ਪਤਾ ਲੱਗ ਜਾਂਦਾ ਉਹ ਇਲਾਇਚੀ ਚੱਬੀ ਜਾਂਦਾ, ਤੇ ਨਾਲੇ ਵੀ ਪਤਾ ਲੱਗਦਾ ਤੇ ਖਿਆਲ ਕੀ ਚੱਲ ਰਹੇ ਆ। ਇਹ ਚੀਜ਼ਾਂ ਆਮ ਹੀ ਹੁੰਦੀਆਂ, ਕੋਈ ਇਹ ਸ਼ਕਤੀਆਂ ਵਾਲੀਆਂ ਗੱਲਾਂ ਨਹੀਂ। ਇਹ ਸਹਿ ਸੁਭਾਅ ਰਹਿਣ ਨਾਲ ਆਪਣੇ ਨੇੜੇ ਆਉਣ ਨਾ ਆਮ ਹੀ ਵਾਪਰਨ ਲੱਗ ਜਾਂਦੀਆਂ। ਤੇ ਕਈ ਲੋਕਾਂ ਨੂੰ ਇਹ ਗੋਡ ਗਿਫਟ ਹੀ ਹੁੰਦੀ ਹੈ। ਤਾਂ ਅੱਗੇ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਧ ਤਾਰੈ ਤੇਰਾ ਕੁਟੁੰਬ ਸਭ ਛਡਾਈ। ਹੁਣ ਆ ਜਾ ਕਹਿੰਦੇ ਆਪਣੇ ਪ੍ਰੀਤਮ ਦੇ ਨੇੜੇ, ਪ੍ਰੀਅਤਮ ਜਿਹੜਾ ਅੰਦਰ ਵਸਦਾ, ਜਿਹੜਾ ਤੇਰਾ ਮਾਹੀ ਆ, ਜਿਹੜਾ ਤੇਰੇ ਨਾਲ ਹੀ ਆਇਆ, ਜਿਹਦੀ ਸਾਊਂਡ, ਜਿਹਦੀ ਆਵਾਜ਼ ਤੇਰੇ ਅੰਦਰੋਂ ਆ ਰਹੀ ਆ ਓਂਕਾਰ ਦੇ ਰੂਪ 'ਚ, ਉਹਨੂੰ ਸੁਣਨ ਦੀ ਕੋਸ਼ਿਸ਼ ਕਰ। ਜਿਹੜਾ ਬਿਨਾਂ ਕੀਤਿਆਂ ਨਾਦ ਹੋ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰ, ਉਹਨੂੰ ਸੁਣਨ ਦੀ ਕੋਸ਼ਿਸ਼ ਕਰ। ਆਉਂਦੇ ਜਾਂਦੇ ਪਵਨ ਗੁਰੂ ਦੇ ਚਰਨਾਂ ਦਾ ਧਿਆਨ ਕਰਿਆ ਕਰ, ਅੰਦਰਲੀਆਂ ਸ਼ਕਤੀਆਂ ਪ੍ਰਗਟ ਹੋ ਜਾਣੀਆਂ, ਤੇ ਉਹ ਇੰਨੀਆਂ ਕੁ ਪ੍ਰਗਟ ਹੋਣੀਆਂ ਕਿ ਚਲੋ ਤੈਨੂੰ ਫਿਰ ਹੁੰਦਾ ਹੀ ਆ ਨਾ ਮੇਰਾ ਕੁਟੁੰਬ ਆ। ਸਤਿਗੁਰੂ ਨੇ ਫਿਰ ਇੰਨੀ ਕੁ ਛੋਟ ਵੀ ਦਿੱਤੀ, ਕਹਿੰਦੇ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਧ ਤਾਰਾ, ਤੈਨੂੰ ਤਾਂ ਉਹ ਤਾਰੂਗਾ ਹੀ, ਤੇਰਾ ਕੁਟੁੰਬ ਸਭ ਛਡਾਈ। ਤੇਰਾ ਕਰਕੇ ਤੇਰੀ ਇੰਨੀ ਕੁ ਤਾਂ ਫਿਰ ਬਣ ਜਾਣੀ ਆ ਨਾ ਇੱਧਰਲੇ ਪਾਸਿਓਂ, ਸਤਿਗੁਰੂ ਨਾਲ ਰਲ ਕੇ ਤਾਂ ਫਿਰ ਇੱਜ਼ਤ ਵੱਡੀ ਹੋ ਜਾਂਦੀ ਹੈ ਨਾ। ਤੇਰੇ ਕੁਟੁੰਬ ਨੂੰ ਵੀ ਛਡਾ ਲੈਂਦਾ। ਕਿਵੇਂ? ਕਿਉਂਕਿ ਜੇ ਉਹ ਤੇਰੇ ਪ੍ਰਤੀ ਪੋਜ਼ਿਟਿਵ ਹੋ ਜਾਣ, ਤੇਰਾ ਬਚਨ ਸੁਣਨ ਲੱਗ ਜਾਣ, ਤੇਰਾ ਬਚਨ ਮੰਨਣ ਲੱਗ ਜਾਣ, ਉਹਨਾਂ ਦਾ ਵੀ ਬੇੜਾ ਪਾਰ ਹੋ ਜਾਂਦਾ। ਜੇ ਕਿਛ ਆਸ ਅਵਰ ਕਰਹਿ ਪਰ ਮਿਰਤੀ, ਮਤ ਤੂੰ ਜਾਣ ਹੈ ਤੇਰਾ ਕਿਤੇ ਕੰਮ ਆਈ। ਕਹਿੰਦੇ ਜੇ ਆਸ ਆ ਨਾ ਜਿਹੜੀ, ਕਹਿੰਦੇ ਤੂੰ ਆਪ ਅਵਰ ਕਰ ਹੈ ਪਰ ਮਿੱਤੀ, ਮਤ ਤੂੰ ਜਾਣੈ ਤੇਰਾ ਕਿਸੇ ਕੰਮ ਆਈ। ਜੇ ਤੂੰ ਹੋਰ ਆਸਾਂ ਰੱਖਦਾ ਬਾਹਰੋਂ, ਜਾਣੀ ਦੋ ਹੀ ਗੱਲਾਂ ਧਿਆਨ ਰੱਖਣੀਆਂ। ਹੋਰ ਦਾ ਮਤਲਬ ਆ ਬਾਹਰ, ਊਂ ਤਾਂ ਹੋਰ ਕੋਈ ਹੈ ਹੀ ਨਹੀਂ, ਕਣ ਕਣ ਦੇ ਵਿੱਚ ਉਹ ਆਪ ਹੀ ਆ। ਅੰਦਰ ਦਾ ਮਤਲਬ ਉਹ ਆਪ ਬੈਠਾ ਮਾਲਕ ਪ੍ਰੀਤਮ ਬਸਿਆ ਹੋਇਆ। ਕਹਿੰਦੇ ਜੇ ਤੂੰ ਬਾਹਰੋਂ ਆਸ ਕਰਦਾ ਕੋਈ, ਤਾਂ ਤੇਰੇ ਕਿਸੇ ਕੰਮ ਉਹ ਆਉਣੀ ਨਹੀਂ ਹੈ। ਆਉਣੀ ਤਾਂ ਉਹੀ ਕੰਮ ਆ ਜਿਹੜੀ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਧਿਆਨ ਧਰੇਗਾ, ਗੁਰੂ ਕਿਰਪਾ ਹਾਸਲ ਕਰ ਲੇਗਾ, ਗੁਰੂ ਦੀ ਨੇੜਤਾ, ਪਵਨ ਗੁਰੂ ਦੇ ਨਾਲ ਜਾ ਕੇ ਸ਼ਬਦ ਗੁਰੂ ਦਾ ਮਿਲਾਪ ਕਰ ਲੇਗਾ, ਜੋ ਜੁਗੋ ਜੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੇ ਹੋਏ ਸੂਤਰ ਨੇ, ਗੁਰੂ ਨਾਨਕ ਦੀ ਬਾਣੀ 'ਚ ਦੱਸੇ ਹੋਏ ਸੂਤਰ ਨੇ ਕਿ ਅੰਦਰ ਚੱਲ, ਤਾਂ ਉੱਥੋਂ ਜਾ ਕੇ ਤੇਰਾ ਖੜਾ ਛੁੱਟਣਾ। ਕਹਿੰਦੇ ਇਹ ਆਸ ਪਰ ਮਿੱਤਰੀ ਭਾਓ ਦੂਜਾ ਹੈ, ਖਿਨ ਮਹਿ ਝੂਠ ਬਿਨਸ ਸਭ ਜਾਈ। ਕਹਿੰਦੇ ਜਿਹੜੀ ਪਰਾਈ ਆਸ ਆ ਨਾ, ਬਾਹਰ ਦੀ ਆਸ ਆ, ਇਹ ਦੂਜਾ ਭਾਓ ਆ। ਦੂਜਾ ਮਤਲਬ ਪਹਿਲਾ ਭਾਓ ਤਾਂ ਇਹੀ ਹੈ ਕਿ ਆਪਣੇ ਆਪੇ ਦੇ ਨੇੜੇ ਆਉਣਾ, ਇੱਧਰੋਂ ਜਾਣ ਲੈਣਾ। ਤੇ ਜਦੋਂ ਹੀ ਭਾ ਦੂਜਾ ਬਣਿਆ, ਭਾ ਦੋਏ ਭਰਮ ਭੁਲਾਣੀਆਂ ਵਾਲਾ, ਜਦੋਂ ਦੂਜਾ ਭਾਓ ਬਣ ਗਿਆ, ਬਾਹਰ ਨਿਕਲ ਗਈ ਗੱਲ। ਜਾਣੀ ਆਹੀ ਦ੍ਰਿਸ਼ਟੀ ਆ, ਜੇ ਇਹ ਬਾਹਰ ਆ ਤਾਂ ਦੂਜੇ ਭਾਓ ਵੱਲ ਆ, ਜੇ ਇਹ ਅੰਤਰਮੁਖੀ ਹੋ ਗਈ ਤਾਂ ਆਪਣੇ ਭਾਓ ਤੇ ਇੱਕ ਤੇ ਆ ਗਈ, ਪਵਨ ਗੁਰੂ ਦੇ ਕੋਲ ਆ ਗਈ ਇਕੱਲੇ ਦੇ, ਤਾਂ ਫਿਰ ਇਹ ਅੰਦਰ ਚਲੀ ਗਈ। ਜਦੋਂ ਇਹ ਅੰਦਰ ਚਲੀ ਗਈ ਤੇ ਅੰਦਰ ਸਾਡੇ ਸਿਸਟਮ ਹੈ ਉਹ ਖੁੱਲ੍ਹਦੇ ਆ, 7 ਚੱਕਰ ਆ, ਕੱਲੇ ਕੱਲੇ ਚੱਕਰ ਦਾ ਇੱਕ ਆਪਣਾ ਪੂਰਾ ਪੂਰਾ ਸੰਸਾਰ ਆ, ਕੱਲੇ ਕੱਲੇ ਚੱਕਰ ਦਾ ਇੱਕ ਮਹਿਕਮਾ, ਮੰਤਰੀਆਂ ਵਾਂਗੂ ਮਹਿਕਮੇ ਆ ਕਿ ਜੇ ਮੂਲਾਧਾਰ ਚੱਕਰ ਆ ਤਾਂ ਇਹਦੇ ਕੋਲ ਕਿਹੜੇ ਕਿਹੜੇ ਮਹਿਕਮੇ ਆ। ਇੱਕ ਵੱਖਰਾ ਵਿਸ਼ਾ ਕਿਤੇ ਕਰਿਆ ਕਰਾਂਗੇ ਆਪਾਂ ਇਹਨਾਂ ਤੇ ਵੀ ਗੱਲ, ਕਿ ਦੂਸਰਾ ਚੱਕਰ ਆ ਸਰਦਸ਼ਟਾਨ, ਤਾਂ ਉਹ ਤਾਂ ਕੀ ਵਿਸ਼ਾ। ਮਣੀਪੁਰ ਦੇ ਕੋਲੇ ਕਿਹੜੇ ਕਿਹੜੇ ਅਧਿਕਾਰ ਆ, ਵੀਰ ਰਸ ਹੈ, ਚੜ੍ਹਦੀ ਕਲਾ, ਅਗਜਨੀ ਹੈ, ਇਹ ਚੀਜ਼ਾਂ। ਕੁਰਬਾਨੀ ਵਾਲੇ ਲੋਕਾਂ ਦਾ ਕਿਹੜਾ ਇਹ ਚੱਕਰ ਖੁੱਲ੍ਹਾ ਹੁੰਦਾ ਜ਼ਿਆਦਾ।
ਅਣਹੱਥ ਚੱਕਰ ਅਨਾਹਤ ਚੱਕਰ, ਕਿਵੇਂ ਇਹਦੇ ਕੋਲੇ ਕਿਹੜੀਆਂ ਚੀਜ਼ਾਂ। ਇਹ ਤਕਰੀਬਨ ਸਤਪੁਰਸ਼ਾਂ ਦੇ ਸਾਧੂਆਂ ਦਾ ਜ਼ਿਆਦਾ ਖੁੱਲ੍ਹਦਾ ਕਿ ਉਹ ਨਰਮ ਦਿਲ ਹੋ ਜਾਂਦੇ ਆ, ਹਰ ਇੱਕ ਦੇ ਅੰਦਰ ਉਹੀ ਦਿਖਣਾ, ਉਹੀ ਪਿਆਰ, ਉਹੀ ਸਾਰਾ ਕੁਛ। ਇੱਥੇ ਆ ਕੇ ਇਹ ਹੋ ਜਾਂਦਾ, ਪੀਰ ਫਕੀਰ ਤਕਰੀਬਨ ਇੱਥੇ ਰੁਕ ਜਾਂਦੇ ਆ, ਖੜ ਜਾਂਦੇ ਆ, ਕਈ ਵਾਰ ਦੇਖਣਾ ਚਾਹੁੰਦੇ ਆ 5-4 ਜਨਮ ਹੋਰ ਲੰਘਾਉਣ, ਲੋਕਾਂ ਨੂੰ ਵਰਤਾਉਣ ਲੱਗ ਜਾਣਾ, ਦਾਤਾਂ ਦੇਣ ਲੱਗ ਜਾਣਾ। ਉਹਨਾਂ ਦੇ ਨਾਂ 'ਤੇ ਗੁਰਦੁਆਰੇ ਵੀ ਬਣ ਜਾਂਦੇ ਆ, ਉਹਨਾਂ ਦੇ ਨਾਂ 'ਤੇ ਮਜ਼ਾਰਾਂ ਵੀ ਬਣ ਜਾਂਦੀਆਂ, ਉਹਨਾਂ ਦੇ ਨਾਂ 'ਤੇ ਆਸ਼ਰਮ ਵੀ ਬਣ ਜਾਂਦੇ ਆ, ਬੜਾ ਕੁਛ ਚੱਲਦਾ। ਉਹ ਇੱਥੇ ਪਹੁੰਚੇ ਹੋਏ ਸਤਪੁਰਸ਼ ਹੁੰਦੇ ਆ। ਇੱਥੇ ਇੱਕ ਸਭ ਤੋਂ ਵੱਡਾ ਖਤਰਾ ਜਿਹੜਾ ਗੁਰਬਾਣੀ 'ਚ ਦੱਸਿਆ ਕਿ ਇਹ ਇੱਕ ਗੋਲ ਚੱਕਰ ਹੈ, ਚੌਂਕ ਹੈ ਇੱਕ, ਤੇ ਚਾਰੇ ਪਾਸੇ ਸੜਕਾਂ ਇਹਦੇ। ਇੱਥੋਂ ਪਤਾ ਹੀ ਨਹੀਂ ਕਿਹੜੇ ਵੇਲੇ ਮਾਇਆ ਦੇ ਅਧੀਨ ਥੱਲੇ ਨੂੰ ਹੀ ਫੇਰ ਚਲਿਆ ਜਾਵੇ, ਮੂਲਾਧਾਰ ਕੰਨੀ। ਇਹ ਸੰਸਾਰ ਦੇ ਚੱਕਰਾਂ 'ਚ ਪੈ ਕੇ ਇੱਥੇ ਹੀ ਖਤਮ ਕਰ ਲਿਆ ਆਪਣੇ ਆਪੇ ਨੂੰ। ਫਿਰ ਉਹ ਨਿੱਕੇ ਜਿਹੇ ਜੀਵ ਤੋਂ ਹੀ ਸ਼ੁਰੂ ਹੋਊਗਾ, ਸਾਰੀ ਵਿੱਦਿਆ ਖਤਮ ਹੋ ਜੂ। ਤੇ ਇੱਥੋਂ ਇਹ ਵੀ ਆ ਕਿ ਹੋ ਸਕਦਾ ਉੱਪਰ ਨੂੰ ਚੱਲੇ, 10ਵੇਂ ਦੁਆਰ ਨੂੰ। ਪੂਰੇ ਖਤਰੇ ਦੇ ਵਿੱਚ ਜਿਉਂਦਾ ਜਿਹੜਾ ਇੱਥੇ ਪਹੁੰਚ ਜਾਂਦਾ, ਉਹ ਥੱਲੇ ਵੀ ਜਾ ਸਕਦਾ, ਉੱਪਰ ਵੀ ਜਾ ਸਕਦਾ। ਫਿਰ ਇਹ ਗੁਰੂ ਦੀ ਕਿਰਪਾ, ਗੁਰੂ ਦੀ ਸੇਵਾ, ਗੁਰੂ ਦੀ ਬਾਣੀ ਪੜ੍ਹਦੇ ਰਹਿਣਾ, ਗੁਰੂ ਦੀ ਬਾਣੀ ਦੇ ਵਿੱਚ ਰਹਿਣਾ। ਹੁਣ ਕਈ ਵਾਰ ਅਗਲੇ ਫੋਨ ਕਰਨਗੇ 5 ਬਾਣੀਆਂ, ਕੱਲੀਆਂ 5 ਕਿਉਂ, ਪੂਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੱਤਾ। ਅਸੀਂ ਤਾਂ ਇਹ ਨਿਯਮ ਬਣਾਈਏ ਕਿ ਰੋਜ਼ਾਨਾ ਦਰਸ਼ਨ ਕਰੀਏ ਗੁਰੂ ਸਾਹਿਬ ਦੇ, ਇੱਕ ਅੰਗ ਤਾਂ ਕਮ ਸੇ ਕਮ ਰੋਜ਼ ਪੜ੍ਹੀਏ, ਅੱਗੇ ਦੀ ਅੱਗੇ ਚੱਲੀਏ, ਤੇ ਆਹ ਗੱਲਾਂ ਦਾ ਸਾਨੂੰ ਪਤਾ ਲੱਗੇ ਵੀ ਸਾਡੇ ਲਈ ਕੀ ਕੀ ਲਿਖਿਆ ਪਿਆ, ਤੇ ਅਸੀਂ ਕਿਵੇਂ ਇਹਨੂੰ ਜ਼ਿੰਦਗੀ 'ਚ ਢਾਲਣਾ। ਮੇਨ ਕੰਮ ਸਾਡਾ ਜੀਵਨ ਮੁਕਤ ਹੋਣ ਦਾ ਇਹ ਹੋਵੇ, ਦੂਜੇ ਕੰਮ ਤਾਂ ਕਿਰਤ ਵਿਰਤ ਲਈ ਹੋਣੇ ਚਾਹੀਦੇ ਆ, ਪੇਟ ਭਰਨ ਲਈ, ਰੋਟੀ ਪਾਣੀ ਲਈ, ਡਿਊਟੀਆਂ। ਪਰ ਵੱਡਾ ਕੰਮ ਜਿਹੜੀ ਓਟ ਤੇ ਟੇਕ ਆ ਸਾਡੀ ਇਹਦੇ ਤੇ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ, ਕਿ ਇਹਨੂੰ ਤਾਂ ਅੱਗੇ ਦੀ ਅੱਗੇ ਪੜ੍ਹਦੇ ਹੀ ਰਹਿਣਾ। ਇਹ ਨਾ ਹੋਵੇ ਇਕੱਲੇ ਮੰਨੇ ਪਰਨੇ ਤੀ, ਤਾਂ ਹੀ ਤਾਂ ਸਾਨੂੰ ਸਮਝ ਨਹੀਂ ਪੈ ਰਹੀ। ਸਤਿਗੁਰੂ ਕੀ ਕਹਿੰਦੇ ਨੇ ਅੱਗੇ, ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਂ ਪਾਈ। ਕਹਿੰਦੇ ਮੇਰੇ ਮਨਾ, ਆਸਾ ਜੇ ਕਰਨੀ ਵੀ ਹੈ ਨਾ, ਆਪਣੇ ਪ੍ਰੀਤਮ ਦੀ ਕਰ, ਜਿਹੜਾ ਤੇਰੇ ਰੋਮ ਰੋਮ 'ਚ ਵਸਿਆ ਹੋਇਆ। ਜੋ ਤੇਰਾ ਘਾਲਿਆ ਸਭ ਥਾਂ ਪਈ, ਤੇਰੀ ਕੀਤੀ ਘਾਲਣਾ, ਤੇਰੇ ਫੁਰਨੇ, ਤੇਰੀਆਂ ਸੋਚਾਂ। ਸਤਿਗੁਰੂ ਇੱਥੋਂ ਤੱਕ ਕਹਿੰਦੇ ਨੇ ਕੁਝ ਸਾਖੀਆਂ ਦੇ ਵਿੱਚ ਕਿ ਤੂੰ ਚੰਗਾ ਹਲੇ ਕਰ ਨਹੀਂ ਨਾ ਸਕਦਾ, ਤੇ ਤੂੰ ਦਾਨ ਵੀ ਨਹੀਂ ਹੁੰਦਾ, ਪਰ ਦਾਨ ਬਾਰੇ ਸੋਚ ਕਿ ਮੈਂ ਕਰੂੰਗਾ। ਸਤਿਗੁਰੂ ਕਿਰਪਾ ਕਰ, ਨਾ ਜਾਣ ਮੇਰੇ ਕੋਲ ਹੋਵੇ ਸਹੀ ਕੁਛ ਮੈਂ ਕਰਾਂ, ਪਰ ਉਹਦਾ ਇੱਕ ਸ਼ਰਤ ਇਹ ਵੀ ਹੈ ਕਿ ਅੱਜ ਤਾਂ ਤੇਰੇ ਕੋਲ ਸਰੀਰ ਤਾਂ ਹੈਗਾ ਨਾ, ਘੁੱਟ ਦੇ ਕਿਸੇ ਦੇ ਚਰਨ ਯਾਰ ਜਾ ਕੇ। ਜਿਹਨੂੰ ਕੋਈ ਨਹੀਂ ਫਤਿਹ ਬੁਲਾਉਂਦਾ ਉਹਨੂੰ ਫਤਿਹ ਬੁਲਾ ਦੇ, ਜਿਹਦੇ ਕੋਈ ਨਹੀਂ ਪੈਰੀ ਹੱਥ ਲਾਉਣਾ ਤੂੰ ਉਹਦੇ ਪੈਰੀ ਹੱਥ ਲਾ ਦੇ, ਜਿਹਨੂੰ ਕੋਈ ਨਹੀਂ ਪਾਣੀ ਫੜਾਉਂਦਾ ਉਹਨੂੰ ਤੂੰ ਫੜਾਇਆ। ਇਹ ਕਾਰਜ ਕਰਨੇ ਪੈਣੇ ਆ, ਸੇਵਾ ਕਰਨੀ ਪੈਣੀ ਆ। ਤੇ ਜਿਹੜਾ ਤੇਰੇ ਅੰਦਰ ਚੱਲਦਾ ਨਾ, ਤੇ ਮਹਾਰਾਜ ਕਹਿੰਦੇ ਫਿਰ ਉਹ ਪਾਵਰਫੁਲ ਹੋ ਕੇ ਬਾਹਰ ਆਉਣਾ। ਮੇਰੇ ਮਨ ਆਸ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਂ ਪਾਈ। ਤੇਰੀ ਇਹ ਕੀਤੀ ਘਾਲਣਾ, ਤੇਰੀ ਸੇਵਾ ਕੀਤੀ, ਤੇਰਾ ਸਿਮਰਨ ਕੀਤਾ, ਤੇਰੇ ਚਿੱਤ 'ਚ ਸੋਚੇ ਖਿਆਲ ਥਾਂ ਪਾਊਗਾ, ਕਿਧਰੇ ਨਹੀਂ ਜਾਣ ਦਿੰਦਾ। ਸ਼ੁਰੂ ਕਰੀ ਘਰੋਂ, ਮਾਤਾ ਪਿਤਾ ਤੋਂ। ਜਿਹੜਾ ਸਭ ਤੋਂ ਵੱਡਾ ਤੀਰਥ ਆ ਦੁਨੀਆ ਦਾ, ਉਹ ਮਾਂ ਪਿਓ ਆ। ਮਾਂ ਪਿਓ ਦੇ ਚਰਨੀ ਬਣਦੀ ਨਹੀਂ ਬਣਦੀ ਹੈ, ਸੰਸਾਰ ਦੇ ਅੱਡ ਨਿਯਮ ਹੈ। ਪੈਰੀ ਹੱਥ ਜ਼ਰੂਰ ਲਾ ਦਿਓ ਉੱਠਣ ਸਾਰ, ਤੁਸੀਂ ਉਹਦੇ ਕੰਨਿਓ ਜਿਹੜਾ ਹੁਕਮ ਹੈ ਗੁਰੂ ਦਾ ਉਹ ਪੂਰਾ ਕਰ ਦਿਓ। ਅੱਗੇ ਉਹਦੀ ਮਰਜ਼ੀ, ਉਹਨੇ ਉਹਨਾਂ ਦੇ ਹਿਰਦੇ ਨੂੰ ਕਿਵੇਂ ਪਰਿਵਰਤਨ ਕਰਨਾ। ਦੁਸ਼ਮਣ ਨੂੰ ਵੀ ਹੱਸ ਕੇ ਫਤਿਹ ਬੁਲਾ ਦਈਏ ਨਾ, ਅੱਧਾ ਦੁਸ਼ਮਣੀ ਦਾ ਤੱਤ ਉੱਡ ਜਾਂਦਾ। ਤੇ ਜੇ ਨੀਵੇਂ ਹੋ ਕੇ ਜਾ ਕੇ ਬੁਲਾ ਲਈਏ ਤਾਂ ਦੁਸ਼ਮਣੀ ਕਿਧਰੇ ਜਾਂਦੀ ਹੈ, ਕਿਉਂਕਿ ਤੱਤ ਹੈ ਪਰਮਾਤਮਾ ਦੇ, ਤੇ ਨਿਯਮ ਹੈ। ਤਾਂ ਸਤਿਗੁਰੂ ਕਹਿੰਦੇ ਤੇਰੀ ਘਾਲਣਾ ਥਾਂ ਪਾਊਗਾ, ਜੋ ਤੇਰੀਆਂ ਸੋਚਾਂ ਪੂਰੀਆਂ ਸਾਰੀਆਂ ਕਰੂਗਾ। ਕੋਈ ਨਾ, ਚੱਲੀ ਚੱਲ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ। ਇੱਥੇ ਆ ਕੇ ਸਾਰਾ ਹੀ ਪਰਮ ਪਿਤਾ ਪਰਮਾਤਮਾ ਤੇ ਸਿੱਟਤਾ। ਕਹਿੰਦੇ ਬੰਦਾ ਜੋ ਆਸਾ ਕਰਦਾ, ਜੋ ਮਨਸਾ ਸਭ ਤੇਰੀ ਮੇਰੇ ਸੁਆਮੀ, ਉਹ ਤੇਰੀਆਂ ਹੀ ਆ, ਤੂੰ ਹੀ ਦਿੰਨਾ, ਫੁਰਨੇ ਵੀ ਤੂੰ ਦਿੰਨਾ, ਮੇਲ ਵੀ ਤੂੰ ਮਿਲਾਉਣਾ, ਚੰਗੇ ਸਾਧੂਆਂ ਦੇ, ਮਾੜਿਆਂ ਦੇ ਵੀ ਤੂੰ ਮਿਲਾਉਣਾ। ਜਦੋਂ ਕੋਈ ਮਾੜਾ ਹੋ ਜਾਂਦਾ ਉਹ ਵੀ ਤੂੰ ਹੀ ਕਰਦਾ ਮੇਰੇ ਸੁਆਮੀ। ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ। ਕਹਿੰਦੇ ਜਿਹੇ ਜੀ ਤੂੰ ਉਧਰੋਂ ਟਿੰਬਰੀ ਫੇਰਦਾ ਨਾ, ਉਹੋ ਜੀ ਆਸ ਹੀ ਕਰ ਸਕਦਾ ਬੰਦਾ ਵਿਚਾਰਾ, ਖੁਦ ਤਾਂ ਕੁਛ ਵੀ ਨਹੀਂ। ਪਰ ਇਹ ਗੱਲਾਂ ਨੂੰ ਮੰਨਣਾ, ਝੋਲੀ ਪਾਉਣਾ ਬਹੁਤ ਔਖਾ ਕਿ ਜੇ ਕੋਈ ਮਾੜਾ ਤਾਂ ਉਹ ਮਾੜਾ ਵੀ ਉਹਨੇ ਕੀਤਾ ਹੈ, ਸੱਚ ਇਹ, ਐਵੇਂ ਨਹੀਂ ਗੱਲਾਂ ਇਹ ਹੈਗੀਆਂ। ਤਾਂ ਮਹਾਰਾਜ ਕੀ ਕਹਿੰਦੇ ਆ, ਉਹੋ ਜੀ ਆਸ ਹੀ ਕਰ ਸਕਦਾ ਕੋਈ ਜਿਹੇ ਜੀ ਮਾਲਕੋ ਤੋਂ ਕਰਾਉਂਦਾ। ਕਿਛ ਕਿਸੀ ਕੈ ਹਾਥ ਨਹੀਂ ਮੇਰੇ ਸੁਆਮੀ, ਐਸੀ ਮੇਰਾ ਸਤਿਗੁਰ ਬੂਝ ਬੁਝਾਈ। ਕੁਛ ਵੀ ਕਿਸੇ ਦੇ ਹੱਥ ਨਹੀਂ ਕਹਿੰਦੇ ਇੱਥੇ, ਮੇਰੇ ਸੁਆਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ। ਕਹਿੰਦੇ ਜਿਹੜਾ ਮੈਂ ਗੁਰੂ ਧਾਰਨ ਕੀਤਾ ਨਾ, ਜਿਹੜਾ ਮੇਰਾ ਸਤਿਗੁਰੂ ਆ, ਉਹਨੇ ਮੈਨੂੰ ਐਸੀ ਬੂਝ ਬੁਝਾਤੀ ਕਿ ਇੱਥੇ ਹੱਥ ਹੁੱਥ ਕਿਸੇ ਦੇ ਕੁਛ ਨਹੀਂ, ਪਿੱਛੇ ਤੋਂ ਡਾਇਰੈਕਸ਼ਨਾਂ ਆਉਂਦੀਆਂ। ਉਹ ਮਾਲਕ ਬੈਠਾ ਕਰਤਾ ਪੁਰਖ, ਉਹ ਜਿਵੇਂ ਕਿਸੇ ਤੋਂ ਕਰਾਉਂਦਾ ਉਵੇਂ ਕਰਾਉਂਦਾ, ਨਿਯਮਾਂ ਦੇ ਅਧੀਨ। ਉਹ ਨਿਯਮਾਂ ਨੂੰ ਜਿਵੇਂ ਤੁਸੀਂ ਟੱਚ ਕਰੀ ਜਾਂਦੇ ਉਵੇਂ ਉਵੇਂ ਅੱਗੇ ਵਧੀ ਜਾਂਦਾ। ਗੁੰਝਲਦਾਰ ਮਸਲਾ, ਸਮਝਣਾ ਬਹੁਤ ਔਖਾ। ਸ਼ੁਰੂ 'ਚ ਇੰਨਾ ਹੀ ਬਹੁਤ ਆ ਕਿ ਸਤਿਗੁਰੂ ਦੇ ਆਖੇ ਲੱਗ ਕੇ ਪੋਜ਼ਿਟਿਵ ਹੋ ਜਾਓ, ਚੰਗੇ ਖਿਆਲ, ਸੇਵਾ, ਸਿਮਰਨ, ਬਾਣੀ ਪੜ੍ਹਨੀ, ਇੱਥੇ ਜੇ ਆ ਜਾਓ
ਉਦੋਂ ਬਾਅਦ ਸਮਝ ਆਉਂਦੀ ਜਾਣੀ ਆ। ਜਨ ਨਾਨਕ ਕੀ ਆਸ ਤੂੰ ਜਾਣ ਹੈ ਹਰ ਦਰਸ਼ਨ, ਦੇਖ ਹਰ ਦਰਸ਼ਨ ਤ੍ਰਿਪਤਾਈ। ਕਹਿੰਦੇ ਐ ਸਤਿਗੁਰੂ, ਐ ਪਰਮ ਪਿਤਾ ਪਰਮਾਤਮਾ, ਐ ਅਕਾਲ ਪੁਰਖ ਵਾਹਿਗੁਰੂ, ਜਨ ਨਾਨਕ ਕੀ ਆਸ ਤੂੰ ਜਾਣ ਹੈ। ਤੂੰ ਜਾਣਦਾ ਹੀ ਆ ਕੀ ਆਸ ਆ, ਤੂੰ ਕੀ ਦਿੱਤੀ, ਵੇਖੋ ਦਿੱਤੀ ਆਸ ਤੂੰ ਆ। ਤਾਹਨ ਦੀ ਪੰਗਤ 'ਚ ਦੱਸਤਾ ਨਾ, ਆਸ ਵੀ ਉਹੀ ਕਰਾਉਂਦਾ। ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ, ਹਰੀ ਦੇ ਦਰਸ਼ਨ, ਪਰਮਾਤਮਾ ਪਰਮ ਪਿਤਾ ਦੇ ਦਰਸ਼ਨ ਦੇਖ, ਕਿੱਥੋਂ ਅੰਦਰੋਂ, ਹਰ ਦਰਸ਼ਨ ਤ੍ਰਿਪਤਾਈ, ਹਰੀ ਦੇ ਦਰਸ਼ਨਾਂ ਨਾਲ ਤ੍ਰਿਪਤ ਆ ਗਈ, ਤ੍ਰਿਪਤਾਈ ਪੈਦਾ ਹੋ ਗਈ, ਬਰਕਤਾਂ ਨਾਲ ਭਰ ਗਈ ਜ਼ਿੰਦਗੀ, ਚੜ੍ਹਦੀ ਕਲਾ ਵਾਲੀ ਜ਼ਿੰਦਗੀ ਬਣ ਗਈ। ਆਓ ਅੱਜ ਦਾ ਮੁੱਖ ਵਾਕ ਥੋੜਾ ਲੰਬਾ ਵੀ ਸੀ ਤੇ ਭੂਮਿਕਾ ਵੀ ਆਪਾਂ ਨੂੰ ਰੱਖਣੀ ਪਈ। ਇਹਨਾਂ ਗੱਲਾਂ ਨੂੰ ਜੋ ਆਪਾਂ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੀਆਂ ਆਪਣੀ ਜ਼ਿੰਦਗੀ 'ਚ ਲਿਆਈਏ। ਇਹ ਸਾਰੇ ਨਿਯਮਾਂ ਤੇ ਅੱਜ ਬੜੀਆਂ ਬੜੀਆਂ ਕਿਤਾਬਾਂ, ਬੜੇ ਬੜੇ ਅੰਗਰੇਜ਼ ਲੋਕ ਵੀ ਬਾਣੀ ਨੂੰ ਪੜ੍ਹ ਕੇ ਸਮਝ ਕੇ ਲਿਖ ਰਹੇ ਆ, ਬੜੇ ਆਪਣੇ ਵਿਦਵਾਨ ਵੀ। ਪਰ ਅਸੀਂ ਕੀ ਕਰਨਾ, ਅਸੀਂ ਇੱਕ ਸਿਰੇ ਤੋਂ ਸ਼ੁਰੂ ਹੋ ਜਾਣਾ, ਆਪਣੇ ਤੇ ਲਾਗੂ ਕਰਨੀ ਹੈ ਹਰ ਗੱਲ। ਜਿਵੇਂ ਜਿਵੇਂ ਲਾਗੂ ਕਰਦੇ ਜਾਵਾਂਗੇ ਸਾਡੀ ਸਮਝ ਵੱਧਦੀ ਜਾਣੀ ਆ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰਕੇ ਨਿਯਮ ਬਣਾਓ ਕਿ ਹੈ ਸਤਿਗੁਰੂ, ਤੁਹਾਡੀ ਬਖਸ਼ਿਸ਼ ਕੀਤੀ ਆਪਣੀ ਬਾਣੀ, ਮੂਲ ਮੰਤਰ ਤੇ ਜਪਜੀ ਸਾਹਿਬ ਦਾ ਪਾਠ ਮੇਰੀ ਝੋਲੀ ਪਾ ਦਿਓ। ਇਹ ਪੂਰੇ ਸੰਸਾਰ ਲਈ ਹੈ, ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਅੰਗਰੇਜ਼ ਹੈ, ਚੀਨੀ ਹੈ, ਕੋਈ ਹੈ, ਪੂਰੇ ਸੰਸਾਰ ਦੇ ਲੋਕਾਂ ਲਈ ਆ। ਕੋਈ ਬਾਣੀ ਨੂੰ ਪੜ੍ਹ ਸਕਦੇ ਆ, ਪੜ੍ਹ ਕੇ ਇਹਦੇ 'ਚ ਜੋ ਤੱਤ ਦੱਸਿਆ ਕਿ ਗੁਰੂ ਕੌਣ ਹੈ, ਅਸਲੀ ਪਿਤਾ ਕੌਣ ਹੈ, ਅਸਲੀ ਮਾਤਾ ਕੌਣ ਹੈ, ਇਹਨਾਂ ਦੇ ਸੰਗ ਨਾਲ ਅਸੀਂ ਅੱਗੇ ਕਿਵੇਂ ਲੰਘ ਸਕਦੇ ਹਾਂ, ਉਹ ਸਾਰਿਆਂ ਲਈ ਹੈ। ਜਦੋਂ ਅਸੀਂ ਇਹਦੇ 'ਚ ਆ ਜਾਾਂਗੇ, ਇਹ ਸਾਡੀ ਫੁੱਲਵਾੜੀ ਹੈ, ਇਹ ਸਾਡੀ ਸ਼ੁਰੂਆਤ ਆ, ਤੇ ਅੱਗੇ ਦੀ ਅੱਗੇ ਜਦੋਂ ਅਸੀਂ ਵਧਾਂਗੇ ਤਾਂ ਉਹ ਫਿਰ ਬਹੁਤ ਕੁਛ ਹੈ, ਬਹੁਤ ਕੁਛ ਹੈ। ਮਹਾਰਾਜ ਕਿਰਪਾ ਕਰਨ, ਅੰਗ ਸੰਗ ਸਹਾਈ ਰਹਿਣ। ਜੋ ਉਹ ਕਿਰਪਾ ਕਰਕੇ ਕਰਵਾ ਰਹੇ ਆ, ਸੇਵਾ ਬਲਵਾ ਰਹੇ ਆ, ਆਪਾਂ ਕਰ ਰਹੇ ਹਾਂ। ਗੁਰੂ ਨਾਨਕ ਜਗਤ ਗੁਰੂ ਦੇ ਚਰਨਾਂ ਦੀ ਧੂੜ, ਉਹਨਾਂ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਮਾਂ ਦੇਸਾ ਨੰਦਨ ਦਾਸ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।